ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਦੇ ਨਾਲ ਜਿਹੜੇ ਮਜ਼ਮੂਨ ਦੇ ਉੱਪਰ, ਸਬਜੈਕਟ ਦੇ ਉੱਪਰ ਵਿਚਾਰ ਸਾਂਝੇ ਕਰਨ ਦਾ ਯਤਨ ਕੀਤਾ ਸੀ, ਉਹ ਸੀ ਖਾਲਸਾ ਮੇਰੋ ਰੂਪ ਹੈ ਖਾਸ। ਕਿ ਅਸੀਂ ਤਸਵੀਰ ਦੇ ਵਿੱਚੋਂ ਗੁਰੂ ਦੀ ਖੂਬਸੂਰਤੀ ਲੱਭਣ ਦਾ ਯਤਨ ਨਾ ਕਰੀਏ, ਅਸੀਂ ਸ਼ਬਦ ਦੇ ਵਿੱਚੋਂ ਗੁਰੂ ਦਾ ਸਰੂਪ ਕੀ ਹੈ ਉਸ ਨੂੰ ਵੇਖਣ ਦਾ ਯਤਨ ਕਰੀਏ। ਬਾਹਰੀ ਸਰੂਪ ਤੱਕ ਗੱਲ ਸੀ। ਅੱਜ ਉਸੇ ਪ੍ਰਕਰਣ ਨੂੰ ਅੱਗੇ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਮੈਨੂੰ ਇਹ ਪਤਾ ਹੈ ਕਿ ਫਲਸਫੇ ਦੇ ਵਿੱਚ, ਇਤਿਹਾਸ ਦੇ ਵਿੱਚ ਕੁਝ ਵੀ ਕਿਸੇ ਵੀ ਪ੍ਰਚਾਰਕ ਜਾਂ ਕਿਸੇ ਵੀ ਬੁਲਾਰੇ ਦੇ ਕੋਲ ਅੰਤਮ ਸੱਚ ਨਹੀਂ ਹੁੰਦਾ। ਅੰਤਮ ਸੱਚ ਤਾਂ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਹੈ। ਇਤਿਹਾਸ ਦੇ ਵਿੱਚ, ਤਾਰੀਖ ਦੇ ਵਿੱਚ, ਹਿਸਟੋਰੀਓਗ੍ਰਾਫੀ ਦੇ ਵਿੱਚ, ਫਿਲਾਸਫੀ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਉਸ ਨੂੰ ਸਮਝਣ ਦਾ। ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਤਮ ਸੱਚ ਹੈ ਉਹ ਗੁਰੂ ਸ਼ਬਦ ਹੈ। ਉਹਦੇ ਬਾਰੇ ਇਤਿਹਾਸ ਦੀਆਂ ਵਿਚਾਰਾਂ, ਉਹਦੇ ਪ੍ਰਤੀ ਅਪਰੋਚ ਜਿਹੜੀ ਹੈ ਉਹ ਅੱਗੇ ਜਾਂ ਪਿੱਛੇ, ਵੱਡੀ ਜਾਂ ਛੋਟੀ, ਨੇੜੇ ਜਾਂ ਦੂਰ ਹੋ ਸਕਦੀ ਹੈ। ਸੋ ਅਸੀਂ ਸਾਰੇ ਹੀ ਉਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਅਗਲੀ ਗੱਲ ਗੁਰੂ ਪਾਤਸ਼ਾਹ ਜਿਹੜੀ ਕਰਦੇ ਨੇ ਉਹ ਜੋਤ ਦੀ ਕਰਦੇ ਨੇ, ਤੇ ਜਿੰਨਾ ਚਿਰ ਤੱਕ ਅੱਜ ਅਸੀਂ ਉਸ ਸੰਕਲਪ ਨੂੰ ਨਹੀਂ ਸਮਝ ਸਕਾਂਗੇ, ਉਹਨਾਂ ਚਿਰ ਤੱਕ ਬਹੁਤ ਸਾਰੇ ਭੁਲੇਖੇ ਜਿਹੜੇ ਨੇ ਸਾਡੀ ਸ਼ਬਦਾਵਲੀ ਦੇ ਵਿੱਚ ਰਹਿ ਜਾਣਗੇ। ਕਿਉਂਕਿ ਅਕਸਰ ਇੰਜ ਹੁੰਦਾ ਹੈ ਕਿ ਜਿਹੜਾ ਸ਼ਬਦ ਅਸੀਂ ਬੋਲ ਰਹੇ ਹੁੰਦੇ, ਉਹਦੇ ਭਾਵ ਕੀ ਨੇ, ਉਹਦੇ ਅਰਥ ਕੀ ਨੇ, ਉਹਦਾ ਪਿਛੋਕੜ ਕੀ ਹੈ, ਜਾਂ ਸ਼ਬਦ ਦੇ ਪਿੱਛੇ ਕੀ ਛੁਪਿਆ ਪਿਆ ਹੈ, ਜਾਂ ਫਿਰ ਜਿਸ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਦੇ ਪ੍ਰਭਾਵ ਤੇ ਦੁਰਪ੍ਰਭਾਵ ਕੀ ਨੇ। ਜਦੋਂ ਅਸੀਂ ਇਹਨਾਂ ਸਾਰਿਆਂ ਸੂਖਮ ਵਰਤਾਰਿਆਂ ਤੋਂ ਜਾਣੂ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਉਹ ਵਰਤੇ ਗਏ ਸ਼ਬਦ ਜਿਹੜੇ ਨੇ ਉਹ ਸਾਡੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੁੰਦੇ। ਹੁਣ ਅੱਜ ਅਸੀਂ ਗੁਰਦੇਵ ਪਾਤਸ਼ਾਹ ਦੇ ਪਾਵਨ ਬਚਨਾਂ ਦੀ ਰੌਸ਼ਨੀ ਦੇ ਵਿੱਚ ਦੋ ਗੱਲਾਂ ਨੂੰ ਸਮਝਣ ਦਾ ਯਤਨ ਕਰਾਂਗੇ। ਇੱਕ ਤਾਂ ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਦੂਸਰੀ ਗੱਲ ਗੁਰ ਸੰਗਤ ਕੀਨੀ ਖਾਲਸਾ। ਤੇ ਤੀਸਰੀ ਗੱਲ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿੰਨਾ ਚਿਰ ਤੱਕ ਇਹਨਾਂ ਤਿੰਨਾਂ ਗੱਲਾਂ ਨੂੰ ਸਮਝਦੇ ਨਹੀਂ ਔਰ ਇਹਨਾਂ ਦੇ ਵਿੱਚ ਜਿਹੜਾ ਸੰਬੰਧ ਹੈ ਉਸ ਨੂੰ ਜਾਣਦੇ ਨਹੀਂ, ਉਹਨਾਂ ਚਿਰ ਤੱਕ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਖਾਲਸਾ ਸ਼ਬਦ ਦੀ ਪਰਿਭਾਸ਼ਾ ਨੂੰ ਸਮਝਿਆ ਨਹੀਂ ਜਾ ਸਕਦਾ। ਸੋ ਪਹਿਲੀ ਗੱਲ ਤੇ ਖਾਲਸਾ ਮੇਰੋ ਪਿੰਡ ਪ੍ਰਾਣ। ਪਿੰਡ ਦਾ ਅਰਥ ਸਰੀਰ ਵੀ ਹੁੰਦਾ ਹੈ, ਔਰ ਇੱਥੇ ਸਰੀਰ ਕਰਕੇ ਹੈ ਪ੍ਰਾਣ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਜੀਉਣ ਦਾ ਆਧਾਰ। ਅੱਗੇ ਖਾਲਸਾ ਮੇਰੀ ਜਾਨ ਕੀ ਜਾਨ। ਇਹ ਸਭ ਤੋਂ ਅਹਿਮ ਗੱਲ ਹੈ ਔਰ ਇਸ ਨੂੰ ਹੀ ਸਮਝਣਾ ਜ਼ਰੂਰੀ ਹੈ। ਜਾਨ ਕੀ ਜਾਨ। ਹੁਣ ਜਾਨ ਜੋਤ ਹੈ ਤੇ ਗੁਰੂ ਦੀ ਜੋਤ ਸ਼ਬਦ ਹੈ, ਤੇ ਉਸ ਸ਼ਬਦ ਦਾ ਜਿਹੜਾ ਸੰਬੰਧ ਹੈ ਉਹ ਵੀ ਖਾਲਸੇ ਦੇ ਨਾਲ ਹੈ। ਭਾਵ ਇਹ ਹੈ ਕਿ ਜਿਹੜਾ ਰਹਿਬਰ ਮੇਰਾ ਹੈ ਉਹੀ ਰਹਿਬਰ ਜਿਹੜਾ ਖਾਲਸੇ ਦਾ ਹੈ। ਜਿਹੜੀ ਮੈਂ ਗੱਲ ਕੀਤੀ ਸੀ ਕਿ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਜਿਹੜੀ ਜਾਨ ਮੇਰੀ ਹੈ, ਜਿਹੜੇ ਪ੍ਰਾਣ ਮੇਰੇ ਨੇ, ਉਹੀ ਪ੍ਰਾਣ ਤੇ ਜਾਨ ਜਿਹੜੇ ਨੇ ਉਹ ਖਾਲਸੇ ਦੇ। ਪਰ ਇਹਦੇ ਵਿੱਚ ਇੱਕ ਦਰਜਾ ਬੜਾ ਉੱਚਾ ਦੇ ਦਿੱਤਾ। ਉਸ ਦਰਜੇ ਨੂੰ ਇਤਿਹਾਸ ਦੇ ਵਰਤਾਰਿਆਂ ਦੇ ਵਿੱਚੋਂ ਸਮਝਿਆ ਜਾ ਸਕਦਾ। ਜੇ ਉਸ ਗੁਰਦੇਵ ਪਾਤਸ਼ਾਹ ਦੀ ਜੋਤ ਸ਼ਬਦ ਹੈ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਜੇ ਜੋਤ ਜਾਨ ਹੈ ਤੇ ਖਾਲਸਾ ਜਾਨ ਕੀ ਜਾਨ ਹੈ।
ਹੁਣ ਤੁਸੀਂ ਇਸ ਨੂੰ ਇਤਿਹਾਸ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ। ਜਿਸ ਵੇਲੇ ਦਰਬਾਰ ਸਾਹਿਬ ਦੇ ਉੱਪਰ ਅਹਿਮਦ ਸ਼ਾਹ ਅਬਦਾਲੀ ਦੇ ਦਲਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀਆਂ ਸਮੇਤ ਜਦੋਂ ਲੜਨ ਦਾ ਪ੍ਰਣ ਕਰਦੇ ਨੇ ਕਿ ਸ਼ਹਾਦਤ ਪ੍ਰਾਪਤ ਕਰਨੀ ਹੈ, ਕਿਉਂਕਿ ਪਤਾ ਹੈ ਕਿ ਇੰਨੀ ਹਜ਼ਾਰਾਂ ਦੀ ਫੌਜ ਦੇ ਅੱਗੇ ਜਿੱਤਿਆ ਤਾਂ ਨਹੀਂ ਜਾ ਸਕਦਾ, ਪਰ ਸ਼ਹੀਦ ਤਾਂ ਹੋਇਆ ਜਾ ਸਕਦਾ ਹੈ। ਸ਼ਹਾਦਤ ਦਾ ਮੰਤਵ ਕੀ ਹੈ ਕਿ ਆਪਣੇ ਜਿਉਂਦੇ ਜੀ ਅੱਖਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਵੇਖਾਂਗੇ। ਹੁਣ ਇਹ ਕੁਝ ਸ਼ਬਦ ਉਹ ਜਿਹੜੇ ਉਦੋਂ ਵਰਤਦੇ ਨੇ ਜਦੋਂ ਉਹ ਪ੍ਰਣ ਕਰਦੇ ਨੇ ਕਿ ਜੂਝਣਾ ਹੈ ਤੇ ਸ਼ਹਾਦਤ ਦੇਣੀ ਹੈ, ਉਹਨਾਂ ਸ਼ਬਦਾਂ ਦੇ ਵਿੱਚੋਂ ਜਾਨ ਕੀ ਜਾਨ ਸ਼ਬਦ ਦੇ ਅਰਥ ਸਮਝਣ ਦੇ ਸਾਨੂੰ ਸੌਖੇ ਹੋ ਜਾਣਗੇ। ਉਹ ਕਹਿੰਦੇ ਪੰਥ ਜੋ ਰਹਾ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਜੋ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਇਹਦਾ ਮਤਲਬ ਕਿ ਪੰਥ ਤੇ ਗ੍ਰੰਥ ਦਾ ਐਸਾ ਰਿਸ਼ਤਾ ਹੈ ਕਿ ਜੇਕਰ ਪੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪਈ ਹੈ ਨਾ, ਤੇ ਉਸ ਵਿਚਾਰਧਾਰਾ ਨੂੰ ਅੱਗੇ ਫੈਲਾਉਣ ਦੇ ਵਾਸਤੇ ਵੀ ਗ੍ਰੰਥ ਦੀ ਵਿਚਾਰਧਾਰਾ ਨੇ ਜੇਕਰ ਪ੍ਰਵਾਹਿਤ ਹੋਣਾ ਤੇ ਪੰਥ ਦੀ ਲੋੜ ਹੈ। ਪੰਥ ਔਰ ਜਿਹੜਾ ਗ੍ਰੰਥ ਹੈ ਇਸ ਦਾ ਰਿਸ਼ਤਾ ਤੋੜਿਆ ਨਹੀਂ ਜਾ ਸਕਦਾ। ਔਰ ਸਭ ਤੋਂ ਵੱਡੀ ਗੱਲ ਕਿ ਗੁਰਦੇਵ ਪਾਤਸ਼ਾਹ ਦਾ ਉਸ ਦਰਜੇ ਤੇ ਜਾ ਕੇ ਇਸ ਗੱਲ ਨੂੰ ਕਹਿ ਦੇਣਾ ਕਿ ਜਾਨ ਕੀ ਜਾਨ, ਕਿ ਮੇਰਾ ਜਿਹੜਾ ਗੁਰੂ ਉਹ ਅਕਾਲ ਪੁਰਖ ਤੇ ਅਕਾਲ ਪੁਰਖ ਦੀ ਰੂਹ 'ਚ ਵਸਦਾ ਹੈ ਖਾਲਸਾ। ਇਹਦੇ ਮਤਲਬ ਕੀ ਹੋਇਆ ਕਿ ਖਾਲਸਾ ਜੇ ਜਾਨ ਕੀ ਜਾਨ ਹੈ ਤੇ ਉਹਦੇ ਕੋਲ ਗੁਰ ਪਰਮੇਸ਼ਰ ਇੱਕੋ ਜਾਣ ਦੀ ਵਿਚਾਰਧਾਰਾ ਦਾ ਸੰਕਲਪ ਹੈ, ਕਿਉਂਕਿ ਸਾਡੇ ਵਾਸਤੇ ਗੁਰੂ ਹੀ ਪਰਮੇਸ਼ਰ ਹੈ। ਤੇ ਜਦੋਂ ਸਾਡੀ ਪਾਵਨ ਗੁਰਬਾਣੀ ਇਹ ਗੱਲ ਕਹਿ ਦਿੰਦੀ ਹੈ ਗੁਰ ਪਰਮੇਸ਼ਰ ਇੱਕੋ ਜਾਣ, ਤੇ ਫਿਰ ਗੁਰੂ ਤੇ ਪਰਮੇਸ਼ਰ ਇਹਦੀ ਜਿਹੜੀ ਵਿਚਾਰਧਾਰਾ ਦਾ ਅੰਸ਼ ਹੈ ਖਾਲਸੇ ਦੇ ਵਿੱਚ ਹੈ। ਸਮਝਣ ਦੇ ਵਾਸਤੇ ਮੈਂ ਤੁਹਾਡੇ ਨਾਲ ਦਿੱਲੀ ਦੀ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਹਾਂ। ਸ਼ੇਖ ਫਰੀਦ ਸਾਹਿਬ ਜਿਨ੍ਹਾਂ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਪੰਜਾਬੀ ਦੇ ਵਿੱਚ ਐਸੀ ਰਚਨਾ ਹੈ ਜਿਸ ਨੂੰ ਬੜੇ ਸੌਖਿਆਂ ਸਮਝਿਆ ਜਾ ਸਕਦਾ ਹੈ। ਫਰੀਦ ਸਾਹਿਬ ਦੀ ਬਾਣੀ ਬਹੁਤ ਸਾਰੇ ਗੁਰਸਿੱਖ ਬਜ਼ੁਰਗ ਐਸੇ ਨੇ ਜਿਨ੍ਹਾਂ ਨੂੰ ਤਕਰੀਬਨ ਫਰੀਦ ਸਾਹਿਬ ਦੇ ਸ਼ਲੋਕ ਜਿਹੜੇ ਨੇ ਉਹ ਜ਼ਬਾਨੀ ਕੰਠ ਨੇ, ਕਿਉਂਕਿ ਉਹਨਾਂ ਦਾ ਲਿਖਣ ਦਾ ਢੰਗ, ਉਹਨਾਂ ਦੀ ਸ਼ੈਲੀ ਜਾਂ ਫਿਰ ਉਹਨਾਂ ਦਾ ਬੜਾ ਆਸਾਨ ਜਿਹਾ ਤਰੀਕਾ ਜਿਹੜਾ ਉਹ ਤਕਰੀਬਨ ਕਿਤੇ ਨਾ ਕਿਤੇ ਉਹਨੂੰ ਸਮਝਣਾ ਤੇ ਯਾਦਦਾਸ਼ਤ ਦੇ ਵਿੱਚ ਰੱਖਣਾ ਸੌਖਾ ਹੈ। ਅਜੇ ਉਹਨਾਂ ਦੀ ਜਵਾਨੀ ਦੀ ਉਮਰ ਹੈ ਤੇ ਉਹਨਾਂ ਦੇ ਜਿਹੜੇ ਮੁਰਸ਼ਿਦ ਸੀ ਉਹਨਾਂ ਦੇ ਕੋਲ ਬੈਠੇ ਨੇ। ਉਹਨਾਂ ਦੇ ਮੁਰਸ਼ਿਦ ਸਨ ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਇਹਨਾਂ ਦੇ ਕੋਲ ਬੈਠੇ ਸੀ। ਜਦੋਂ ਆਪਸ ਦੇ ਵਿੱਚ ਕੋਈ ਵਿਚਾਰ ਕਰ ਰਹੇ ਨੇ ਤੇ ਉਧਰੋਂ ਜਿਹੜੇ ਖਵਾਜਾ ਬਖਤਿਆਰ ਕਾਕੀ ਦੇ ਮੁਰਸ਼ਿਦ ਸੀ ਉਹ ਵੀ ਉੱਥੇ ਪਹੁੰਚ ਗਏ। ਉਹ ਸੀ ਖਵਾਜਾ ਮਈਉਦੀਨ ਅਜਮੇਰ ਵਾਲੇ। ਹੁਣ ਉੱਥੇ ਤਿੰਨ ਬੈਠੇ ਨੇ, ਇੱਕ ਤਾਂ ਮੁਰੀਦ ਬੈਠਾ ਹੈ ਫਰੀਦ ਸਾਹਿਬ, ਇੱਕ ਉਹਨਾਂ ਦੇ ਮੁਰਸ਼ਿਦ ਬੈਠੇ ਨੇ ਬਖਤਿਆਰ ਕਾਕੀ, ਇੱਕ ਬਖਤਿਆਰ ਕਾਕੀ ਦੇ ਮੁਰਸ਼ਿਦ ਬੈਠੇ ਨੇ ਮੋਇਨਉਦੀਨ ਚਿਸ਼ਤੀ। ਤੇ ਜਦੋਂ ਮੋਇਨਉਦੀਨ ਚਿਸ਼ਤੀ ਫਰੀਦ ਸਾਹਿਬ ਨੂੰ ਵੇਖਦੇ ਨੇ ਨਾ ਤੇ ਇੱਕ ਗੱਲ ਕਹਿੰਦੇ ਨੇ ਖਵਾਜਾ ਬਖਤਿਆਰ ਕਾਕੀ ਨੂੰ, ਕਹਿੰਦੇ ਇਹ ਬਾਜ ਹੈ। ਫਰੀਦ ਸਾਹਿਬ ਨੂੰ ਵੇਖ ਕੇ ਪਤਾ ਕੀ ਕਹਿੰਦੇ? ਕਹਿੰਦੇ ਇਹ ਬਾਜ ਹੈ ਤੇ ਇਹਨੇ ਸਵਰਗ ਤੋਂ ਪਿੱਛੇ ਆਪਣਾ ਆਲਣਾ ਨਹੀਂ ਬਣਾਉਣਾ। ਇਹ ਬਾਜ ਹੈ ਤੇ ਇਹਨੇ ਸਵਰਗ ਤੋਂ ਪਿੱਛੇ ਆਪਣਾ ਆਲਣਾ ਨਹੀਂ ਬਣਾਉਣਾ। ਇਸ ਕਰਕੇ ਇਹਦੀ ਝੋਲੀ ਦੇ ਵਿੱਚ ਰਹਿਮਤ ਪਾ ਦੇਵੀਂ, ਇਹਨੂੰ ਆਸ਼ੀਰਵਾਦ ਦੇ ਦੇਵੀਂ। ਉਹਦਾ ਮਤਲਬ ਕਿ ਫਰੀਦ ਸਾਹਿਬ ਦੇ ਆਤਮਿਕ ਓਜ ਨੂੰ ਜਾਂ ਰੂਹਾਨੀਅਤ ਨੂੰ ਮੁਰਸ਼ਿਦ ਦਾ ਮੁਰਸ਼ਿਦ ਪਹਿਲਾਂ ਪਛਾਣਦਾ ਹੈ ਤੇ ਆਪਣੇ ਮੁਰਸ਼ਿਦ ਨੂੰ ਕਹਿੰਦਾ ਕਿ ਇਸ ਨੂੰ ਆਸ਼ੀਰਵਾਦ ਦੇ ਦੇਵੀਂ। ਤੇ ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਤੁਹਾਡੇ ਹੁੰਦਿਆਂ ਮੇਰੀ ਕੀ ਔਕਾਤ ਕਿ ਮੈਂ ਆਸ਼ੀਰਵਾਦ ਦੇਵਾਂ। ਹੁਣ ਇੱਕ ਮੁਰੀਦ ਦਾ ਮੁਰਸ਼ਿਦ ਦਾ ਮੁਰਸ਼ਿਦ, ਤਿੰਨ ਉੱਥੇ ਬੈਠੇ ਨੇ। ਤੁਹਾਡੇ ਹੁੰਦਿਆਂ ਮੇਰੀ ਕੀ ਔਕਾਤ ਕਿ ਮੈਂ ਆਸ਼ੀਰਵਾਦ ਦੇ ਦੇਵਾਂ। ਤੇ ਕਹਿੰਦੇ ਚੱਲ ਫਿਰ ਦੋਵੇਂ ਹੀ ਇਹਦੇ ਸਿਰ ਤੇ ਹੱਥ ਰੱਖ ਦਿੰਦੇ। ਜਦੋਂ ਦੋਵੇਂ ਫਰੀਦ ਸਾਹਿਬ ਦੇ ਸਿਰ ਤੇ ਹੱਥ ਰੱਖਦੇ ਨੇ ਨਾ ਤੇ ਫਰੀਦ ਸਾਹਿਬ ਬੜੇ ਪਿਆਰੇ ਸ਼ਬਦਾਂ ਵਿੱਚ ਕਹਿੰਦੇ ਨੇ
ਕਹਿੰਦੇ ਮੈਂ ਕਿੰਨਾ ਭਾਗਾ ਵਾਲਾ ਹਾਂ ਕਿ ਮੇਰੇ ਸਿਰ ਦੇ ਉੱਪਰ ਮੇਰੇ ਮੁਰਸ਼ਿਦ ਤੇ ਮੇਰੇ ਮੁਰਸ਼ਿਦ ਦੇ ਮੁਰਸ਼ਿਦ ਦਾ ਹੱਥ ਹੈ। ਸੋ ਇਹ ਗੱਲ ਹੋ ਗਈ ਨਾ ਕਿ ਜਦੋਂ ਗੁਰ ਪਰਮੇਸ਼ਰ ਇੱਕੋ ਜਾਣ ਦੀ ਵਿਚਾਰਧਾਰਾ ਹੈ ਤੇ ਖਾਲਸੇ ਦਾ ਦਰਜਾ ਕਿੰਨਾ ਉੱਚਾ ਹੈ ਕਿ ਪਾਤਸ਼ਾਹ ਕਹਿ ਰਹੇ ਨੇ ਖਾਲਸਾ ਮੇਰੀ ਜਾਨ ਕੀ ਜਾਨ ਔਰ ਖਾਲਸਾ ਮੇਰੋ ਪਿੰਡ ਪ੍ਰਾਣ। ਹੁਣ ਖਾਲਸੇ ਨੇ ਆਪਣੇ ਵਜੂਦ ਨੂੰ ਕਿਸ ਨੁਕਤਾ ਨਿਗਾਹ ਤੋਂ ਵੇਖਣਾ। ਹੁਣ ਦੂਜੀ ਗੱਲ ਇਹ ਆ ਗਈ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹਨੂੰ ਸਮਝਣਾ ਬਹੁਤ ਜ਼ਰੂਰੀ ਵੀ ਹੈ ਤੇ ਅਹਿਮ ਵੀ ਹੈ। ਅਹਿਮ ਇਸ ਕਰਕੇ ਹੈ ਕਿ ਜਦੋਂ ਅਸੀਂ ਖਾਸ ਕਰਕੇ ਮੈਂ ਕਈ ਵਾਰੀ ਵਿਦੇਸ਼ਾਂ ਦੇ ਵਿੱਚ ਹੁੰਦਾ ਤਾਂ ਉੱਥੇ ਸਟੂਡੈਂਟਸ ਦੀ ਮੰਗ ਹੁੰਦੀ ਹੈ ਕਿ ਸਾਨੂੰ ਅੰਗਰੇਜ਼ੀ ਦੇ ਵਿੱਚ ਇਤਿਹਾਸ ਦੱਸ ਦਿਓ। ਇਤਿਹਾਸ ਕਿਸੇ ਵੀ ਕੌਮ ਦਾ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਸਮਝਾਇਆ ਤੇ ਜਾ ਸਕਦਾ, ਉਹਦੇ 'ਚ ਜਜ਼ਬਾਤ ਨਹੀਂ ਪੈਦਾ ਕੀਤੇ ਜਾ ਸਕਦੇ। ਬਾਈਬਲ ਨੂੰ ਪੜ੍ਹਨ ਦਾ ਮਜ਼ਾ ਤੁਹਾਨੂੰ ਹੀਬਰੂ ਦੇ ਵਿੱਚ ਹੀ ਆਵੇਗਾ, ਉਹ ਤੁਹਾਨੂੰ ਪੰਜਾਬੀ ਦੇ ਵਿੱਚ ਬਾਈਬਲ ਚੰਗੀ ਨਹੀਂ ਲੱਗਦੀ। ਕੁਰਾਨ ਸ਼ਰੀਫ ਨੂੰ ਤੁਸੀਂ ਅਰਬੀ ਦੇ ਵਿੱਚ ਹੀ ਸਮਝ ਸਕਦੇ ਹੋ, ਪੰਜਾਬੀ ਦੇ ਵਿੱਚ ਉਲਥਾ ਕਰ ਵੀ ਲਓ ਤੁਹਾਡੀ ਲੜੀ ਬੱਧਤਾ ਹੀ ਨਹੀਂ ਬਣਦੀ ਉਹਦੇ ਨਾਲ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਮੁਖੀ ਦੇ ਵਿੱਚ ਹੀ ਸਮਝਿਆ ਜਾ ਸਕਦਾ ਹੈ ਤੇ ਇਤਿਹਾਸ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਹੀ ਪ੍ਰਗਟਾਇਆ ਜਾ ਸਕਦਾ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਸਾਕਾ ਚਮਕੌਰ ਤੁਹਾਨੂੰ ਅੰਗਰੇਜ਼ੀ 'ਚ ਸੁਣਾ ਤੇ ਦੇਵਾਂ, ਪਰ ਉਸ ਜੰਗ ਨੂੰ ਸੁਣ ਕੇ ਤੁਹਾਡੀ ਜ਼ੁਬਾਨ ਤੇ ਜਕਾਰਾ ਨਹੀਂ ਆਉਣਾ, ਕਿਉਂਕਿ ਜਜ਼ਬਾਤ ਹੀ ਨਹੀਂ ਜੁੜੇ ਮਾਂ ਬੋਲੀ ਵਾਲੇ। ਮਾਂ ਬੋਲੀ ਦੀ ਅਹਿਮੀਅਤ ਹੈ। ਜਿੰਨਾ ਚਿਰ ਤੱਕ ਤੁਸੀਂ ਆਪਣੀ ਵਿਚਾਰਧਾਰਾ ਨੂੰ, ਹੁਣ ਤੁਸੀਂ ਵੇਖੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਹੋਲੀ ਬੁੱਕ ਨਹੀਂ ਕਹਿ ਸਕਦੇ, ਅਸੀਂ ਲੰਗਰ ਨੂੰ ਹੋਲੀ ਕਿਚਨ ਨਹੀਂ ਕਹਿ ਸਕਦੇ, ਪਰ ਸਾਡੇ ਕੋਲ ਉਸ ਤੋਂ ਬਿਨਾਂ ਸ਼ਬਦ ਵੀ ਕੋਈ ਨਹੀਂ। ਉਹਦਾ ਕਾਰਨ ਕੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਕਿਤੇ ਨਾ ਕਿਤੇ ਛੱਡ ਰਹੇ ਹਾਂ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਨੂੰ ਆਪਣੇ 52 ਬਚਨਾਂ 'ਚ ਇੱਕ ਗੱਲ ਕਰਦੇ ਨੇ, ਉਹ ਕਹਿੰਦੇ ਨੇ ਕਿ ਹੋਰ ਨਾ ਅਨਮਤਾਂ ਦੇ ਗ੍ਰੰਥ ਔਰ ਭਾਸ਼ਾ ਪੜ੍ਹਨੀ ਔਰ ਸਿੱਖਣੀ, ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਰੱਖਣਾ। ਇਹਦਾ ਮਤਲਬ ਕੀ ਹੈ ਕਿ ਸਾਨੂੰ ਅੰਗਰੇਜ਼ੀ ਆਵੇ, ਪਰਸ਼ੀਅਨ ਆਵੇ, ਅਰੈਬਿਕ ਆਵੇ, ਫਰੈਂਚ ਆਵੇ, ਕੋਈ ਵੀ ਭਾਸ਼ਾ ਆਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਘਰਾਂ ਦੇ ਵਿੱਚੋਂ ਸਾਡੀ ਗੁਰਮੁਖੀ ਤੇ ਪੰਜਾਬੀ ਖਤਮ ਹੋ ਜਾਵੇ। ਔਰ ਇਹ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ। ਕਿਸੇ ਵੀ ਕੌਮ ਦੇ ਧਾਰਮਿਕ ਗ੍ਰੰਥ ਤੇ ਤਾਰੀਖ ਦੇ ਸਰੋਤਾਂ ਦੀ ਭਾਸ਼ਾ ਤੇ ਬੋਲੀ ਦਾ ਉਸ ਕੌਮ ਦੇ ਵਿੱਚ ਖਤਮ ਹੋ ਜਾਣਾ ਸਭ ਤੋਂ ਜ਼ਿਆਦਾ ਨੁਕਸਾਨਦੇਹ ਹੁੰਦਾ। ਔਰ ਅੱਜ ਸਾਡਾ ਹੋ ਰਿਹਾ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ, ਰੂਸ ਦੀ ਭਾਸ਼ਾ ਦੇ ਵਿੱਚ ਲਿਖੀ ਗਈ ਰਸੂਲ ਹਮਜ਼ਾ ਤਾਊ ਦੀ ਕਿਤਾਬ, ਉਹਦੇ ਵਿੱਚ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ, ਮੇਰਾ ਦਾਗਿਸਤਾਨ ਕਿਤਾਬ ਦਾ ਨਾਮ ਹੈ। ਉਹਦੇ ਵਿੱਚ ਉਹ ਆਪਣੇ ਕਬੀਲੇ ਦੀ ਇੱਕ ਘਟਨਾ ਦਾ ਜ਼ਿਕਰ ਕਰਦਾ ਹੈ, ਪਰ ਮੈਂ ਆਸ ਕਰਦਾ ਕਿ ਤੁਸੀਂ ਉਸ ਘਟਨਾ ਦੇ ਵਿੱਚੋਂ ਇਹ ਮਹਿਸੂਸ ਜ਼ਰੂਰ ਕਰੋਗੇ ਕਿ ਸਾਡੀ ਗੋਦ ਦੇ ਵਿੱਚ ਖੇਡ ਰਹੇ ਕੌਮ ਦੇ ਭਵਿੱਖ ਨੂੰ ਕਿਹੜੀ ਬੋਲੀ ਦੀ ਲੋੜ ਹੈ। ਮਾਂ ਬੋਲੀ ਦੀ ਲੋੜ ਹੈ ਕਿ ਕਿਸੇ ਗੈਰ ਦੀ ਬੋਲੀ ਦੀ ਲੋੜ ਹੈ। ਉਹ ਕਹਿੰਦਾ ਹੈ ਕਿ ਮੇਰੇ ਕਬੀਲੇ ਦਾ ਇੱਕ ਨੌਜਵਾਨ ਰੁਜ਼ਗਾਰ ਦੇ ਵਾਸਤੇ ਕਬੀਲੇ ਦੇ ਵਿੱਚੋਂ ਬਾਹਰ ਗਿਆ। 1 ਸਾਲ 2 ਸਾਲ 3 ਸਾਲ 4 ਸਾਲ ਉਡੀਕਿਆ ਗਿਆ, ਘਰ ਵਾਪਸ ਨਾ ਆਇਆ। ਉਹਨਾਂ ਸਮਿਆਂ ਦੇ ਵਿੱਚ ਨਾ ਤੇ ਕੋਈ ਫੋਨ ਤੇ ਨਾ ਕੋਈ ਸੰਚਾਰ ਦਾ ਪ੍ਰਬੰਧ। 2-3 ਸਾਲ ਬਾਅਦ ਉਡੀਕਣ ਤੋਂ ਪਰਿਵਾਰ ਨੇ ਇਹ ਸੋਚ ਕੇ ਸਬਰ ਕਰ ਲਿਆ ਕਿ ਜਾਂ ਤਾਂ ਕਮਾਈ ਕਰਨ ਜਾਂਦਾ ਕਿਸੇ ਨੇ ਮਾਰ ਦਿੱਤਾ, ਜਾਂ ਜੰਗਲ ਦੇ ਵਿੱਚ ਕਿਸੇ ਜਾਨਵਰ ਨੇ ਖਤਮ ਕਰ ਦਿੱਤਾ, ਤੇ ਜਾਂ ਜਦੋਂ ਕਮਾਈ ਕਰਕੇ ਵਾਪਸ ਆ ਰਿਹਾ ਹੋਵੇਗਾ ਉਦੋਂ ਕਿਸੇ ਨੇ ਲੁੱਟਦਿਆਂ ਮਾਰ ਦਿੱਤਾ ਹੈ। ਭਾਵ ਕਿ ਘਰ ਦੇ ਵਿੱਚ ਉਸ ਦੀਆਂ ਅੰਤਮ ਰਸਮਾਂ ਕਰ ਦਿੱਤੀਆਂ ਗਈਆਂ। ਵਿਛੋੜੇ ਦੇ ਵਿੱਚ ਬਾਪ ਵੀ ਜਾਂਦਾ ਰਿਹਾ, ਬਜ਼ੁਰਗ ਮਾਂ ਰੋ ਰੋ ਕੇ ਬੁਰਾ ਹਾਲ। ਰਸੂਲ ਕਹਿੰਦਾ ਕਿ ਮੈਂ ਯੂਰਪ ਗਿਆ ਤੇ ਕਹਿੰਦਾ ਮੈਂ ਪੈਰਿਸ ਦੇ ਵਿੱਚ, ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਕਹਿੰਦਾ ਮੈਂ ਘੁੰਮ ਰਿਹਾ ਸੀ ਤੇ ਕਹਿੰਦਾ ਕੁਦਰਤਨ ਇੱਕ ਦੁਕਾਨ ਦੇ ਉੱਪਰ ਮੇਰੀ ਜ਼ੁਬਾਨ 'ਚੋਂ ਆਪਣੀ ਬੋਲੀ ਦਾ ਇੱਕ ਸ਼ਬਦ ਨਿਕਲ ਗਿਆ ਕਿ ਮੈਂ ਫਰੈਂਚ ਨਾ ਬੋਲੀ, ਮੈਂ ਆਪਣੇ ਕਬੀਲੇ ਦੀ ਬੋਲੀ ਦਾ ਇੱਕ ਸ਼ਬਦ ਬੋਲਿਆ। ਤੇ ਕਹਿੰਦਾ ਮੇਰੇ ਪਿੱਛੇ ਖੜਾ ਵਿਅਕਤੀ ਮੇਰੇ ਮੋਢੇ ਤੇ ਹੱਥ ਮਾਰ ਕੇ ਕਹਿੰਦਾ ਤੂੰ ਦਾਗਿਸਤਾਨ ਦਾ ਰਹਿਣ ਵਾਲਾ? ਕਹਿੰਦਾ ਮੈਂ ਕਿਹਾ ਹਾਂ। ਕਹਿੰਦਾ ਤੇਰਾ ਨਾਮ? ਕਹਿੰਦਾ ਰਸੂਲ। ਕਹਿੰਦਾ ਪਛਾਣਿਆ ਨਹੀਂ ਮੈਨੂੰ? ਮੈਂ ਉਹੀ ਹਾਂ ਜਿਹੜਾ ਰੁਜ਼ਗਾਰ ਦੇ ਵਾਸਤੇ ਘਰੋਂ ਆਇਆ ਸੀ।
ਕਹਿੰਦਾ ਉਹ ਮੈਨੂੰ ਆਪਣੇ ਘਰ ਲੈ ਕੇ ਗਿਆ। ਉਹ ਉਹੀ ਮੇਰੇ ਕਬੀਲੇ ਦਾ ਨੌਜਵਾਨ ਸੀ ਜਿਹੜਾ ਰੁਜ਼ਗਾਰ ਦੇ ਵਾਸਤੇ ਕਬੀਲੇ 'ਚੋਂ ਬਾਹਰ ਆਇਆ ਸੀ, ਪਰ ਅੱਜ ਉਹ ਕਹਿੰਦਾ ਫਰਾਂਸ ਦੇ ਵਿੱਚ ਸੀ। ਮੈਨੂੰ ਆਪਣੇ ਘਰ ਲੈ ਗਿਆ। ਕਹਿੰਦਾ ਹੁਣ ਉਹਨੇ ਸਾਡੇ ਕਬੀਲੇ ਦੇ ਕੱਪੜੇ ਨਹੀਂ ਸੀ ਪਾਏ, ਮੈਂ ਤਾਂ ਨਾ ਪਛਾਣਿਆ। ਕਹਿੰਦਾ ਜਦੋਂ ਮੈਂ ਘਰ ਗਿਆ ਤੇ ਉਹਦੀ ਘਰ ਵਾਲੀ ਵੀ ਫਰੈਂਚ, ਉਸਦੇ ਬੱਚੇ ਵੀ ਫਰੈਂਚ ਬੋਲ ਰਹੇ ਸੀ। ਕਹਿੰਦਾ ਕਬੀਲੇ ਦੀ ਬੋਲੀ ਜਿਹੜੀ ਉਹ ਵੀ ਖਤਮ ਹੋ ਚੁੱਕੀ ਸੀ। ਕਹਿੰਦਾ ਮੈਂ ਉਸ ਨੂੰ ਮਿਲਿਆ। ਮੈਂ ਵਾਪਸ ਜਦੋਂ ਆਪਣੇ ਕਬੀਲੇ ਦੇ ਵਿੱਚ ਆਇਆ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਮੈਂ ਉਸ ਲੜਕੇ ਦੇ ਘਰ ਗਿਆ। ਤੇ ਫਿਰ ਉਹ ਦੱਸਦਾ, ਕਹਿੰਦਾ ਜਦੋਂ ਉਸ ਮਾਂ ਨੂੰ ਜਾ ਕੇ ਮੈਂ ਦੱਸਿਆ ਕਿ ਮਾਂ 40 ਸਾਲ ਪਹਿਲਾਂ ਤੇਰਾ ਪੁੱਤ ਜਿਹੜਾ ਗਿਆ ਸੀ ਉਹ ਜਿਉਂਦਾ ਹੈ। ਕਹਿੰਦਾ ਮਾਂ ਦੀ ਖੁਸ਼ੀ ਦਾ ਟਿਕਾਣਾ ਕੋਈ ਹੈ? ਤੁਸੀਂ ਸ਼ਬਦਾਂ 'ਚ ਬਿਆਨ ਕਰ ਸਕਦੇ ਹੋ ਕਿ ਇੱਕ ਮਾਂ ਜਿਹੜੀ 40 ਸਾਲ ਤੋਂ ਸਬਰ ਕਰ ਚੁੱਕੀ ਹੈ ਕਿ ਮੇਰਾ ਪੁੱਤ ਜਿਹੜਾ ਉਹ ਮਰ ਚੁੱਕਾ ਹੈ, ਉਹਨੂੰ ਖਬਰ ਮਿਲਦੀ ਹੈ ਕਿ ਉਹਦਾ ਪੁੱਤ ਜਿਉਂਦਾ ਹੈ। ਕਹਿੰਦਾ ਮੈਂ ਕਿਹਾ ਮਾਂ ਤੇਰਾ ਪੁੱਤ ਹੀ ਨਹੀਂ ਜਿਉਂਦਾ, ਉਸ ਦਾ ਵਿਆਹ ਵੀ ਹੋ ਚੁੱਕਾ ਹੈ, ਤੇਰੀ ਨੂੰਹ ਵੀ ਹੈ, ਤੇਰੇ ਪੋਤਰੇ ਤੇ ਪੋਤਰੀ ਵੀ ਹੈ। ਹੁਣ ਤੇ ਤੇਰਾ ਪੁੱਤਰ ਉੱਥੋਂ ਦਾ ਪਹਿਰਾਵਾ ਪਾਉਂਦਾ ਹੈ, ਉਹ ਹੁਣ ਸਾਡੀ ਦਸਤਾਰ ਨਹੀਂ ਸਜਾਉਂਦਾ। ਉਸ ਕਬੀਲੇ ਦਾ ਰਿਵਾਜ ਸੀ ਦਸਤਾਰ ਸਜਾਉਣੀ, ਉਹ ਸਾਡੀ ਦਸਤਾਰ ਨਹੀਂ ਸਜਾਉਂਦਾ, ਉਹ ਹੁਣ ਉੱਥੋਂ ਦਾ ਪਹਿਰਾਵਾ ਪਹਿਨਦਾ ਹੈ। ਤੇ ਕਹਿੰਦਾ ਹੁਣ ਉਹ ਸਾਡੀ ਬੋਲੀ ਵੀ ਨਹੀਂ ਬੋਲਦਾ, ਸਾਡੀ ਗੁਫ਼ਤਾਰ ਜਿਹੜੀ ਹੈ ਨਾ ਉਹ ਵੀ ਹੁਣ ਉਹ ਨਹੀਂ ਹੈ, ਉਹਦੀ ਹੁਣ ਆਪਣੀ ਬੋਲੀ ਹੈ। ਤੇ ਕਹਿੰਦਾ ਮਾਂ ਉੱਚੀ ਰੋ ਕੇ ਕਹਿੰਦੀ ਅੱਗੇ ਤੇ ਨਹੀਂ ਸੀ ਮਰਿਆ, ਅੱਜ ਮਰ ਗਿਆ। ਅੱਗੇ ਤੇ ਨਹੀਂ ਸੀ ਮਰਿਆ, ਅੱਗੇ ਉਹ ਮੇਰੀਆਂ ਯਾਦਾਂ 'ਚ ਜਿਉਂਦਾ ਸੀ। ਮੈਂ ਉਸ ਦੀ ਤਸਵੀਰ ਨੂੰ ਵੇਖ ਕੇ ਸਮਝਦੀ ਸੀ ਕਿ ਮੇਰਾ ਪੁੱਤ ਬੇਸ਼ੱਕ ਜਾ ਚੁੱਕਾ ਹੈ, ਪਰ ਜਦੋਂ ਗਿਆ ਹੈ ਮੇਰੇ ਕਬੀਲੇ ਦੀਆਂ ਰਵਾਇਤਾਂ ਨੂੰ ਨਾਲ ਲੈ ਕੇ ਗਿਆ ਹੈ। ਪਰ ਜੇਕਰ ਜਿਉਂਦੇ ਜੀ ਉਸ ਨੇ ਆਪਣੇ ਕਬੀਲੇ ਦੀਆਂ ਰਵਾਇਤਾਂ ਤੇ ਬੋਲੀ ਨੂੰ ਛੱਡ ਦਿੱਤਾ ਤੇ ਪਹਿਲਾਂ ਨਹੀਂ ਸੀ ਮਰਿਆ ਪਰ ਅੱਜ ਮਰ ਗਿਆ। ਸੋ ਇਹਦਾ ਮਤਲਬ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਸਮਝਣਾ ਤੇ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ, ਹੁਣ ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਹਾਂ ਤੇ ਅਸੀਂ ਕੀ ਕਹਿੰਦੇ ਹਾਂ? ਬਰਥ ਆਫ ਖਾਲਸਾ, ਇਹੀ ਕਹਿੰਦੇ ਜੀ। ਅੰਗਰੇਜ਼ੀ ਦੇ ਵਿੱਚ ਜਦੋਂ ਵਿਸਾਖੀ ਦੇ ਸਾਡੇ ਪੋਸਟਰ ਛਪਦੇ ਨੇ ਉੱਥੇ ਬਰਥ ਆਫ ਖਾਲਸਾ ਪੰਥ ਲਿਖਿਆ ਜਾਂਦਾ। ਹੁਣ ਜਦੋਂ ਉਹੀ ਸਾਡੀ ਸ਼ਬਦਾਵਲੀ ਪੰਜਾਬੀ 'ਚ ਆਉਂਦੀ ਹੈ, ਅਸੀਂ ਕਹਿੰਦੇ ਖਾਲਸੇ ਦਾ ਜਨਮ ਦਿਹਾੜਾ, ਜਾਂ ਫਿਰ ਅਸੀਂ ਥੋੜ੍ਹੇ ਜਿਹੇ ਸੱਭਿਅਕ ਤੇ ਸੋਹਣੇ ਸ਼ਬਦਾਂ 'ਚ ਵਰਤਣਾ ਹੋਵੇ, ਅਸੀਂ ਕਹਿੰਦੇ ਖਾਲਸੇ ਦਾ ਸਿਰਜਣਾ ਦਿਵਸ। ਪਰ ਕੀ ਕਦੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਕਿ ਜਦੋਂ ਤੁਸੀਂ ਖਾਲਸੇ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ ਤੁਸੀਂ ਕੀ ਕਿਹਾ ਸੀ? ਤੇ ਪਾਤਸ਼ਾਹ ਕਹਿਣਗੇ ਨਾ ਤੇ ਮੈਂ ਜਨਮ ਕਿਹਾ ਤੇ ਨਾ ਮੈਂ ਸਾਜਣਾ ਕਿਹਾ, ਮੈਂ ਤੇ ਕਿਹਾ ਸੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਜਦੋਂ ਪ੍ਰਗਟ ਸ਼ਬਦ ਖਾਲਸੇ ਦੇ ਨਾਲ ਤੁਹਾਡੇ ਸਾਹਮਣੇ ਆਵੇਗਾ ਨਾ ਤੇ ਤੁਹਾਨੂੰ ਜੋਤ ਔਰ ਜੁਗਤ ਨੂੰ ਸਮਝਣਾ ਜਿਹੜਾ ਉਹ ਸੌਖਾ ਹੋ ਜਾਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਇਸ ਜਗਤ ਦੇ ਵਿੱਚ ਆਉਂਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਇੱਕ ਸ਼ਬਦ ਵਰਤਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਹੁਣ ਇਹ ਉਹਨਾਂ ਦੀ ਵਾਰ ਹੈ ਤੇ ਵਾਰ ਦੇ ਵਿੱਚ ਜੇਕਰ ਅਸੀਂ ਪੋਇਟਿਕ ਫਾਰਮ ਨੂੰ ਵੇਖੀਏ ਤੇ ਪ੍ਰਗਟਿਆ ਦੀ ਥਾਂ ਤੇ ਜਨਮਿਆ ਸ਼ਬਦ ਵੀ ਆ ਜਾਵੇ ਨਾ, ਕੋਈ ਅਸਰ ਨਹੀਂ ਪੈਂਦਾ। ਪੋਇਟਿਕ ਫਾਰਮ ਤੇ ਕੋਈ ਅਸਰ ਨਹੀਂ ਪੈਂਦਾ, ਅਸਰ ਪੈਂਦਾ ਸਾਡੀ ਵਿਚਾਰਧਾਰਾ ਤੇ। ਕਿਵੇਂ ਕਿ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ, ਤੇ ਫਿਰ ਭੱਟ ਸਾਹਿਬਾਨ ਨੂੰ ਪੁੱਛੀਏ ਕਿ ਗੁਰੂ ਸਾਹਿਬ ਹੈ ਕੀ? ਤੇ ਭੱਟ ਸਾਹਿਬਾਨ ਕਹਿਣਗੇ ਕਿ ਗੁਰੂ ਸਾਹਿਬ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੋ ਇਹਦਾ ਮਤਲਬ ਕਿ ਨਿਰਾਕਾਰ ਪਰਮਾਤਮਾ ਨੇ ਆਪਣਾ ਸਾਕਾਰ ਰੂਪ ਜਿਹੜਾ ਉਹ ਜਗਤ ਦੇ ਵਿੱਚ ਪ੍ਰਗਟ ਕੀਤਾ। ਤੇ ਪ੍ਰਗਟ ਦਾ ਵਿਰੋਧੀ ਸ਼ਬਦ ਕੀ ਹੋਇਆ ਜੀ? ਗੁਪਤ। ਗੁਪਤ ਹੈ ਨਿਰਾਕਾਰ, ਪ੍ਰਗਟ ਹੈ ਸਰਾਕਾਰ। ਹੁਣ ਜੇ ਇਸ ਨੂੰ ਹੋਰ ਤੁਸੀਂ ਸੌਖਿਆ ਸਮਝਣਾ ਤੇ ਜੋਤ ਕੀ ਹੈ? ਜਦੋਂ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਆਪ ਜਿਹੜੇ ਸਰਾਕਾਰ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ ਤੇ ਉਹਨਾਂ ਦੇ ਕੋਲ ਨਿਰੰਕਾਰ ਦੀ ਜੋਤ ਹੈ। ਇੱਥੇ ਜੋਤ ਹੈ ਨਾ, ਜੋਤ ਪ੍ਰਗਟ ਹੀ ਹੋਵੇਗੀ।
ਭੱਟ ਸਾਹਿਬਾਨ ਨੇ ਜਿਹੜੀ ਗੱਲ ਕੀਤੀ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਪਰਮਾਤਮਾ। ਹੁਣ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਦੁਨੀਆ ਤੋਂ ਵਿਲੱਖਣ ਕਾਰਜ ਕਰਦੇ ਨੇ, ਉਹ ਕਾਰਜ ਜਿਹੜਾ ਤੁਸੀਂ ਬਾਅਦ ਚ ਗੁਰੂ ਤੇ ਖਾਲਸੇ ਦੇ ਰੂਪ ਚ ਵੀ ਵੇਖਦੇ ਹੋ, ਉਹ ਕਾਰਜ ਪਤਾ ਕੀ ਹੈ? ਉਹ ਹੈ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਅਗਲੀ ਗੱਲ ਬੜੀ ਅਹਿਮ ਹੈ, ਜਿਹੜੀ ਦੁਨੀਆ ਦੇ ਕਿਸੇ ਧਾਰਮਿਕ ਇਤਿਹਾਸ ਦੇ ਵਿੱਚ ਨਹੀਂ ਹੋਈ। ਦੁਨੀਆ ਦੇ ਕਿਸੇ ਵੀ ਧਰਮ ਦੇ ਇਤਿਹਾਸ ਦੇ ਵਿੱਚ ਇਹ ਗੱਲ ਨਹੀਂ ਹੋਈ ਕਿ ਕਿਸੇ ਰਹਿਬਰ ਨੇ ਆਪਣੇ ਜਿਉਂਦੇ ਜੀ ਹੀ ਆਪਣਾ ਜਾਨਸ਼ੀਨ ਥਾਪ ਦਿੱਤਾ ਹੋਵੇ, ਸਰੀਰਕ ਤੌਰ ਤੇ ਰਹਿੰਦਿਆਂ ਹੋਇਆਂ। ਸਭ ਤੋਂ ਅਹਿਮ ਗੱਲ ਆ, ਥਾਪਿਆ ਲਹਿਣਾ ਜੀਮ ਦੇ, ਗੁਰ ਆਈ ਸਿਰ ਛਤਰ ਫਰਾਇਆ, ਕਿ ਆਪਣੇ ਜਿਉਂਦੇ ਜੀ ਹੀ ਲਹਿਣਾ ਜੀ ਨੂੰ ਗੁਰ ਅੰਗਦ ਬਣਾ ਕੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਦਿੱਤੀ, ਤੇ ਇਹ ਸੰਕਲਪ ਸਾਡੇ ਸਾਹਮਣੇ ਪ੍ਰਗਟ ਰੂਪ ਚ ਪੇਸ਼ ਕਰ ਦਿੱਤਾ, ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਜੋਤ ਔਰ ਜੁਗਤ ਉਹੀ ਹੈ, ਸਰੀਰ ਕਾਇਆ ਫੇਰ ਪਲਟੀਏ। ਸਰੀਰ ਬਦਲ ਗਿਆ, ਤੇ ਹੁਣ ਸਰੀਰ ਕਰਕੇ ਤੇ ਗੁਰੂ ਨਾਨਕ ਸਾਹਿਬ ਵੀ ਨੇ ਸੰਗਤ ਦੇ ਵਿੱਚ, ਤੇ ਸਰੀਰ ਕਰਕੇ ਗੁਰੂ ਅੰਗਦ ਸਾਹਿਬ ਵੀ ਨੇ, ਤੇ ਸਾਡਾ ਉਦੋਂ ਗੁਰੂ ਕੌਣ ਹੈ? ਜਿੱਥੇ ਜੋਤ ਵਿਸਥਾਪਿਤ ਹੋ ਗਈ। ਹੁਣ ਹੋਰ ਅੱਗੇ ਆ ਜਾਈਏ, ਪੰਚਮ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਦਾ, ਬਹੁ ਪਰਉਪਕਾਰੀ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਅਗਲੀ ਗੱਲ ਬੜੀ ਅਹਿਮ ਹੈ, ਅਰਜਨ ਕਾਇਆ ਪਲਟ ਕੇ, ਸਰੀਰ ਬਦਲਿਆ, ਮੂਰਤ ਹਰਗੋ ਬਿੰਦ ਸਵਾਰੀ। ਜੋਤ ਤੇ ਜੁਗਤ ਉਹੀ ਹੈ, ਕਾਇਆ ਬਦਲ ਗਈ, ਸਰੀਰ ਬਦਲ ਗਿਆ। ਹੁਣ ਗੱਲ ਆ ਜਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜੋਤ ਵੀ ਹੈ ਔਰ ਜੁਗਤ ਵੀ ਹੈ। ਹੁਣ ਬਹੁਤ ਸਾਰੇ ਪੰਜਾਬ 'ਚ ਨਾ ਇਵੇਂ ਦੇ ਡੇਰੇ ਨੇ, ਉਹ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ, ਬਹੁਤ ਸਾਰੇ ਜੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ। ਤੇ ਭਾਈ ਨੰਦ ਲਾਲ ਜੀ ਕਹਿੰਦੇ ਜਿਹੜਾ ਬੰਦਾ ਇਹ ਗੱਲ ਕਹਿੰਦਾ ਉਹ ਸਿੱਖ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਹਮੂ ਰਤਨ ਜ਼ੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਕਹਿੰਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨੂੰ ਵੱਖ ਕੀਤਾ ਕਿਵੇਂ ਜਾ ਸਕਦਾ ਜਦੋਂ ਜੋਤ ਇੱਕ? ਫਿਰ ਕਿਹੜਾ ਵਿਅਕਤੀ ਹੈ ਜਿਹੜਾ ਕਹਿ ਸਕਦਾ ਕਿ ਗੁਰੂ ਨਾਨਕ ਜੀ ਨੂੰ ਮੰਨਦੇ ਆ ਪਰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ? ਤੇ ਨੰਦ ਲਾਲ ਜੀ ਕਹਿੰਦੇ ਨੇ ਹਮੂ ਰਤਨ ਜ਼ੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਨਾਨਕ ਗੋਬਿੰਦ ਸਿੰਘ ਹੈ ਤੇ ਗੋਬਿੰਦ ਸਿੰਘ ਨਾਨਕ ਹੈ, ਅੰਤਰ ਤਾਂ ਕਿਤੇ ਵੀ ਨਹੀਂ। ਜੋਤ ਉਹ ਜੁਗਤ ਸਾਏ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜੋਤ ਵੀ ਹੈ ਔਰ ਜੁਗਤ ਵੀ ਹੈ। ਤੇ ਉਸ ਵੇਲੇ ਜਦੋਂ ਉਹ ਸੰਸਾਰ 'ਚ ਆਉਂਦੇ ਨੇ ਤੇ ਗੁਰਦਾਸ ਸਿੰਘ ਲਿਖਦੇ ਨੇ, ਪ੍ਰਾਣ ਮੀਤ ਪਰਮਾਤਮਾ ਪਰਖੋਤਮ ਪੂਰਾ, ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ, ਗੁਰੂ ਗੋਬਿੰਦ ਸੂਰਾ। ਪ੍ਰਗਟ, ਹੁਣ ਗੁਰੂ ਸਾਹਿਬ ਪ੍ਰਗਟ ਹੁੰਦੇ ਨੇ, ਜੁਗਤ ਵੀ ਹੈ ਔਰ ਜੋਤ ਵੀ ਹੈ। ਤੇ ਜੋਤ ਔਰ ਜੁਗਤ ਜਿਹੜੀ ਹੈ ਨਾ, ਹੁਣ ਇੱਥੇ ਆ ਕੇ ਤੁਹਾਨੂੰ ਪਤਾ ਲੱਗੇਗਾ ਕਿ ਜੇ ਸ਼ਬਦ ਜਨਮ ਆਉਂਦਾ ਤੇ ਜਨਮ ਦਾ ਵਿਰੋਧੀ ਸ਼ਬਦ ਹੈ ਮੌਤ। ਜੇ ਸਾਜਣਾ ਸ਼ਬਦ ਆਉਂਦਾ ਤੇ ਉਹਦਾ ਵਿਰੋਧੀ ਸ਼ਬਦ ਹੈ ਤੋੜ ਦੇਣਾ। ਸਾਜਿਆ ਜਾਣਾ, ਭਾਂਡਿਆਂ ਨੂੰ ਸਾਜ ਦੇਣਾ, ਘੜ ਦੇਣਾ, ਤੋੜ ਦੇਣਾ। ਜਨਮ ਲੈ ਲੈਣਾ, ਮੌਤ ਹੋ ਜਾਣੀ। ਪਰ ਜਦੋਂ ਪ੍ਰਗਟ ਦਾ ਵਿਰੋਧੀ ਸ਼ਬਦ ਆਵੇਗਾ ਤੇ ਗੁਪਤ ਆਵੇਗਾ। ਜੋਤ ਔਰ ਜੁਗਤ ਜਿਹੜੇ ਨੇ, ਇਹ ਦੋਵੇਂ ਜਿਹੜੇ ਨੇ ਕਦੀ ਖਤਮ ਨਹੀਂ ਹੁੰਦੇ। ਇਸ ਕਰਕੇ ਇਹ ਨਿਰਾਕਾਰ ਤੋਂ ਸਰਾਕਾਰ ਰੂਪ 'ਚ ਪ੍ਰਗਟ ਹੁੰਦੇ ਨੇ। ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਗਤ ਖਾਲਸੇ 'ਚ ਰੱਖਦੇ ਨੇ ਤੇ ਸ਼ਬਦ ਵਰਤਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇੱਥੇ ਵੀ ਪ੍ਰਗਟ ਸ਼ਬਦ ਆ ਗਿਆ। ਤੇ ਪ੍ਰਗਟ ਕੀਤੇ ਖਾਲਸੇ ਨੂੰ ਜਦੋਂ ਗੁਰਜੋਤ ਦੇ ਲੜ ਲਾਉਂਦੇ ਨੇ, ਉਦੋਂ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਸ਼ਬਦ ਇੱਥੇ ਵੀ ਆ ਗਿਆ। ਫਿਰ ਜੋਤ ਔਰ ਜੁਗਤ, ਗ੍ਰੰਥ ਤੇ ਪੰਥ ਪ੍ਰਗਟ ਹੈ। ਇਸੇ ਕਰਕੇ ਹੀ ਗ੍ਰੰਥ ਔਰ ਪੰਥ ਦਾ ਕਦੀ ਵੀ ਜੋਤੀ ਜੋਤ ਦਿਵਸ ਨਹੀਂ ਮਨਾਇਆ ਜਾ ਸਕਦਾ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਗ੍ਰੰਥ ਔਰ ਪੰਥ ਦਾ ਜੋਤੀ ਜੋਤ ਦਿਵਸ ਨਹੀਂ ਹੋ ਸਕਦਾ, ਕਿਉਂਕਿ ਸਰੀਰਾਂ ਦੀ ਖੇਡ ਹੀ ਨਹੀਂ ਹੈ, ਇਹ ਜੋਤ ਔਰ ਜੁਗਤ ਦੀ ਗੱਲ ਹੈ। ਜੇ ਇਸ ਨੂੰ ਹੋਰ ਵਿਸਥਾਰ ਨਾਲ ਥੋੜਾ ਜਿਹਾ ਸਮਝਣਾ ਹੋਵੇ, ਮਹਾਰਾਜ ਜੰਗ ਹੋਈ, ਛੇਵੇਂ ਪਾਤਸ਼ਾਹ
ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ। ਬਹੁਤ ਸਾਰੇ ਦੁਸ਼ਮਣ ਵੀ ਮੈਦਾਨੇ ਜੰਗ ਦੇ ਵਿੱਚ ਖਤਮ ਹੋ ਜਾਂਦੇ ਨੇ ਤੇ ਕੁਝ ਸਿੰਘ ਵੀ ਸ਼ਹੀਦ ਹੋਏ। ਹੁਣ ਗੁਰਦੇਵ ਪਾਤਸ਼ਾਹ ਜਦੋਂ ਸ਼ਹੀਦ ਹੋਏ ਸਿੰਘਾਂ ਦੀਆਂ ਅੰਤਮ ਸੰਸਕਾਰ ਦੀਆਂ ਰਸਮਾਂ ਕਰ ਰਹੇ ਨੇ ਨਾ, ਤੇ ਇਕੱਲੇ ਇਕੱਲੇ ਉਸ ਸ਼ਹੀਦ ਹੋਏ ਸਿੱਖ ਨੂੰ ਆਪਣੀ ਗੋਦੀ ਦੇ ਵਿੱਚ ਉਹਦਾ ਸਿਰ ਰੱਖਦੇ ਨੇ, ਬੜੇ ਪਿਆਰ ਦੇ ਨਾਲ ਉਸ ਦਾ ਚਿਹਰਾ ਜਿਹੜਾ ਆਪਣੇ ਦਸਤੀ ਰੁਮਾਲ ਦੇ ਨਾਲ ਸਾਫ਼ ਕਰਦੇ ਨੇ, ਚਿਹਰਾ ਚੁੰਮਦੇ ਨੇ ਤੇ ਅੰਤਮ ਰਸਮਾਂ ਕਰਦੇ ਨੇ। ਤੇ ਸਾਹਮਣੇ ਬੈਠੇ ਨੇ ਭਾਈ ਮੁਗਲੂ ਜੀ, ਤੇ ਭਾਈ ਮੁਗਲੂ ਜੀ ਪਤਾ ਅੱਖਾਂ ਦੇ ਵਿੱਚ ਹੰਝੂ ਨੇ, ਤੇ ਪਾਤਸ਼ਾਹ ਪੁੱਛ ਹੀ ਲੈਂਦੇ, ਕਹਿੰਦੇ ਸ਼ਹਾਦਤ ਦੇ ਉੱਪਰ ਸੋਗ ਨਹੀਂ ਕਰੀਦਾ, ਰੋ ਕਿਉਂ ਰਹੇ ਨੇ, ਅੱਖਾਂ 'ਚ ਹੰਝੂ ਕਿਉਂ? ਕਹਿੰਦਾ ਹੰਝੂ ਇਹਨਾਂ ਸ਼ਹਾਦਤਾਂ ਨੂੰ ਤੱਕ ਕੇ ਨਹੀਂ, ਹੰਝੂ ਤਾਂ ਇਸ ਕਰਕੇ ਨੇ ਵੀ ਕਿਤੇ ਮੈਂ ਵੀ ਸ਼ਹੀਦ ਹੋ ਜਾਂਦਾ ਤੇ ਮੇਰਾ ਵੀ ਸਿਰ ਤੁਹਾਡੀ ਗੋਦ 'ਚ ਹੁੰਦਾ, ਮੈਨੂੰ ਵੀ ਤੁਸੀਂ ਇੰਨਾ ਹੀ ਪਿਆਰ ਕਰਦੇ, ਮੇਰੇ ਵੀ ਚਿਹਰੇ ਨੂੰ ਚੁੰਮਦੇ। ਹੁਣ ਮੈਂ ਜਿਉਂਦਾ ਤੁਹਾਡੇ ਲਾਗੇ ਬੈਠਾ, ਪਰ ਜਿਹੜੇ ਸ਼ਹੀਦ ਹੋ ਚੁੱਕੇ ਨੇ ਤੁਹਾਡੀ ਗੋਦ ਦੇ ਵਿੱਚ ਹੈ। ਤੇ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ ਨੇ, ਕਹਿੰਦੇ ਮੁਗਲੂ ਤੇਰੀ ਇਹ ਇੱਛਾ ਜ਼ਰੂਰ ਪੂਰੀ ਹੋਵੇਗੀ, ਜਦੋਂ ਤੂੰ ਸਰੀਰ ਕਰਕੇ ਸੰਸਾਰ ਤੋਂ ਜਾਵੇਂਗਾ ਨਾ ਤੇ ਤੇਰਾ ਸਿਰ ਮੇਰੀ ਗੋਦ 'ਚ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ। ਉਸ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਦਾ ਸਮਾਂ ਵੀ ਲੰਘ ਜਾਂਦਾ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਮਾਂ ਵੀ ਲੰਘ ਜਾਂਦਾ ਹੈ। ਭਾਈ ਮੁਗਲੂ ਬਹੁਤ ਬਜ਼ੁਰਗ ਹੋ ਚੁੱਕਾ, ਪੂਰਾ ਬਜ਼ੁਰਗ, ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਦੇ ਇਲਾਕੇ 'ਚ ਬੈਠੇ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਵਿਚਾਰ ਕਰ ਰਹੇ ਨੇ। ਵਿਚਾਰ ਕਰਦਿਆਂ ਕਰਦਿਆਂ ਇੱਕਦਮ ਉੱਠ ਕੇ ਇੱਕ ਸਿੱਖ ਭਾਈ ਜੇਠਾ ਜੀ ਨੂੰ ਕਹਿੰਦੇ ਜਲਦੀ ਘੋੜਾ ਤਿਆਰ ਕਰੋ। ਉਸੇ ਵੇਲੇ ਘੋੜੇ ਤੇ ਕਾਠੀ ਪਾਈ ਜਾਂਦੀ ਹੈ ਤੇ ਕਹਿੰਦੇ ਪਾਤਸ਼ਾਹ ਜਾਣਾ ਕਿੱਥੇ ਆ? ਕਹਿੰਦੇ ਮੁਗਲੂ ਦੇ ਘਰ ਜਾਣਾ, ਨੇੜੇ ਪਿੰਡ ਦੇ ਵਿੱਚ। ਉਹਦੇ ਨਾਲ ਪ੍ਰਣ ਕੀਤਾ ਸੀ ਕਿ ਜਦੋਂ ਤੇਰੇ ਸਵਾਸ ਨਿਕਲਣਗੇ ਤੇਰਾ ਸਿਰ ਮੇਰੀ ਗੋਦ ਦੇ ਵਿੱਚ ਹੋਵੇਗਾ। ਅੱਜ ਉਸ ਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਪਾਤਸ਼ਾਹ 6ਵੇਂ ਜਾਮੇ ਦੇ ਵਿੱਚ, ਕਿਉਂਕਿ ਜੋਤ ਇੱਕ ਹੈ, ਉਸ ਨੂੰ ਪੂਰਨ ਕਰਨਾ ਉਸ ਪ੍ਰਣ ਨੂੰ, 6ਵੇਂ ਜਾਮੇ 'ਚ ਪ੍ਰਣ ਕਰਦੇ ਨੇ ਤੇ 9ਵੇਂ 'ਚ ਜਾ ਕੇ ਨਿਭਾ ਦਿੰਦੇ ਨੇ। ਇਸ ਨੂੰ ਕਹਿੰਦੇ ਨੇ ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ। ਸੋ ਇਹ ਦੋ ਗੱਲਾਂ ਸਪਸ਼ਟ ਹੋ ਗਈਆਂ ਜੀ, ਖਾਲਸਾ ਮੇਰੀ ਜਾਨ ਕੀ ਜਾਨ। ਦੂਸਰੀ ਗੱਲ ਕਿ ਖਾਲਸਾ ਪ੍ਰਗਟ, ਪ੍ਰਗਟ ਸ਼ਬਦ ਵਰਤਣਾ ਸੀ ਕਿਉਂਕਿ ਮੇਰੇ ਗੁਰੂ ਨੇ ਸ਼ਬਦ ਵਰਤਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਅਗਲੀ ਸਭ ਤੋਂ ਅਹਿਮ ਗੱਲ, ਗੁਰ ਸੰਗਤ ਕੀਨੀ ਖਾਲਸਾ। ਸੰਗਤ ਨੂੰ ਖਾਲਸਾ ਕਰ ਦਿੰਦਾ। ਜਦੋਂ ਹੁਣ ਤੁਸੀਂ ਪ੍ਰਗਟ ਸ਼ਬਦ ਨੂੰ ਸਮਝੋਗੇ ਨਾ, ਤੇ ਇਹਦੇ ਵਿੱਚ ਜਿੰਨੇ ਵੀ ਸਾਡੇ ਅੰਮ੍ਰਿਤ ਸੰਸਕਾਰ ਦੇ ਦੌਰਾਨ ਜਿੰਨੇ ਵੀ ਕਕਾਰਾਂ ਨੂੰ ਲੈ ਕੇ ਸੰਕਲਪ ਆਉਣਗੇ, ਤੇ ਉਹਦੇ ਵਿੱਚੋਂ ਕੁਝ ਵੀ ਐਸਾ ਨਹੀਂ ਹੈ ਜਿਹੜਾ ਪਹਿਲਾਂ ਨਹੀਂ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 9 ਜਾਮਿਆਂ ਦੇ ਵਿੱਚ ਸਭ ਕੁਝ ਉਹੀ ਹੈ, ਉਹਨੂੰ ਪ੍ਰਗਟ ਕਰ ਦਿੱਤਾ ਹੈ। ਗੁਰ ਸੰਗਤ ਕੀਨੀ ਖਾਲਸਾ। ਹੁਣ ਗੁਰੂ ਸੰਗਤ, ਅਕਾਲ ਪੁਰਖ ਦੇ ਵਿੱਚ ਤੇ ਸੰਗਤ ਦੇ ਵਿੱਚ ਗੁਰੂ ਹੈ, ਤੇ ਖਾਲਸਾ ਅਰਬੀ ਭਾਸ਼ਾ ਦਾ ਅਰਥ ਹੈ। ਤੇ ਅਰਬੀ ਭਾਸ਼ਾ ਦੇ ਵਿੱਚ ਅਸੀਂ ਕਈ ਵਾਰੀ ਨਾ ਖਾਲਸ ਸ਼ਬਦ ਨੂੰ ਸ਼ੁੱਧ ਦੇ ਰੂਪ 'ਚ ਲੈਂਦੇ ਹਾਂ, ਇੰਜ ਨਹੀਂ ਹੈ। ਜਿਹੜਾ ਜ਼ਮੀਨੀ ਬੰਦੋਬਸਤ ਹੈ, ਜ਼ਮੀਨੀ ਬੰਦੋਬਸਤ ਦੇ ਵਿੱਚ ਜ਼ਮੀਨ ਦੀਆਂ ਕੁਝ ਕਿਸਮਾਂ ਨੇ। ਇੱਕ ਜ਼ਮੀਨ ਉਹ ਹੁੰਦੀ ਹੈ ਜਿਹਦੇ ਉੱਪਰ ਕੋਈ ਜ਼ਿਮੀਂਦਾਰ ਖੇਤੀ ਕਰਦਾ ਹੈ ਤੇ ਉਹਦਾ 6ਵਾਂ ਹਿੱਸਾ ਰਾਜੇ ਨੂੰ ਦਿੰਦਾ ਹੈ, ਉਸ ਨੂੰ ਕਿਹਾ ਜਾਂਦਾ ਪ੍ਰੌਤੀ। ਇੱਕ ਜ਼ਮੀਨ ਉਹ ਹੁੰਦੀ ਹੈ ਜਿਸ ਜ਼ਮੀਨ ਦੇ ਵਿੱਚ ਕੁਝ ਵੀ ਉਪਜ ਨਹੀਂ ਹੁੰਦੀ, ਉਸ ਨੂੰ ਅਸੀਂ ਕਹਿੰਦੇ ਬੰਜਰ। ਇੱਕ ਜ਼ਮੀਨ ਉਹ ਹੁੰਦੀ ਹੈ ਜਿਸ ਦੇ ਉੱਪਰ ਰੁੱਖ ਹੀ ਰੁੱਖ ਤੇ ਜੰਗਲ ਹੁੰਦਾ, ਉਸ ਨੂੰ ਅਸੀਂ ਕਹਿੰਦੇ ਸ਼ਜਰ। ਤੇ ਇੱਕ ਜ਼ਮੀਨ ਸਭ ਤੋਂ ਵੱਧ ਉਪਜਾਊ ਹੁੰਦੀ ਹੈ ਤੇ ਉਹ ਰਾਜਾ ਆਪਣੇ ਕੋਲ ਰੱਖਦਾ, ਉਹਦੇ ਵਿੱਚ ਕੋਈ ਜ਼ਿਮੀਂਦਾਰ ਜਾਂ ਵਿਚੋਲਾ ਨਹੀਂ ਹੁੰਦਾ, ਉਸ ਨੂੰ ਕਹਿੰਦੇ ਖਾਲਸਾ ਜ਼ਮੀਨ। ਸੋ ਖਾਲਸਾ ਅਕਾਲ ਪੁਰਖ ਕੀ ਵਿੱਚ ਕੁਝ ਵੀ ਨਹੀਂ ਹੈ। ਜਦੋਂ ਗੁਰੂ ਸੰਗਤ ਸੀ ਉਦੋਂ ਸੰਗਤ ਤੇ ਅਕਾਲ ਪੁਰਖ ਦੇ ਵਿੱਚ ਗੁਰੂ ਸੀ, ਤੇ ਹੁਣ ਗੁਰੂ ਨੇ ਕਹਿ ਦਿੱਤਾ ਵੀ ਨਹੀਂ, ਅਕਾਲ ਪੁਰਖ ਕੀ ਫੌਜ। ਹੁਣ ਖਾਲਸਾ ਕੀ ਹੈ? ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇੰਨੀ ਵਡਿਆਈ ਖਾਲਸੇ ਨੂੰ ਦੇ ਦਿੱਤੀ ਕਿ ਸੰਗਤ ਕੀਨੀ ਖਾਲਸਾ। ਹੁਣ ਖਾਲਸੇ ਨੂੰ ਜਿਹੜੇ ਕਕਾਰਾਂ ਦੀ ਬਖਸ਼ਿਸ਼ ਕੀਤੀ ਹੈ, ਉਹਨਾਂ ਦੇ ਵਿੱਚੋਂ ਇੱਕ ਤਾਂ ਗੁਰਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੈ ਕੁਦਰਤ ਦੇ ਰੂਪ ਦੇ ਵਿੱਚ ਕੇਸ। ਬਾਕੀ ਜਿਹੜੇ ਕਕਾਰ ਨੇ
ਜੇਕਰ ਉਹਨਾਂ ਦਾ ਅਸੀਂ ਫਲਸਫੇ ਦੇ ਨਜ਼ਰੀਏ ਤੋਂ ਅਧਿਐਨ ਕਰਨਾ ਤਾਂ ਬਹੁਤ ਜ਼ਰੂਰੀ ਹੈ। ਵੈਸੇ ਤਾਂ ਕਈ ਵਾਰੀ ਜਦੋਂ ਸਵਾਲ ਕੀਤਾ ਜਾਂਦਾ ਨਾ, ਕੇਸ ਕਿਉਂ ਰੱਖਦੇ ਹੋ, ਇਹ ਸਵਾਲ ਹੀ ਗਲਤ ਹੈ। ਸਵਾਲ ਤਾਂ ਇਹ ਕੀਤਾ ਜਾਣਾ ਚਾਹੀਦਾ, ਕੇਸ ਕਿਉਂ ਕੱਟਦੇ ਹੋ। ਇਹ ਤਾਂ ਸਵਾਲ ਇਸ ਕਰਕੇ ਗਲਤ ਹੈ ਕਿ ਜਿਹੜੀ ਕੁਦਰਤ ਦੀ ਦਿੱਤੀ ਬਖਸ਼ਿਸ਼ ਹੈ, ਜਿਹੜਾ ਕੁਦਰਤ ਦਾ ਸਰੂਪ ਹੈ, ਉਹਨੂੰ ਵਿਗਾੜਨਾ ਤੇ ਫਿਰ ਕਹਿਣਾ ਕਿ ਕੇਸ ਕਿਉਂ ਰੱਖਦੇ ਹਾਂ, ਇਹ ਤਾਂ ਸਵਾਲ ਹੀ ਗਲਤ ਹੈ। ਕੋਈ ਕੁਦਰਤ ਦੇ ਰੂਪ ਨੂੰ ਵਿਗਾੜੇ, ਸਰੂਪ ਨੂੰ ਵਿਗਾੜੇ, ਫਿਰ ਅਸੀਂ ਕਹੀਏ ਤੂੰ ਸਰੂਪ ਕਿਉਂ ਵਿਗਾੜਿਆ ਹੈ, ਕੇਸ ਕਿਉਂ ਕੱਟਦੇ ਹੋ। ਸਵਾਲ ਤਾਂ ਇਹ ਬਣਦਾ। ਔਰ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੇ ਅਧਿਆਤਮਿਕ ਸੁਰ ਦੇ ਵਿੱਚ ਕੇਸਾਂ ਦੀ ਸਾਰੇ ਗ੍ਰੰਥਾਂ 'ਚ ਬਹੁਤ ਮਹਾਨਤਾ ਹੈ। ਤੁਸੀਂ ਤੌਰੇਤ ਨੂੰ ਪੜ੍ਹ ਲਓ, ਬਾਈਬਲ ਨੂੰ ਪੜ੍ਹ ਲਓ, ਇੱਥੋਂ ਤੱਕ ਕਿ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਸੂਰਾ ਬਕਰ ਦੀ ਆਇਤ ਨੰਬਰ 196 ਦੇ ਵਿੱਚ ਬੜਾ ਸਪਸ਼ਟ ਹੈ, ਵਾਇਤਨਬੁਲ ਹਜ਼ੁਲ ਉਮਰਤਾ ਲਿਲਾਹਿ ਫਾਈਨ ਓਇਸਰ, ਹੈ ਮੁਸਲਮਾਨੋ ਹਜ ਕਰੋ, ਉਮਰੇ ਕਰੋ, ਰੋਜ਼ੇ ਰੱਖੋ, ਪਰ ਇਸ ਸਮੇਂ ਦੇ ਦੌਰਾਨ ਜੇਕਰ ਕੇਸਾਂ ਦੀ ਬੇਅਦਬੀ ਕਰਦੇ ਹੋ ਤੇ ਖੁਦਾ ਦੇ ਦਰ ਕੁਝ ਵੀ ਪ੍ਰਵਾਨ ਨਹੀਂ। ਸੋ ਕੇਸਾਂ ਦੀ ਗੱਲ ਉੱਥੇ ਵੀ ਹੈ। ਤੇ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਪਰਮਾਤਮਾ ਦੇ ਨਿਰਾਕਾਰ ਸਰੂਪ ਨੂੰ ਵੀ ਕੇਸਾਧਾਰੀ ਚਿਤਵਿਆ ਗਿਆ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣਾ ਨੱਕ ਜਿਨ ਲੰਮੜੇ ਵਾਲਾ, ਜਾਂ ਨਿਰਾਹਾਰੀ ਕੇਸਵ ਨਿਰਵੈਰਾ, ਜਾਂ ਕੇਸੋ ਕੇਸੋ ਕੂਕੀ ਹੈ। ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲ ਜਾਣਗੇ। ਸੋ ਕੇਸ ਤਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਨੇ ਹਰ ਇੱਕ ਦੇ ਵਾਸਤੇ, ਕੇਵਲ ਸਿੱਖ ਦੇ ਵਾਸਤੇ ਨਹੀਂ, ਹਰ ਇੱਕ ਨੂੰ ਇਹ ਬਖਸ਼ਿਸ਼ ਹੈ। ਸਵਾਲ ਤਾਂ ਕੇਸ ਕਤਲ ਕਰਨ ਵਾਲੇ ਤੇ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਕੁਦਰਤ ਦੇ ਸਰੂਪ ਨੂੰ ਕਿਉਂ ਵਿਗਾੜਿਆ। ਦੂਸਰੀ ਗੱਲ, ਜਦੋਂ ਅਸੀਂ ਕਿਰਪਾਨ ਦੀ ਗੱਲ ਕਰਦੇ ਹਾਂ, ਤੇਗ ਦੀ ਗੱਲ ਕਰਦੇ ਹਾਂ, ਸ੍ਰੀ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਇੱਕ ਅਹਿਮੀਅਤ ਇਹ ਹੈ ਕਿ ਦੁਸ਼ਮਣ ਦੇ ਹੱਥ 'ਚ ਵੀ ਤੇਗ ਹੋਵੇ, ਤਲਵਾਰ ਹੋਵੇ, ਤੇ ਸਿੱਖ ਦੇ ਹੱਥ ਦੇ ਵਿੱਚ ਵੀ ਹੋਵੇ, ਤੇ ਉਹਦਾ ਅੰਤਰ ਕੀ ਹੈ। ਸਾਡੇ ਕੋਲ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਜਦੋਂ ਤੇਗ ਹੁੰਦੀ ਆ, ਕਿਰਪਾਨ ਬਣ ਕੇ ਕਕਾਰ ਬਣ ਜਾਂਦੀ ਹੈ, ਤੇ ਉਹਦਾ ਮੰਤਵ ਜਿਹੜਾ ਹੈ ਨਾ, ਉਹ ਬੜਾ ਵੱਖਰਾ ਹੋ ਜਾਂਦਾ। ਉਹਦਾ ਮਕਸਦ ਉਹ ਨਹੀਂ ਰਹਿ ਜਾਂਦਾ ਜੋ ਦੁਨੀਆ ਦੇ ਬਾਕੀ ਤੇਗਧਾਰੀ ਮਨੁੱਖਾਂ ਦਾ ਹੁੰਦਾ। ਸਾਡਾ ਮਕਸਦ ਤੇ ਮੰਤਵ ਜਿਹੜਾ ਉਹ ਬਦਲ ਜਾਂਦਾ ਹੈ, ਜਿਸ ਨੂੰ ਭਾਈ ਨੰਦ ਲਾਲ ਆਪਣੇ ਲਫ਼ਜ਼ਾਂ 'ਚ ਸਪਸ਼ਟ ਕਰਦੇ ਨੇ। ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਨੰਦ ਲਾਲ ਕਹਿੰਦੇ ਨੇ, ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇਗ ਰਾਹ ਫਤਹ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਸੇ ਮਰਦੂਦ ਦੇ ਉੱਪਰ ਤੇਗ ਦਾ ਵਾਰ ਕਰਦੇ ਨੇ, ਉਸ ਨੂੰ ਮੁਰਦਾ ਬਣਾ ਦਿੰਦੇ ਨੇ, ਪਰ ਜਦੋਂ ਜ਼ਮੀਰ ਤੋਂ ਮਰੇ ਮੁਰਦੇ ਦੇ ਉੱਪਰ ਜ਼ਬਾਨ ਦਾ ਵਾਰ ਕਰਦੇ ਨੇ, ਉਹਨੂੰ ਮੁਰੀਦ ਬਣਾ ਲੈਂਦੇ ਨੇ। ਮੁਰਦਾਰ ਨੂੰ ਮੁਰਦਾ ਔਰ ਜ਼ਮੀਰ ਤੋਂ ਮਰੇ ਮੁਰਦੇ ਨੂੰ ਮੁਰੀਦ। ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਔਰ ਹੋਇਆ ਇਤਿਹਾਸ ਦੇ ਵਿੱਚ ਇਸ ਤਰ੍ਹਾਂ। ਪਹਿਲਾਂ ਤਾਂ ਅਸੀਂ ਉਸ ਤੇਗ ਨੂੰ ਸਮਝਣ ਦਾ ਯਤਨ ਕਰੀਏ ਕਿ ਸ਼ਬਦ ਦਾ ਵਾਰ ਕਰਨ ਵਾਲੀ ਤੇਗ ਕਿਹੜੀ ਹੁੰਦੀ, ਪਹਿਲਾਂ ਉਸ ਨੂੰ ਸਮਝੀਏ। ਫਿਰ ਅਸੀਂ ਗੁਰਦੇਵ ਪਾਤਸ਼ਾਹ ਇਹਨਾਂ ਦੋਹਾਂ ਹੀ ਤਲਵਾਰਾਂ ਦੀ, ਸ਼ਬਦ ਦੀ ਔਰ ਕਿਰਪਾਨ ਦੀ ਵਰਤੋਂ ਕਿਵੇਂ ਕਰਦੇ ਨੇ ਇਸ ਕਕਾਰ ਦੀ, ਫਿਰ ਸਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ। ਪਹਿਲਾਂ ਸ਼ਬਦ ਦੀ ਤੇਗ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਪਾਕ ਪਟਨ ਗਏ ਨੇ, ਦਰਅਸਲ ਇਹ ਫਰੀਦ ਸਾਹਿਬ ਦਾ ਉਹ ਟਿਕਾਣਾ ਜਿੱਥੇ ਫਰੀਦ ਸਾਹਿਬ ਰਿਹਾ ਕਰਦੇ ਸੀ, ਤੇ ਫਰੀਦ ਸਾਹਿਬ ਦੇ 13ਵੀਂ ਰੋਜ਼ਾ ਨਸ਼ੀਨ ਤੇ ਗੱਦੀ ਨਸ਼ੀਨ ਉੱਥੇ ਨੇ। ਉਹਨਾਂ ਦਾ ਨਾਮ ਹੈ ਸ਼ੇਖ ਸੈਯਦ ਇਬਰਾਹੀਮ। ਸਾਡੀਆਂ ਜਨਮ ਸਾਖੀਆਂ ਦੇ ਵਿੱਚ ਸ਼ੇਖ ਬ੍ਰਹਮ ਆਉਂਦਾ ਹੈ, ਪਰ ਬ੍ਰਹਮ ਇਸਲਾਮ ਦਾ ਨਾਮ ਨਹੀਂ ਹੈ। ਉਹਨਾਂ ਦਾ ਅਸਲ ਨਾਮ ਸ਼ੇਖ ਸੈਯਦ ਇਬਰਾਹੀਮ ਸੀ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਗਏ, ਜੰਗਲ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਮਰਦਾਨਾ ਰਬਾਬ ਵਜਾ ਰਿਹਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਪੜ੍ਹਿਆ। ਉਹ ਸ਼ਬਦ ਹੈ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਤੂੰ। ਹੁਣ ਜਦੋਂ ਇਸ ਸ਼ਬਦ ਦੀ ਸਦਾ, ਇਸ ਸ਼ਬਦ ਦੀ ਆਵਾਜ਼ ਸਾਰੇ ਜੰਗਲ ਦੇ ਵਿੱਚ ਗੂੰਜਦੀ ਹੈ ਨਾ, ਤੇ ਸ਼ੇਖ ਇਬਰਾਹੀਮ ਦਾ ਇੱਕ ਚੇਲਾ
उसका एक मरीद जंगल दे विच लकड़ियां इकट्ठियां करन दे वास्ते आया, वो लकड़ियां तो उत्थे ही रख दिंदा है, उस आवाज़ वाल तुरिया आउंदा है। जदों उस आवाज़ तक पहुँचता है तो परमात्मा का नूर गुरु नानक साहब बैठे ने, वो बिल्कुल अहिल जिहा हो जाता है, उन्होंने समझ नहीं आ रही कि ये जिहड़ी सदा ये आवाज़ ये इन्ना विगास, इन्ना खेड़ा, इन्नी रहमत किवें। वो सुनता है सारे शब्द नूं। शब्द सुनने तो बाद वो अपने मुरशद के कोल शेख इब्राहिम के कोल जाता है। इब्राहिम ने जाके कहता जंगल दे विच एक ऐसा रहबर आया है ना कि उन्हें जो बोलिया ना उन्होंने सुन के मेरे तो कवाड़ ही खुल गए, मेरे तो होश ही गुम हो गए। मैनू तो पता नहीं लगा कि मैं लकड़ा इकट्ठियां करना आया सी, लकड़ा तो उत्थे ही छड्ड आया, मैं तो उसकी कलाम नूं, उसके शब्द नूं सुनदा रहा। शेख इब्राहिम कहता की बोलिया उसने, हुण जिहड़ा उसनूं ये नहीं पता। वेखो ये जिहड़ा शब्द मैं पढ़िया ये गुरु ग्रंथ साहब महाराज दे विच है, पर वो इस शब्द के अर्थ जिहड़े ने वो अपनी बोली च समझाउंदा है, वो जन्म साखी दे विच ने। वो कहता है कि उस रहबर ने शब्द पढ़िया सी, एको सिमरो नानका जो जल थल रहा समाए, दूजा काहे सिमरिए जो जम्मे ते मर जाए। हुण ये शब्द गुरु ग्रंथ साहब च नहीं हैगा। ये जिहड़ा पहला शब्द सी उन्होंने जिस तरह समझदा है कमाल, वो कमालुद्दीन अपने मुरशद नूं जो आके दसदा, ये जन्म साखी च है, गुरु ग्रंथ साहब च नहीं हैगा। बहुत थावां ते मैं तां समझा रहा कि कई जगह के उपर सानू इंज तरह इस शब्द नूं पढ़ दिता जाता है जिवें नाम खुमारी नानका चढ़ी रहे, गुरु ग्रंथ साहब महाराज दे विच है नहीं। नानक नीवा जो चले लागे न तत्ती, गुरु ग्रंथ साहब महाराज दे विच है नहीं। इसे तरह नानक दुखिया सब संसार ते है, जिहड़ी अगली लाइन है सो सुखिया असीं आपे ही बना ली, गुरु ग्रंथ साहब च है नहीं। सो इसे तरह ये शब्द भी जन्म साखी दे विच है, पर बना इस तरह गया क्योंकि कमाल नूं जिवें दी समझ पई उसने अपने रहबर नूं जाके उंज दस्सिया। तो जदों ये गल सुनी शेख इब्राहिम ने, तो उस वेले गुरु नानक साहब के दर ते आ गए। जाके जन्म साखी कहती सब तो पहला तो दस्त बोसा जाके गुरु नानक साहब के हथ चुम ले, फिर कहता इत्थे नहीं, पालकी मैं चुकांगा तो मेरे डेरे चलो। गुरु नानक साहब नूं उत्थे लै गया। उत्थे बहुत सारे सवाल होए ने शेख इब्राहिम दे ते गुरु नानक साहब दे, बहुत सारे सवाल। उन्हां दे विचों सिर्फ एक सवाल ते जवाब का मैं तुहाडे नाल जिक्र करना, क्योंकि सारिਆਂ दा करांगे वक्त बहुत लंबा होएगा, तो असीं उस गल नूं समझना कि शब्द दी तलवार। शेख इब्राहिम गुरु नानक साहब नूं सवाल करदा है, कहंदा कि असीं मुसलमान हाँ ते साडे मत दे विच जदों किसी जीव नूं मांस खाण दे वास्ते हलाल किया जाता है ना, तो कलमा पढ़िया जाता है, तो जेकर कलमा ना पढ़िया जाए तो असीं वो मांस खा नहीं सकते। जान भी जाती है, हलाल भी किया जाता है। जेकर कलमा पढ़िया जाए तो हलाल, जे ना पढ़िया जाए तो हराम, असीं खा नहीं सकते। तो पातशाह कहते ठीक है, तेरा सवाल की है? कहता सवाल ये है कि मनुख का मांस चाहे कलमा पढ़ के हलाल करो तो चाहे कलमा ना पढ़ो, पर मनुख का मांस कभी हलाल नहीं। कि ऐसी कोई तलवार है कि मनुख नूं हलाल किया जाए, उहदा खून भी वगे, तो वह मांस जिहड़ा है ना वो हराम ना होवे, वो हलाल होवे। हुण मैं एक गल दावे ना कहना कि इस सवाल का जवाब जिसने गुरु नानक साहब की बाणी नूं नहीं पढ़िया वो नहीं दे सकता। अज भी गुरु नानक साहब की बाणी नूं नहीं पढ़िया तो इस सवाल का जवाब नहीं दिता जा सकता भी कोई ऐसी तलवार होवे जिहदे नाल बंदे नूं हलाल किया जाए, उहदा खून भी निकले, उहदे जिस्म चों कुछ निकले भी, पर वो जिहड़ा कतल है वो हलाल होवे, हराम ना होवे। गुरु नानक साहब कहते बिल्कुल शेख साहब किया जा सकता है, बशर्ते तलवार बनाउण दा तरीका सीखना पवेगा। फिर गुरु नानक साहब महला पहला दे विच शेख इब्राहिम नूं उस तलवार बनाउण दा तरीका दसदे ने। कहंदे शेख साहब सच की काती सच सब सार, सार कहा जाता लोहे नूं। कहंदे सब तो पहला तो सच का लोहा लै लो, फिर सच की काती, उस लोहे दे नाल काती कहा जाता तलवार नूं। कल काती राजे कसाई, खंजर जां तलवार जां शस्त्र दे वास्ते काती शब्द वरत्या जाता है।
ਕਹਿੰਦੇ ਕਿ ਉਸ ਸੱਚ ਦੇ ਲੋਹੇ ਦੇ ਨਾਲ ਸੱਚ ਦੀ ਤਲਵਾਰ ਤਿਆਰ ਕਰੋ। ਘਾੜਤ ਤਿਸਕੀ ਅਪਰ ਅਪਾਰ, ਫਿਰ ਬੜੇ ਪਿਆਰ ਦੇ ਨਾਲ ਉਸ ਨੂੰ ਤਿਆਰ ਕਰੋ, ਉਹ ਜਿਹੜੀ ਸੱਚ ਦੀ ਤਲਵਾਰ ਹੈ। ਫਿਰ ਉਸ ਨੂੰ ਤਿੱਖਾ ਵੀ ਕਰਨਾ ਹੈ। ਕਹਿੰਦੇ ਫਿਰ ਸ਼ਬਦੇ ਸਾਣ ਰਖਾਈ ਲਾਏ, ਫਿਰ ਸ਼ਬਦ ਦੀ ਸਾਣ ਦੇ ਉੱਪਰ ਉਸ ਨੂੰ ਤਿੱਖਾ ਕਰੋ। ਸੱਚ, ਸੱਚ ਦੇ ਨਾਲ ਸ਼ਬਦ ਦੀ ਪ੍ਰਾਪਤੀ। ਫਿਰ ਤੁਸੀਂ ਉਸ ਕਿਰਪਾਨ ਨੂੰ ਕਿਤੇ ਰੱਖਣਾ ਵੀ ਹੈ। ਪਾਕ ਪੱਟਣ ਦੀ ਭਾਸ਼ਾ ਦੇ ਵਿੱਚ ਮਿਆਨ ਨੂੰ ਥੈਕਾ ਕਿਹਾ ਜਾਂਦਾ। ਫਿਰ ਕਹਿੰਦੇ ਗੁਣ ਕੇ ਥੈਕੇ ਵਿੱਚ ਸਮਾਏ, ਫਿਰ ਗੁਣਾਂ ਦੇ ਮਿਆਨ ਦੇ ਵਿੱਚ ਉਸ ਸੱਚ ਦੀ ਤਲਵਾਰ ਨੂੰ ਪਾ ਲਓ ਜਿਹੜੀ ਸ਼ਬਦ ਦੇ ਨਾਲ ਤਿੱਖੀ ਕੀਤੀ ਹੈ। ਫਿਰ ਕਹਿੰਦੇ ਤਿਸਕਾ ਕੁੱਠਾ ਹੋਵੇ ਸ਼ੇਖ, ਫਿਰ ਕਹਿੰਦੇ ਸ਼ੇਖ ਸਾਹਿਬ ਉਸ ਸ਼ਬਦ ਤੇ ਸੱਚ ਦੀ ਤਲਵਾਰ ਦਾ ਵਾਰ ਕਰੋ। ਲੱਭ ਲਹੂ ਨਿਕੱਥਾ ਦੇਖ, ਤੇ ਕਹਿੰਦੇ ਫਿਰ ਉਹ ਕਤਲ ਹਲਾਲ ਹੋਵੇਗਾ, ਕਿਉਂਕਿ ਮਨੁੱਖ ਦੇ ਜਿਸਮ ਦੇ ਵਿੱਚੋਂ ਵਿਕਾਰਾਂ ਦਾ ਲਹੂ ਨਿਕਲ ਜਾਵੇਗਾ। ਕਹਿੰਦੇ ਇਹ ਹਲਾਲ ਕਰਨ ਦਾ ਤਰੀਕਾ ਹੈ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸਕੀ ਅਪਰ ਅਪਾਰ, ਸ਼ਬਦੇ ਸਾਣ ਰਖਾਈ ਲਾਏ, ਗੁਣ ਕੇ ਥੈਕੇ ਵਿੱਚ ਸਮਾਏ, ਤਿਸਕਾ ਕੁੱਠਾ ਹਲਾਲ ਹੋਵੇ ਸ਼ੇਖ, ਲੱਭ ਲਹੂ ਨਿਕੱਥਾ ਵੇਖ। ਹੁਣ ਭਾਈ ਨੰਦ ਲਾਲ ਜੀ ਇਸ ਨੂੰ ਹੋਰ ਰੂਪ 'ਚ ਬਿਆਨ ਕਰਦੇ ਨੇ, ਔਰ ਇਸ ਤਲਵਾਰ ਦਾ ਸੱਚਮੁੱਚ ਹੀ ਅਸਰ ਹੋਇਆ। ਤਲਵਾਰਾਂ ਵਾਲਿਆਂ ਦੇ ਉੱਪਰ ਵੀ ਇਸ ਤਲਵਾਰ ਦਾ ਅਸਰ ਹੋਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸੱਜਣ ਦੇ ਕੋਲ ਜਾਂਦੇ ਨੇ, ਭਾਈ ਸੱਜਣ ਦੇ ਕੋਲ, ਅੱਜ ਅਸੀਂ ਕਹਿ ਦਿੰਦੇ ਹਾਂ ਸੱਜਣ ਨੂੰ ਸੱਜਣ ਠੱਗ, ਪਰ ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਨਹੀਂ ਕਿਹਾ। ਔਰ ਠੱਗ ਉਹ ਰਹਿ ਕਦੋਂ ਗਿਆ? ਜਿਹਦੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰ ਲਏ, ਜਿਹੜਾ ਭਾਈ ਸੱਜਣ ਬਣ ਗਿਆ। ਅਸੀਂ ਤਾਂ ਅਜੇ ਵੀ ਸੱਜਣ ਠੱਗ ਕਹਿੰਦੇ ਹਾਂ। ਹੁਣ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਸੱਜਣਾ ਤੋਂ ਠੱਗ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਸ਼ਬਦ ਦਾ ਇੱਕ ਵਾਰ ਕੀਤਾ, ਉਸ ਸ਼ਬਦ ਦੀ ਤਲਵਾਰ ਦਾ ਇੱਕ ਵਾਰ ਕੀਤਾ। ਕਹਿੰਦੇ ਸੱਜਣਾ ਮੈਂ ਤੇ ਤੈਨੂੰ ਸੱਜਣ ਸ਼ਬਦ ਦੇ ਅਰਥ ਦੱਸਣੇ ਨੇ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਸੱਜਣਾ ਮੈਂ ਤਾਂ ਕੇਵਲ ਤੈਨੂੰ ਇੰਨਾ ਦੱਸਣਾ ਹੈ ਕਿ ਸੱਜਣ ਤਾਂ ਉਹ ਹੁੰਦੇ ਨੇ ਜਿਹੜੇ ਕਦੀ ਸਾਥ ਹੀ ਨਹੀਂ ਛੱਡਦੇ। ਤੂੰ ਕਿਵੇਂ ਦਾ ਸੱਜਣ ਹੈ? ਤੂੰ ਆਪਣੇ ਆਪ ਨੂੰ ਸੱਜਣ ਅਖਵਾਉਣਾ ਹੈ, ਸੱਜਣਤਾਈ ਦੇ ਵਿੱਚ ਘਰ ਬੁਲਾਉਣਾ ਹੈ, ਸੱਜਣਤਾਈ ਦੇ ਵਿੱਚ ਘਰ ਸਵਾਉਣਾ ਹੈ, ਤੇ ਸੱਜਣਤਾਈ ਦੇ ਵਿੱਚ ਹੀ ਲੁੱਟ ਲੈਣਾ, ਤੇ ਸੱਜਣਤਾਈ ਦੇ ਵਿੱਚ ਹੀ ਕਤਲ ਕਰ ਦੇਣਾ। ਤੇਰੀ ਕਿਵੇਂ ਦੀ ਸੱਜਣਤਾਈ ਹੈ? ਹੁਣ ਉਹ ਸੱਜਣ ਨਹੀਂ ਰਿਹਾ, ਹੁਣ ਉਹ ਭਾਈ ਸੱਜਣ ਬਣ ਗਿਆ। ਵਕਤ ਬੀਤਿਆ, ਕੁਝ ਜਗਿਆਸੂ ਅਭਿਆਗਤ ਉਸ ਦੀ ਸਰਾਂ ਵੱਲ ਨੂੰ ਤੁਰੇ ਆ ਰਹੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਸੱਜਣ ਬਦਲ ਚੁੱਕਾ ਹੈ। ਉਹ ਇੱਕ ਜਗਿਆਸੂ ਦੂਜੇ ਜਗਿਆਸੂ ਨੂੰ ਕਹਿੰਦਾ ਤੇ ਸੱਜਣ ਹੁਣ ਉਹ ਨਹੀਂ ਰਹਿ ਗਿਆ, ਉਹ ਵੀ ਬਦਲ ਚੁੱਕਾ ਹੈ। ਉਹ ਪਛਾਣਦੇ ਹੀ ਨਹੀਂ ਕਿ ਉਹ ਸੱਜਣ ਹੈ। ਚਿੱਟੇ ਬਸਤਰਾਂ ਦੇ ਵਿੱਚ ਸੰਤ ਵਾਂਗੂ ਖੜਾ ਹੈ, ਫਕੀਰ ਵਾਂਗੂ ਖੜਾ ਹੈ। ਤੇ ਇੱਕ ਅਭਿਆਗਤ ਕਹਿੰਦਾ ਕਿ ਇਸ ਸਰਾਂ ਦੇ ਵਿੱਚ ਵਿਸ਼ਰਾਮ ਕਰੀਏ। ਦੂਜਾ ਕਹਿੰਦਾ ਨਹੀਂ, ਮੈਂ ਸੁਣਿਆ ਸੀ ਇਸ ਸਰਾਂ ਦਾ ਮਾਲਕ ਸੈਯਦ ਸੱਜਣ ਹੈ, ਸੈਯਦ ਪਰਿਵਾਰ ਦੇ ਵਿੱਚੋਂ, ਤੇ ਉਹ ਆਪਣੀ ਇਸ ਸਰਾਂ ਦੇ ਵਿੱਚ ਆਉਣ ਵਾਲੇ ਯਾਤਰੂਆਂ ਨੂੰ ਕਤਲ ਕਰ ਦਿੰਦਾ ਹੈ। ਜਦੋਂ ਸੱਜਣ ਇਹ ਗੱਲ ਸੁਣਦਾ ਹੈ ਨਾ, ਤੇ ਪਤਾ ਕੀ ਕਹਿੰਦਾ? ਕਹਿੰਦਾ ਨਹੀਂ, ਹੁਣ ਤੁਸੀਂ ਇਸੇ ਹੀ ਸਰਾਂ ਦੇ ਵਿੱਚ ਰਹਿ ਸਕਦੇ ਹੋ, ਕਿਉਂਕਿ ਜਿਹੜਾ ਸੱਜਣ ਲੋਕਾਂ ਦੇ ਕਤਲ ਕਰਦਾ ਸੀ, ਉਸ ਸੱਜਣ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ। ਜਿਹੜਾ ਸੱਜਣ ਲੋਕਾਂ ਦੇ ਕਤਲ ਕਰਦਾ ਸੀ, ਉਸ ਸੱਜਣ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ, ਸ਼ਬਦ ਦੀ ਤਲਵਾਰ ਨੇ ਕਤਲ ਕਰ ਦਿੱਤਾ। ਹੁਣ ਇਹੀ ਗੱਲ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਕਹਿੰਦੇ ਨੇ, ਜਿਹੜੀ ਸ੍ਰੀ ਸਾਹਿਬ ਦੀ ਬਖਸ਼ਿਸ਼ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਉਹ ਕਹਿੰਦੇ ਨੇ ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਔਰ ਇਤਿਹਾਸ ਦੇ ਵਿੱਚ ਹੋਇਆ ਵੀ ਇਸੇ ਤਰ੍ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਇੱਕ ਮੁਸਲਮਾਨ ਜਰਨੈਲ ਆਉਂਦਾ ਹੈ, ਸੈਦ ਬੇਗ, ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਕਹਿੰਦੇ ਨੇ, ਕੱਸੇ ਹਰ ਕੇ ਕੌਲੇ ਕੁਰਾ ਬਾਇਦਸ਼ ਜਾਂ ਕੁਸਤਨੋ ਬਸਤਨੋ ਬਾਇਦਸ਼, ਕਿ ਔਰੰਗਜ਼ੇਬ ਤੇਰਾ ਭੇਜਿਆ ਹੋਇਆ ਇੱਕ ਜਰਨੈਲ ਇਹ ਪ੍ਰਣ ਕਰਕੇ ਆ ਕਿ ਜਾਂ ਤੇ ਕੁਸਤਨੋ, ਜਾਂ ਤੇ ਗੁਰੂ ਗੋਬਿੰਦ ਸਿੰਘ ਨੂੰ ਕੋਹ ਕੇ ਮਾਰ ਦੇਵਾਂਗਾ, ਜਾਂ ਬਸਤਨੋ, ਜਾਂ ਬੰਦੀ ਬਣਾ ਕੇ ਤੇਰੇ ਦਰਬਾਰ 'ਚ ਪੇਸ਼ ਕਰਾਂਗਾ। ਜਦੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਦਾ ਹੈ, ਉਹ ਲੜਦਾ ਹੀ ਨਹੀਂ, ਉਹ ਗੁਰੂ ਸਾਹਿਬ ਦਾ ਮਰੀਦ ਬਣ ਜਾਂਦਾ। ਹੁਣ ਕਿੰਨੀ ਵੱਡੀ ਗੱਲ ਕਿ ਸੈਦ ਬੇਗ 5000 ਮਨਸਬਦਾਰ ਹੋਵੇ ਤੇ ਦੁਸ਼ਮਣ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਭੇਜਿਆ ਜਾਵੇ, ਤੇ ਉਹ ਗੁਰੂ ਦਾ ਮਰੀਦ ਬਣ ਜਾਵੇ। ਦੂਸਰੇ ਜਰਨੈਲ ਨੂੰ ਤਿਆਰ ਕੀਤਾ ਜਾਂਦਾ, ਉਸ ਦਾ ਨਾਮ ਹੈ ਸੈਦ ਖਾਨ। ਪਹਿਲਾ ਸੈਦ ਬੇਗ ਤੇ ਦੂਜਾ ਸੈਦ ਖਾਨ।
ਜਦੋਂ ਸੈਦ ਖਾਨ ਉਸ ਤੋਂ ਵੱਡਾ ਮਨਸਬਦਾਰ ਹੈ, 7 ਹਜ਼ਾਰੀ ਹੈ, ਪਹਿਲਾਂ 5 ਹਜ਼ਾਰੀ ਸੀ, ਜਦੋਂ ਉਹ ਆਪਣੇ ਘੋੜਸਵਾਰਾਂ ਨੂੰ ਤੇ ਆਪਣੀ ਸੈਨਾ ਨੂੰ ਲੈ ਕੇ ਦਿੱਲੀ ਤੋਂ ਜਾਂਦਾ ਹੈ ਅਨੰਦਪੁਰ ਸਾਹਿਬ ਨੂੰ, ਤੇ ਰਸਤੇ ਦੇ ਵਿੱਚ ਆਪਣੀ ਭੈਣ ਦੇ ਕੋਲ ਸਡੌਰੇ ਰੁਕਦਾ ਹੈ। ਉਸ ਦੀ ਭੈਣ ਦਾ ਨਾਮ ਹੈ ਬੀਬੀ ਨਸੀਰਾ, ਤੇ ਬੀਬੀ ਨਸੀਰਾ ਹੈ ਸੈਯਦ ਗੁਲਾਮੁਦੀਨ ਦੀ ਨੂੰਹ ਤੇ ਸੈਯਦ ਬਦਰੁਦੀਨ, ਜਿਨ੍ਹਾਂ ਨੂੰ ਅਸੀਂ ਪੀਰ ਬੁੱਧੂ ਸ਼ਾਹ ਕਹਿੰਦੇ, ਉਹਨਾਂ ਦੀ ਪਤਨੀ। ਉੱਥੇ ਜਦੋਂ ਰੁਕਦਾ ਹੈ ਤੇ ਉਹ ਇੱਕ ਸਵਾਲ ਕਰਦੀ ਹੈ, ਕਹਿੰਦੀ ਭਾਈ ਜਾਨ ਕਿੱਥੇ ਚੱਲਿਆ ਇੰਨੀ ਫੌਜ ਲੈ ਕੇ? ਕਹਿੰਦਾ ਆਨੰਦਪੁਰ। ਉਹ ਕਹਿੰਦੀ ਗੁਰੂ ਦੀ ਜ਼ਿਆਰਤ ਕਰਨ ਦੇ ਵਾਸਤੇ, ਦਰਸ਼ਨ ਕਰਨ ਦੇ ਵਾਸਤੇ, ਕਿਉਂਕਿ ਇਹ ਪਰਿਵਾਰ ਤਾਂ ਦਰਸ਼ਨ ਕਰਨ ਵਾਸਤੇ ਜਾਂਦਾ ਸੀ ਨਾ। ਕਹਿੰਦਾ ਨਹੀਂ, ਗੁਰੂ ਦਾ ਸਿਰ ਵੱਢਣ ਦੇ ਵਾਸਤੇ। ਉਹ ਕਹਿੰਦੀ ਨਾ ਭਾਈ ਜਾਨ, ਇੰਜ ਨਹੀਂ ਕਹੀਦਾ, ਅਸੀਂ ਤਾਂ ਜ਼ਿਆਰਤ ਕਰਨ ਦੇ ਵਾਸਤੇ ਜਾਂਦੇ, ਗੁਰੂ ਤੇ ਖੁਦਾ ਦਾ ਰੂਪ ਹੈ, ਤੇ ਇੰਜ ਤੂੰ ਐਵੇਂ ਦੇ ਸ਼ਬਦ ਆਪਣੀ ਜ਼ੁਬਾਨ ਚੋਂ ਕਿਵੇਂ ਕੱਢ ਰਿਹਾ? ਅਸੀਂ ਤਾਂ ਦਰਸ਼ਨ ਕਰਨ ਵਾਸਤੇ ਜਾਂਦੇ। ਕਹਿੰਦਾ ਠੀਕ ਹੈ, ਬੜੇ ਹੰਕਾਰ ਦੇ ਵਿੱਚ। ਕਹਿੰਦਾ ਠੀਕ ਹੈ, ਫਿਰ ਜਦੋਂ ਤੇਰੇ ਗੁਰੂ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲੈ ਕੇ ਆਊਂਗਾ ਨਾ, ਤੇ ਪਹਿਲਾਂ ਤੇਰੇ ਦਰਸ਼ਨ ਕਰਾ ਦੂੰਗਾ, ਪਹਿਲਾਂ ਮੈਂ ਤੇਰੇ ਕੋਲ ਲੈ ਕੇ ਆਊਂਗਾ। ਉਹਦੇ ਹੰਕਾਰ ਨੂੰ ਸਮਝ ਗਈ, ਤੇ ਪਤਾ ਕੀ ਕਹਿੰਦੀ ਹੈ? ਕਹਿੰਦੀ ਸੈਦ ਖਾਨ, ਤੂੰ ਮੇਰਾ ਭਰਾ ਹੈ, ਤੇ ਜਿਸ ਮਕਸਦ ਦੇ ਵਾਸਤੇ ਤੂੰ ਜਾ ਰਿਹਾ ਨਾ, ਉਹ ਮਕਸਦ ਤੇ ਪੂਰਾ ਨਹੀਂ ਹੋਣਾ, ਤੇ ਮੈਂ ਤੈਨੂੰ ਬਚਾ ਨਹੀਂ ਸਕਦੀ, ਪਰ ਇੱਕ ਦੁਆ ਕਰ ਸਕਦੀ ਹਾਂ ਤੇਰੇ ਵਾਸਤੇ ਖੁਦਾਵੰਦ ਕਰੀਮ ਦੇ ਅੱਗੇ, ਕਿ ਜਿਸ ਗੁਰੂ ਦੇ ਉੱਪਰ ਤੂੰ ਹਮਲਾਵਰ ਹੋਣ ਵਾਸਤੇ ਜਾ ਰਿਹਾ ਨਾ, ਉਸ ਗੁਰੂ ਦੇ ਕੋਲ 2 ਤਰ੍ਹਾਂ ਦੇ ਤੀਰ ਨੇ। ਉਸ ਗੁਰੂ ਦੇ ਕੋਲ ਕਮਾਨ ਦਾ ਤੀਰ ਵੀ ਹੈ, ਤੇ ਉਸ ਗੁਰੂ ਦੇ ਕੋਲ ਸ਼ਬਦ ਦਾ ਤੀਰ ਵੀ ਹੈ। ਕਹਿੰਦੀ ਮੈਂ ਬਸ ਇਹ ਦੁਆ ਕਰ ਸਕਦੀ ਹਾਂ ਖੁਦਾਵੰਦ ਕਰੀਮ ਦੇ ਅੱਗੇ, ਕਿ ਤੇਰੀ ਛਾਤੀ 'ਚ ਸ਼ਬਦ ਦਾ ਤੀਰ ਲੱਗੇ, ਕਿਤੇ ਕਮਾਨ ਦਾ ਨਾ ਲੱਗੇ। ਜੇ ਕਮਾਨ ਦਾ ਲੱਗਾ ਤੇ ਤੂੰ ਵਾਪਸ ਨਹੀਂ ਆ ਸਕੇਗਾ, ਪਰ ਜੇ ਕਿਤੇ ਸ਼ਬਦ ਦਾ ਲੱਗ ਗਿਆ ਨਾ, ਤਾਂ ਫਿਰ ਮੈਂ ਸਮਝੂੰਗੀ ਕਿ ਮੇਰੀ ਦੁਆ ਕਬੂਲ ਹੋਈ ਹੈ। ਇਹ ਅਨੰਦਪੁਰ ਸਾਹਿਬ ਪਹੁੰਚਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਲੋਹਗੜ੍ਹ ਦੇ ਕਿਲੇ ਦੇ ਵਿੱਚ, ਭਾਈ ਚਤਰ ਸਿੰਘ ਬਰਾੜ ਨੇ ਆ ਕੇ ਸੂਚਨਾ ਦਿੱਤੀ ਕਿ ਔਰੰਗਜ਼ੇਬ ਦੀ ਭੇਜੀ ਹੋਈ ਫੌਜ ਦਾ ਇੱਕ ਜਰਨੈਲ ਆਇਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਜਰਨੈਲ ਲੜਨ ਦੇ ਵਾਸਤੇ ਭੇਜਿਆ, ਸੈਦ ਬੇਗ। ਹੁਣ ਕਮਾਲ ਦੀ ਗੱਲ ਹੈ, ਜਿਹੜਾ ਗੁਰੂ ਤੇ ਹਮਲਾ ਕਰਨ ਆਇਆ ਸੈਦ ਖਾਨ, ਉਹ ਵੀ ਮੁਸਲਮਾਨ, ਤੇ ਜਿਹੜਾ ਗੁਰੂ ਦੇ ਵੱਲੋਂ ਮੁਕਾਬਲਾ ਕਰਨ ਦੇ ਵਾਸਤੇ ਜਾ ਰਿਹਾ, ਉਹ ਵੀ ਮੁਸਲਮਾਨ, ਸੈਦ ਬੇਗ। ਸੈਦ ਖਾਨ ਬੜਾ ਇੰਟੈਲੀਜੈਂਟ ਵੀ ਸੀ। ਉਹ ਜਜ਼ਬਾਤੀ ਕਰਨ ਦੇ ਵਾਸਤੇ ਸੈਦ ਬੇਗ ਨੂੰ ਕਹਿੰਦਾ ਸੈਦ ਬੇਗ, ਤੂੰ ਆਪਣੇ ਮੁਸਲਮਾਨ ਭਰਾ ਦੇ ਉੱਪਰ ਤਲਵਾਰ ਚੁੱਕੇਗਾ, ਤੂੰ ਮੇਰੇ ਤੇ ਹਮਲਾ ਕਰੇਗਾ, ਤੂੰ ਤੇ ਮੇਰਾ ਮੁਸਲਮਾਨ ਭਰਾ ਹੈ। ਤੇ ਗੁਰੂ ਕਿੰਨਾ ਚਲਾਕ ਹੈ, ਗੁਰੂ ਆਪ ਤਾਂ ਕਿਲੇ ਦੇ ਵਿੱਚ ਬੈਠਾ ਤੇ ਮੁਸਲਮਾਨ ਨੂੰ ਮੁਸਲਮਾਨ ਦੇ ਨਾਲ ਲੜਾ ਰਿਹਾ। ਜੇ ਤੇਰੇ ਗੁਰੂ ਦੇ ਵਿੱਚ ਇੰਨੀ ਅਜ਼ਮਤ ਹੈ, ਤੇ ਗੁਰੂ ਮੈਦਾਨੇ ਜੰਗ ਦੇ ਵਿੱਚ ਆਪ ਆ ਕੇ ਕਿਉਂ ਨਹੀਂ ਲੜਦਾ? ਮੁਸਲਮਾਨ ਨੂੰ ਮੁਸਲਮਾਨ ਦੇ ਨਾਲ ਕਿਉਂ ਲੜਾ ਰਿਹਾ? ਅਜੇ ਇਹ ਸ਼ਬਦ ਜ਼ਬਾਨ ਦੇ ਉੱਪਰ, ਪਿੱਛੋਂ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ, ਤੇ ਪਾਤਸ਼ਾਹ ਕਹਿੰਦੇ ਨੇ ਸੈਦ ਬੇਗ, ਜੇ ਸੈਦ ਖਾਨ ਕਹਿੰਦਾ ਹੈ ਨਾ ਕਿ ਗੁਰੂ ਦੇ ਨਾਲ ਲੜਨਾ ਹੈ, ਤੇ ਫਿਰ ਤੂੰ ਲਾਂਭੇ ਹੋ ਜਾ, ਹੁਣ ਇਹਦੇ ਸਾਹਮਣੇ ਮੈਨੂੰ ਜਾ ਲੈਣ ਦੇ। ਹੁਣ ਪਾਤਸ਼ਾਹ ਸਾਹਮਣੇ ਨੇ ਸੈਦ ਖਾਨ ਦੇ, ਤੇ ਪਾਤਸ਼ਾਹ ਕਹਿ ਰਹੇ ਨੇ ਵਾਰ ਕਰ। ਉਹਨੇ ਵਾਰ ਨਹੀਂ ਕੀਤਾ। ਪਾਤਸ਼ਾਹ ਫਿਰ ਕਹਿ ਰਹੇ ਨੇ ਸੈਦ ਖਾਨ ਵਾਰ ਕਰ। ਉਹ ਵਾਰ ਨਹੀਂ ਕਰ ਰਿਹਾ। ਉਹਦਾ ਇੱਕ ਸਾਥੀ ਮਨਸਬਦਾਰ ਕਹਿੰਦਾ ਕਿ ਤੁਸੀਂ ਵਾਰ ਕਰ ਲਓ ਗੁਰੂ ਨੂੰ, ਤੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਕਦੀ ਪਹਿਲਾ ਵਾਰ ਨਹੀਂ ਕੀਤਾ, ਜਾਂ ਤਾਂ ਮੈਂ ਵਾਰ ਨੂੰ ਰੋਕਣ ਦੇ ਵਾਸਤੇ ਵਾਰ ਕਰਦਾ, ਮੈਂ ਜ਼ੁਲਮ ਨੂੰ ਰੋਕਣ ਦੇ ਵਾਸਤੇ ਵਾਰ ਕਰਦਾ, ਮੈਂ ਤਾਂ ਕਦੀ ਵਾਰ ਕੀਤਾ ਹੀ ਨਹੀਂ। ਜਦੋਂ ਇਹ ਗੱਲ ਗੁਰੂ ਸਾਹਿਬ ਦੇ ਮੁਖਾਰਬਿੰਦ 'ਚੋਂ ਸੁਣਦਾ ਹੈ, ਤੇ ਸੈਦ ਖਾਨ ਘੋੜੇ ਤੋਂ ਉਤਰਦਾ ਹੈ। ਘੋੜੇ ਤੋਂ ਉਤਰ ਕੇ ਆਪਣੀ ਸ਼ਮਸ਼ੀਰ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖ ਦਿੰਦਾ, ਤੇ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਕਹਿੰਦਾ ਹੈ, ਖੁਦਾ ਆਇਦ, ਖੁਦਾ ਆਇਦ, ਆਇਦ ਖੁਦਾ ਬੰਦਾ, ਹਕੀਕਤ ਦਰ ਮਿਜ਼ਾਜ ਆਇਦ ਕੇ ਮੁਰਦਾਰਾ ਕੁਨਦ ਜਿੰਦਾ। ਇਹ ਦੁਨੀਆ ਦੇ ਲੋਕੋ, ਸੱਚਮੁੱਚ ਗੁਰੂ ਗੋਬਿੰਦ ਸਿੰਘ ਖੁਦਾ ਹੈ। ਗੁਰੂ ਗੋਬਿੰਦ ਸਿੰਘ ਖੁਦਾ ਦਾ ਰੂਪ ਹੈ। ਮੈਂ ਜ਼ਮੀਰ ਤੋਂ ਮਰਿਆ ਹੋਇਆ ਸੀ ਕਿ ਮੈਂ ਇਹ ਸੋਚ ਕੇ ਆ ਗਿਆ ਕਿ ਗੁਰੂ ਨੂੰ ਸਰੀਰ ਕਰਕੇ ਮਾਰ ਦੇਣਾ, ਪਰ ਗੁਰੂ ਦੇ ਸਰੀਰ 'ਚੋਂ ਨਿਕਲੇ ਸ਼ਬਦ ਬਾਣ ਨੇ ਮੈਨੂੰ ਜ਼ਮੀਰ ਕਰਕੇ ਜ਼ਿੰਦਾ ਕਰ ਦਿੱਤਾ। ਸੈਦ ਖਾਨ ਵਾਪਸ ਨਹੀਂ ਗਿਆ ਫੌਜ ਦੇ ਵਿੱਚ। ਉਹਦੀ ਇੱਕ ਚਿੱਠੀ ਦਾ ਜ਼ਰੂਰ ਇੱਕ ਕਿਤਾਬ 'ਚ ਜ਼ਿਕਰ ਮਿਲਦਾ ਹੈ, ਜਿਹੜੀ ਉਹ ਆਪਣੀ ਭੈਣ ਨੂੰ ਲਿਖਦਾ। ਫਕੀਰ ਬਣ ਗਿਆ ਸੀ ਬਾਅਦ ਦੇ ਵਿੱਚ। ਆਪਣੀ ਭੈਣ ਨੂੰ ਇੱਕ ਚਿੱਠੀ ਲਿਖਦਾ, ਕਹਿੰਦਾ ਭੈਣ, ਤੇਰੇ ਸ਼ਬਦ ਸੱਚ ਹੋਏ, ਸੱਚਮੁੱਚ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਤੀਰ ਤਾਂ ਲੱਗਾ, ਪਰ ਸ਼ਬਦ ਦਾ। ਕਬੀਰ ਸਤਿਗੁਰ ਸੂਰਮੇ ਬਹਿਆ ਬਾਣ ਜੋ, ਇਹ ਲਾਗਤ ਹੀ ਪੋਏ ਗਿਰ ਪਰਾ ਕਲੇਜੇ।
ਕਹਿੰਦਾ ਤੀਰ ਤਾਂ ਵੱਜਾ ਪਰ ਸ਼ਬਦ ਦਾ ਵੱਜਾ, ਤੇ ਉਸ ਸ਼ਬਦ ਦੇ ਤੀਰ ਨੇ ਮੈਨੂੰ ਫਕੀਰ ਬਣਾ ਦਿੱਤਾ। ਮੈਂ ਹੁਣ ਉਹ ਨਹੀਂ ਰਿਹਾ ਜੋ ਪਹਿਲਾਂ ਸੀ। ਸੋ ਇਹ ਗੱਲ ਭਾਈ ਨੰਦ ਲਾਲ ਸਾਨੂੰ ਸਮਝਾਉਂਦੇ ਨੇ ਕਿ ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਅਗਲੀ ਗੱਲ ਆ ਜਾਂਦੀ ਹੈ ਕਿ ਗੁਰਦੇਵ ਪਾਤਸ਼ਾਹ ਜਿਹੜਾ ਸਾਡੇ ਕਛਹਿਰੇ ਦੀ ਜਦੋਂ ਬਖਸ਼ਿਸ਼ ਕਰਦੇ ਨੇ, ਇੱਕ ਸ਼ਬਦ ਸਾਡੇ ਰਹਿਤਨਾਮ ਚ ਆਉਂਦਾ, ਜਤ ਸਤ ਕੀ ਨਿਸ਼ਾਨੀ ਕੱਛ ਖਾਲਸੇ ਕੋ ਦਈ। ਹੁਣ ਇਹਦੇ ਵਿੱਚ ਜਿੰਨਾ ਚਿਰ ਇਹ ਸਭ ਕੁਝ ਗੁਰੂ ਜੋਤ ਨੇ ਆਪਣੇ ਆਪੇ ਦੇ ਦੌਰਾਨ ਜਾਂ ਆਪਣੇ ਜੀਵਨ ਦੇ ਦੌਰਾਨ, ਜੀਵਨ ਯਾਤਰਾ ਦੇ ਦੌਰਾਨ ਇਹ ਸੰਕਲਪ ਪ੍ਰਗਟ ਨਾ ਕੀਤਾ ਹੋਵੇ ਕਿਸੇ ਵੀ ਰਹਿਬਰ ਨੇ, ਉਹਨਾਂ ਚਿਰ ਉਮਤ ਦੇ ਵਿੱਚ ਇਸ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਹੁਣ ਮੈਂ ਇਹਦੇ ਦੋ ਰੂਪ ਤੁਹਾਡੇ ਸਾਹਮਣੇ ਪੇਸ਼ ਕਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ ਸ਼੍ਰੀਨਗਰ ਕਸ਼ਮੀਰ ਦੇ ਵਿੱਚ, ਤੇ ਜਹਾਂਗੀਰ ਵੀ ਉੱਥੇ ਹੈ, ਤੇ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਇੱਕੋ ਸਮੇਂ ਦੇ ਵਿੱਚ, ਜਹਾਂਗੀਰ ਸ਼ਾਲੀਮਾਰ ਬਾਗ ਦੇ ਵਿੱਚ ਹੈ ਤੇ ਗੁਰੂ ਸਾਹਿਬ ਦਾ ਟਿਕਾਣਾ ਨਿਸ਼ਾਤ ਬਾਗ ਦੇ ਵਿੱਚ ਹੈ। ਹੁਣ ਜਹਾਂਗੀਰ ਦੀ ਜਿਹੜੀ ਬੇਗਮ ਹੈ ਨੂਰ ਜਹਾਂ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਇੱਕ ਜ਼ਿਕਰ ਕਰ ਦੇਵਾਂ ਕਿ ਜਦੋਂ ਗੁਰੂ ਪਾਤਸ਼ਾਹ ਮੀਰੀ ਔਰ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ ਨਾ, ਤੇ ਉਸ ਵੇਲੇ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਢਾਡੀ, ਨੱਥਮਲ ਤੇ ਅਬਦੁੱਲਾ ਇੱਕ ਵਾਰ ਪੜ੍ਹਦੇ ਨੇ। ਵੈਸੇ ਤੇ ਉਹਨਾਂ ਦੀਆਂ 4-5 ਵਾਰਾਂ ਨੇ, ਉਹਨਾਂ 'ਚੋਂ 2 ਸਾਨੂੰ ਮਿਲਦੀਆਂ ਨੇ ਇਤਿਹਾਸ ਦੇ ਵਿੱਚ। ਇੱਕ ਵਾਰ ਬੜੀ ਅਹਿਮ ਹੈ, ਉਹ ਹੈ 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਦਲ ਮਾਰ ਦੁਸ਼ਟਾ ਕਰੇ ਤਕੀਰ ਦੀ। ਅਗਲੀ ਗੱਲ ਬੜੀ ਹੈ, ਮੈਂ ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਜਦੋਂ ਪੱਗ ਨੂੰ ਤੁਸੀਂ ਦਸਤਾਰ ਨੂੰ ਕੱਪੜੇ ਦੇ ਰੂਪ 'ਚ ਨਾ ਵੇਖਿਓ, ਹੁਣ ਕੱਪੜੇ ਦੇ ਰੂਪ 'ਚ ਜਹਾਂਗੀਰ ਦੀ ਦਸਤਾਰ ਦਾ ਕੱਪੜਾ ਮਾੜਾ ਥੋੜ੍ਹੀ ਹੋਵੇਗਾ, ਜਾਂ ਦੇਸ਼ ਦਾ ਬਾਦਸ਼ਾਹ ਹੈ ਉਹਦੀ ਦਸਤਾਰ ਦੇ ਉੱਪਰ ਹੀਰੇ ਜਵਾਹਰਾਤ ਮੋਤੀ ਜ਼ਿਗਾ ਸਭ ਕੁਝ ਲੱਗਾ ਹੋਵੇਗਾ, ਕਲਗੀ ਵੀ ਹੋਵੇਗੀ। ਇੱਥੇ ਕੱਪੜੇ ਦੀ ਗੱਲ ਨਹੀਂ ਹੈ, ਇੱਥੇ ਹੈ ਕਿ ਦਸਤਾਰ ਦੇ ਪਿੱਛੇ ਕਿਰਦਾਰ ਕਿਹਦਾ ਉੱਚਾ ਹੈ, ਗੱਲ ਇਹ ਹੈ। ਮੈਂ ਹੁਣ ਕਿਰਦਾਰ ਦੀ ਮੈਂ ਤੁਹਾਡੇ ਸਾਹਮਣੇ ਇੱਕ ਡੈਫੀਨੇਸ਼ਨ ਦਿੰਦਾ। ਜਹਾਂਗੀਰ ਆਪਣੇ ਦੋਸਤ ਸ਼ੇਰ ਅਫਗਨ ਖਾਨ ਦੇ ਘਰ ਜਾਂਦਾ ਹੈ, ਤੇ ਸ਼ੇਰ ਅਫਗਨ ਖਾਨ ਦਾ ਉਦੋਂ ਵਿਆਹ ਹੋਇਆ ਸੀ ਗਿਆਸ ਬੇਗ ਦੀ ਬੇਟੀ ਮਿਹਰ ਨਿਸਾ ਦੇ ਨਾਲ। ਤੇ ਜਦੋਂ ਵੇਖਦਾ ਹੈ ਨਾ ਕਿ ਮੇਰੇ ਤੋਂ ਥੱਲੇ ਮੇਰਾ ਇੱਕ ਫੌਜਦਾਰ ਹੈ, ਮੈਂ ਬਾਦਸ਼ਾਹ ਤੇ ਫੌਜਦਾਰ, ਤੇ ਉਹਦੀ ਘਰ ਵਾਲੀ ਇੰਨੀ ਸੋਹਣੀ ਹੈ ਮਿਹਰ ਨਿਸਾ, ਉਹ ਸ਼ੇਰ ਅਫਗਨ ਨੂੰ ਮਰਵਾ ਦਿੰਦਾ ਹੈ ਤੇ ਉਹਦੀ ਘਰ ਵਾਲੀ ਮਿਹਰ ਨਿਸਾ ਨੂੰ ਲੈ ਆਉਂਦਾ ਆਪਣੇ ਦੋਸਤ ਦੀ ਪਤਨੀ ਨੂੰ, ਤੇ ਉਹਦਾ ਨਾਮ ਰੱਖਦਾ ਨੂਰ ਜਹਾਂ। ਸੋ ਨੂਰ ਜਹਾਂ ਜਿਹੜੀ ਹੈ ਉਹ ਜਹਾਂਗੀਰ ਦੇ ਦੋਸਤ ਸ਼ੇਰ ਅਫਗਨ ਖਾਨ ਦੀ ਪਤਨੀ ਸੀ, ਉਸ ਨੂੰ ਆਪਣੇ ਘਰ ਦੇ ਵਿੱਚ ਲੈ ਆਉਂਦਾ। ਹੁਣ ਉਹੀ ਨੂਰ ਜਹਾਂ ਉੱਥੇ ਨਾਲ ਹੈ ਜਹਾਂਗੀਰ ਦੇ, ਤੇ ਜਹਾਂਗੀਰ ਨੇ ਇੱਕ ਸਵਾਲ ਕਰਦੀ ਹੈ, ਕਹਿੰਦੀ ਬਾਦਸ਼ਾਹ ਸਲਾਮਤ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਤੂੰ ਸਾਰਾ ਦਿਨ ਇੱਥੇ ਸ਼ਿਕਾਰ ਖੇਡਦਾ ਹੈ, ਤੂੰ ਵੀ ਦਰਬਾਰ ਲਗਾ ਕੇ ਬੈਠਦਾ ਹੈ, ਪਰ ਇਕੱਲਾ ਬੈਠਾ ਰਹਿਣਾ, ਸ਼ਰਾਬ ਪੀਂਦਾ ਰਹਿਣਾ, ਤੇਰੇ ਕੋਲ ਕੋਈ ਨਹੀਂ ਆਉਂਦਾ, ਪਰ ਸਾਹਮਣੇ ਤੰਬੂ ਦੇ ਵਿੱਚ, ਕਨਾਤ ਦੇ ਵਿੱਚ, ਸ਼ਮਿਆਨੇ ਦੇ ਵਿੱਚ ਸਿੱਖਾਂ ਦਾ ਗੁਰੂ ਬੈਠਾ ਹੈ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ, ਅੰਤਰ ਕੀ ਹੈ? ਤੇ ਜਹਾਂਗੀਰ ਪਤਾ ਕੀ ਕਹਿੰਦਾ? ਕਹਿੰਦਾ ਕਿ ਉਹ ਦੀਨ ਦੁਨੀਆ ਦਾ ਪਾਤਸ਼ਾਹ ਹੈ ਤੇ ਮੈਂ ਦੁਨੀਆ ਦਾ ਛੋਟਾ ਜਿਹਾ ਬਾਦਸ਼ਾਹ। ਕਹਿੰਦਾ ਇਹ ਅੰਤਰ ਹੈ, ਉਹ ਦੀਨ ਦੁਨੀਆ ਦਾ ਪਾਤਸ਼ਾਹ ਹੈ, ਮੈਂ ਦੁਨੀਆ ਦਾ ਛੋਟਾ ਜਿਹਾ ਬਾਦਸ਼ਾਹ। ਕਹਿੰਦੀ ਫਿਰ ਮੈਂ ਵੀ ਦਰਸ਼ਨ ਕਰਨ ਵਾਸਤੇ ਜਾਣਾ, ਮੈਂ ਵੀ ਦੀਦਾਰ ਕਰਨੇ। ਹੁਣ ਨੂਰ ਜਹਾਂ ਗੁਰੂ ਸਾਹਿਬ ਦੀ ਹਮ ਉਮਰ ਹੈ, ਤਕਰੀਬਨ 1.5 ਸਾਲ ਦਾ ਉਮਰ 'ਚ ਫਰਕ ਹੈ, ਤਕਰੀਬਨ ਹਮ ਉਮਰ ਹੈ। ਔਰ ਉਹਦੀ ਸੁੰਦਰਤਾ ਦੇ ਬਾਰੇ ਇੱਕ ਫਾਰਸੀ ਦੀ ਕਿਤਾਬ ਹੈ ਖੁਲਾਸਤੁਲ ਤਵਾਰੀਖ ਸੁਜਾਨ ਰਾਏ ਭੰਡਾਰੀ ਦੀ, ਉਹਦੇ ਵਿੱਚ ਜਦੋਂ ਨੂਰ ਜਹਾਂ ਦਾ ਜ਼ਿਕਰ ਕਰਦਾ ਹੈ ਨਾ, ਤੇ ਉਹ ਕਹਿੰਦਾ ਕਿ ਮੈਂ ਇਹਦੀ ਖੂਬਸੂਰਤੀ ਦੇ ਬਾਰੇ ਸਿਰਫ ਇੰਨਾ ਲਿਖ ਸਕਦਾ ਹੈ ਕਿ ਨੂਰ ਜਹਾਂ ਨੂੰ ਬਣਾਉਣ ਤੋਂ ਬਾਅਦ ਖੁਦਾ ਨੇ ਖੂਬਸੂਰਤੀ ਵਾਲੀ ਕਲਮ ਹਮੇਸ਼ਾ ਵਾਸਤੇ ਰੱਖ ਦਿੱਤੀ। ਕਹਿੰਦਾ ਨਾ ਉਸ ਤੋਂ ਪਹਿਲਾਂ ਨਾ ਉਸ ਤੋਂ ਬਾਅਦ, ਕਹਿੰਦਾ ਖੁਦਾ ਨੇ ਓਨੀ ਸੁੰਦਰ ਔਰਤ ਕਿਸੇ ਨੂੰ ਬਣਾਇਆ ਹੀ ਨਹੀਂ। ਇਹ ਸੁਜਾਨ ਰਾਏ ਭੰਡਾਰੀ ਲਿਖਦਾ ਹੈ। ਹੁਣ ਉਹ ਦੁਨੀਆ ਦੀ ਸੁੰਦਰ ਔਰਤ ਆਪਣੇ ਪਤੀ ਨੂੰ ਕਹਿੰਦੀ ਹੈ, ਕਹਿੰਦੀ ਕਿ ਮੈਂ ਵੀ ਗੁਰੂ ਦੇ ਦੀਦਾਰ ਕਰਨ ਜਾਣਾ। ਉਹ ਕਹਿੰਦਾ ਜਾ ਸਕਦੀ ਹੈ, ਕੋਈ ਨਹੀਂ। ਸਵੇਰੇ ਉਹ ਤਿਆਰ ਹੁੰਦੀ ਹੈ, ਬਹੁਤ ਸਾਰੇ ਕੀਮਤੀ ਗਹਿਣੇ, ਔਰ ਇੰਨੇ ਜ਼ਿਆਦਾ ਗਹਿਣੇ ਕਿ ਜਿਹੜਾ ਉਹਨੇ ਉਸ ਵੇਲੇ ਲਹਿੰਗਾ ਪਹਿਨਿਆ ਹੋਇਆ ਸੀ, ਸਾਡੇ ਇਤਿਹਾਸਕ ਸਰੋਤਾਂ 'ਚ ਜ਼ਿਕਰ ਆਉਂਦਾ ਕਿ 22 ਕਨੀਜ਼ਾਂ ਨੇ, 22 ਨੌਕਰਾਣੀਆਂ ਨੇ ਉਸਦੇ ਲਹਿੰਗੇ ਨੂੰ ਚੁੱਕਿਆ ਹੋਇਆ ਸੀ, ਇੰਨੀ ਜ਼ਿਆਦਾ ਐਮਬਰਾਇਡਰੀ ਹੋਈ ਸੀ, ਇੰਨਾ ਭਾਰਾ ਸੀ, ਉਹ ਲੈ ਕੇ ਤੁਰ ਨਹੀਂ ਸੀ ਸਕਦੀ। ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ, ਗੁਰਦੇਵ ਪਾਤਸ਼ਾਹ
बैठे ने नितनेम करके, संगत बैठी है। जदों नूरजहाँ आई तो ਉਹਦੇ ਗਹਿਣਿਆਂ ਦੀ ਜਾਂ ਉਹਦੀ आवाज़ आई तो पातशाह ने सब तो पहला एक गल पता की कही है, ऐसा साच शिंगार कर पुत्री पाए खुदाए। बेटा, जिन्ने कीमती गहणियां दा शिंगार अपने तन ते कीता है, किते खुदा दे नाम दा शिंगार मन ते कीता हुंदा सचमुच ही खुदा नूं पा लेना सी। ऐसा साच शिंगार कर पुत्री पाए खुदाए। ਨੂਰਜਹਾਂ ਨੇ ਗੁਰਦੇਵ ਪਾਤਸ਼ਾਹ ਦੇ ਪੈਰਾਂ ਦੇ ਉੱਪਰ ਸਿਰ ਰੱਖ ਦਿੱਤਾ। ਇਤਿਹਾਸਕ ਸਰੋਤ ਕਹਿੰਦੇ ਨੇ ਕਿ ਹੰਝੂਆਂ ਦੇ ਨਾਲ ਪੈਰ ਧੋ ਦਿੱਤੇ ਤੇ ਸਵਾਲ ਇੱਕ ਕੀਤਾ ਬੜਾ ਅਹਿਮ, ਕਹਿੰਦੀ ਸਿੱਖਾਂ ਦਾ ਗੁਰੂਆ, ਮੇਰਾ ਇੱਕ ਸਵਾਲ ਹੈ ਕਿ ਤੂੰ ਇੰਨਾ ਖੂਬਸੂਰਤ, ਇੰਨਾ ਜਵਾਨ ਤੇ ਦੁਨੀਆ ਦੀ ਖੂਬਸੂਰਤੀ ਤੇਰੇ ਕਦਮਾਂ ਤੇ ਝੁਕਦੀ ਹੈ, ਤੇਰੇ ਮਨ 'ਚ ਵਿਕਾਰ ਕਿਉਂ ਨਹੀਂ ਜਨਮ ਲੈਂਦੇ? ਇਹ ਨੂਰਜਹਾਂ ਦਾ 6ਵੇਂ ਪਾਤਸ਼ਾਹ ਨੂੰ ਸਵਾਲ ਹੈ ਕਿ ਤੂੰ ਦੁਨੀਆ ਦਾ ਖੂਬਸੂਰਤ ਰਹਿਬਰ ਤੇ ਦੁਨੀਆ ਦੀ ਖੂਬਸੂਰਤੀ ਤੇਰੇ ਕਦਮਾਂ ਤੇ ਝੁਕਦੀ ਹੈ ਤੇ ਤੇਰੇ ਮਨ ਦੇ ਵਿੱਚ ਵਿਕਾਰ ਜਨਮ ਕਿਉਂ ਨਹੀਂ ਲੈਂਦੇ? ਤੇ ਪਾਤਸ਼ਾਹ ਕਹਿੰਦੇ ਜਦੋਂ ਖੁਦਾ ਦੀ ਯਾਦ ਦੇ ਵਿੱਚ ਜੁੜਿਆ ਹੋਇਆ ਮੌਤ ਨੂੰ ਚੇਤੇ ਰੱਖੀਦਾ ਫਿਰ ਵਿਕਾਰ ਨੇੜੇ ਨਹੀਂ ਆਉਂਦੇ। ਇਹ 6ਵੇਂ ਪਾਤਸ਼ਾਹ ਦਾ ਜਵਾਬ ਹੈ। ਖੈਰ, ਨੂਰਜਹਾਂ ਗੁਰੂ ਸਾਹਿਬ ਦੀ ਮੁਰੀਦ ਬਣ ਗਈ, ਇਸ ਗੱਲ ਤੋਂ ਪ੍ਰਭਾਵਿਤ ਹੋ ਗਏ। ਔਰ ਅਗਲੀ ਗੱਲ ਆ ਜਾਈਏ ਅਸੀਂ ਕਿ ਇਹ ਗੁਰਦੇਵ ਪਾਤਸ਼ਾਹ ਨੇ ਜਿਹੜਾ ਸ਼ਬਦ ਵਰਤਿਆ, ਐਸਾ ਸਾਚ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ, ਕੀ ਇਹ ਗੁਰੂ ਸਾਹਿਬ ਦੇ ਆਪਣੇ ਤੱਕ ਸੀਮਤ ਸੀ? ਨਹੀਂ, ਇਹ ਗੁਰਦੇਵ ਪਾਤਸ਼ਾਹ ਨੇ ਜਿੱਥੇ ਆਪਣੀ ਜੋਤ ਔਰ ਜੁਗਤ ਨੂੰ ਰੱਖਣਾ ਸੀ ਨਾ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਇਹ ਉਹਦੇ ਵਿੱਚ ਵੀ ਰੱਖਣਾ ਸੀ। ਜਿਹੜਾ ਕਛਹਿਰੇ ਦੇ ਨਾਲ ਸ਼ਬਦ ਹੁੰਦਾ ਨਾ ਕਿ ਸੀਲ ਜੱਤ ਕੀ ਨਿਸ਼ਾਨੀ ਕਸ਼ ਖਾਲਸੇ ਕੋ ਬਖਸ਼ੀ, ਉਹਦੇ ਵਿੱਚ ਇਹ ਠੀਕ ਹੈ ਕਿ ਇੱਕ ਵਾਰੀਅਰ ਡਰੈਸ ਦਾ ਹਿੱਸਾ ਤਾਂ ਹੈ। ਅੱਜ ਵੀ ਜਿਹੜੇ ਘੋੜਸਵਾਰ ਹੁੰਦੇ ਨੇ ਨਾ, ਉਹ ਜਿਹੜੀ ਡਰੈਸ ਪਹਿਨਦੇ ਨੇ ਘੋੜਸਵਾਰੀ ਦੇ ਵਾਸਤੇ, ਤੇ ਉਹ ਬਿਲਕੁਲ ਕਛਹਿਰੇ ਵਾਂਗੂ ਖੁੱਲ੍ਹੀ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਜਿਹੜੇ ਮੁਸਲਮਾਨ ਲੋਕ ਸੀ ਉਹ ਤੰਬਾ ਜਾਂ ਸਲਵਾਰ ਪਹਿਨਦੇ ਸੀ, ਕਿਉਂਕਿ ਜਿਹਦੇ 'ਚ ਤੁਹਾਨੂੰ ਘੋੜਸਵਾਰੀ ਕਰਨ ਦੇ ਵਿੱਚ, ਲੜਨ ਦੇ ਵਿੱਚ, ਦੌੜਨ ਦੇ ਵਿੱਚ ਆਸਾਨੀ ਰਵੇ। ਉਸ ਸਮੇਂ ਦੀ ਐਡਰੈਸ ਵੀ ਸੀ, ਪਰ ਇਹਦਾ ਮੰਤਵ ਹੋਰ ਵੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ। ਹੁਣ ਦੂਜਾ ਮੰਤਵ ਇਹਦਾ ਕੀ ਸੀ? ਦਰਬਾਰ ਲੱਗਾ ਹੋਇਆ, ਅਕਸਰ ਸਿੱਖ ਜਦੋਂ ਮੈਦਾਨੇ ਜੰਗ ਦੇ ਵਿੱਚ ਲੜ ਕੇ ਆਉਂਦੇ ਨੇ, ਕਈ ਵਾਰੀ ਦੁਸ਼ਮਣ ਦੇ ਸ਼ਸਤਰ ਲੈ ਕੇ ਆਉਂਦੇ ਨੇ, ਤੋਪਾਂ ਲੈ ਕੇ ਆਉਂਦੇ ਨੇ, ਤਲਵਾਰਾਂ ਲੈ ਕੇ ਆਉਂਦੇ ਨੇ, ਪਰ ਅੱਜ ਤਾਂ ਖੇਡ ਹੀ ਵੱਖਰੀ ਹੋ ਗਈ ਕਿ ਦਿਆਲ ਸਿੰਘ, ਮਾਨ ਸਿੰਘ, ਧਰਮ ਸਿੰਘ ਹੁਣੀ, ਰਾਮ ਸਿੰਘ ਹੁਣੀ ਗੁਰੂ ਸਾਹਿਬ ਦੇ ਸਾਹਮਣੇ ਲੈ ਕੇ ਇੱਕ ਪਾਲਕੀ ਰੱਖ ਦਿੰਦੇ, ਇੱਕ ਪਾਲਕੀ। ਤੇ ਪਾਤਸ਼ਾਹ ਸਵਾਲ ਕਰਦੇ ਨੇ, ਕਹਿੰਦੇ ਮਾਨ ਸਿੰਘ ਇਸ ਪਾਲਕੀ ਦੇ ਵਿੱਚ ਕੀ ਹੈ? ਕਹਿੰਦੇ ਜੀ ਰਹੀਮਪੁਰ ਦੇ ਨਵਾਬ ਦੀ ਪਤਨੀ ਮੈਦਾਨੇ ਜੰਗ ਦੇ ਵਿੱਚ ਸਾਡੇ ਨਾਲ ਲੜ ਰਿਹਾ ਸੀ ਤੇ ਮੈਦਾਨੇ ਜੰਗ ਦੇ ਵਿੱਚ ਪਤਨੀ ਨੂੰ ਛੱਡ ਕੇ ਭੱਜ ਗਿਆ ਤੇ ਅਸੀਂ ਉਸ ਨੂੰ ਇੱਥੇ ਲੈ ਆਂਦਾ। ਪਾਤਸ਼ਾਹ ਕਹਿੰਦੇ ਤੁਸੀਂ ਵੇਖਿਆ ਕਿ ਕੌਣ ਹੈ? ਸਿੱਖ ਦਾ ਅਸੂਲ। ਕਹਿੰਦੇ ਪਾਤਸ਼ਾਹ ਅਸੀਂ ਪਰਦਾ ਨਹੀਂ ਚੁੱਕਿਆ, ਅਸੀਂ ਵੇਖਿਆ ਨਹੀਂ ਕਿਵੇਂ ਦੀ ਹੈ ਤੇ ਕੌਣ ਹੈ। ਉਹਦੇ ਕਹਾਰਾਂ ਨੇ, ਉਹਦੇ ਨੌਕਰਾਂ ਨੇ ਦੱਸ ਦਿੱਤਾ ਕਿ ਰਹੀਮ ਬਖਸ਼ ਦੀ ਪਤਨੀ ਹੈ। ਹੁਣ ਰਹੀਮ ਬਖਸ਼ ਦੀ ਪਤਨੀ ਪਤਾ ਕੌਣ ਸੀ? ਨਾਹਰ ਖਾਨ ਦੀ ਬੇਟੀ। ਤੇ ਨਾਹਰ ਖਾਨ ਗੁਰੂ ਘਰ ਦਾ ਉਹ ਦੁਸ਼ਮਣ ਜਿਹੜਾ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਭਰਾ ਸੀ ਤੇ ਚਮਕੌਰ ਦੀ ਜੰਗ 'ਚ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ ਸੀ। ਤੇ ਗੁਰੂ ਸਾਹਿਬ ਨੇ ਬਕਾਇਦਾ ਨਾਮ ਲੈ ਕੇ ਉਸ ਦਾ ਜ਼ਫਰਨਾਮੇ 'ਚ ਜ਼ਿਕਰ ਕੀਤਾ, ਚੂਦੀਦਮ ਬਾ ਨਾਹਰ ਬਾ ਆਮਦ ਬਾ ਜ਼ੰਗ ਚਸ਼ੀਦੇ ਜਕੇ ਤੀਰ ਮਨ ਬੇਤਰੰਗ, ਕਿ ਜਦੋਂ ਨਾਹਰ ਖਾਨ ਮੈਦਾਨੇ ਜੰਗ 'ਚ ਮੇਰੇ ਸਾਹਮਣੇ ਆਇਆ ਤਾਂ ਮੈਂ ਇੱਕ ਤੀਰ ਉਹਨੂੰ ਮਾਰਿਆ ਤੇ ਉਹ ਡਿੱਗ ਗਿਆ, ਮਰ ਗਿਆ। ਹੁਣ ਦੁਸ਼ਮਣ ਦੀ ਬੇਟੀ ਤੇ ਦੁਸ਼ਮਣ ਦੀ ਪਤਨੀ ਪਾਲਕੀ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ। ਤੇ ਪਾਤਸ਼ਾਹ ਪਤਾ ਕੀ ਕਹਿੰਦੇ ਨੇ? ਕਹਿੰਦੇ ਮਾਨ ਸਿੰਘ ਜੇ ਪਤਾ ਲੱਗ ਗਿਆ ਕਿ ਰਹੀਮਪੁਰ ਦੇ ਨਵਾਬ ਦੀ ਪਤਨੀ ਹੈ ਤੇ ਜਾਓ ਵਾਪਸ ਛੱਡ ਕੇ ਆਓ। ਬੜੀ ਹੈਰਾਨਗੀ ਦੀ ਗੱਲ ਹੈ, ਦੁਸ਼ਮਣ ਦੇ ਨਾਲ ਲੜ ਕੇ ਪਾਲਕੀ ਲੈ ਆਉਣੀ ਤੇ ਹੋਰ ਗੱਲ ਹੈ, ਉਹ ਵੀ ਦੁਸ਼ਮਣ ਜਦੋਂ ਛੱਡ ਕੇ ਭੱਜ ਗਿਆ, ਪਰ ਦੁਸ਼ਮਣ ਦੇ ਇਲਾਕੇ ਦੇ ਵਿੱਚ ਵਾਪਸ ਕਰਨ ਜਾਣਾ ਉਹਦੇ ਤੋਂ ਵੱਡਾ ਖਤਰਾ। ਇੱਕ ਸੁਭਾਵਕ ਜਿਹਾ ਸਿੱਖ ਪਤਾ ਕੀ ਕਹਿੰਦਾ? ਕਹਿੰਦਾ ਸਗਲ ਤੁਰਕ ਭੁਗਵੈ ਹਿੰਦਵਾਣੀ। ਪਾਤਸ਼ਾਹ ਜੇ ਇੱਥੇ ਰਹਿ ਵੀ ਜਾਵੇ ਤੇ ਕੀ ਹੈ, ਉਹ ਵੀ ਤਾਂ ਸਾਡੀਆਂ ਚੁੱਕ ਕੇ ਲੈ ਜਾਂਦੇ ਨੇ। ਸਗਲ ਤੁਰਕ ਭੁਗਵੇ ਹਿੰਦਵਾਣੀ, ਕਿਉਂ ਹਿੰਦੂ ਪਰਿਵਾਰ ਦੀਆਂ ਬੱਚੀਆਂ ਚੁੱਕ ਕੇ ਲੈ ਜਾਂਦੇ ਨੇ, ਜੇ ਉਹਨਾਂ ਦੀ ਰਹਿ ਗਈ ਤੇ ਕੀ ਹੋ ਗਿਆ? ਤੇ ਪਾਤਸ਼ਾਹ ਕਹਿੰਦੇ ਨਹੀਂ, ਤਬ ਸਤਿਗੁਰ ਬੋਲੇ ਇੱਕ ਬੇਰੇ ਹਮ ਲੈ ਜਾਨੋ ਪੰਥ ਉਚੇਰੇ। ਜੋ ਉਹ ਕਰਦੇ ਨੇ ਅਸੀਂ ਉਹ ਨਹੀਂ ਕਰਾਂਗੇ। ਮੈਂ ਤਾਂ ਪੰਥ ਨੂੰ ਉਸ ਉੱਚੇ ਮਕਾਮ ਦੇ ਉੱਪਰ ਲੈ ਕੇ ਜਾਣਾ, ਜਿਸ ਮਕਾਮ ਦੇ ਉੱਪਰ ਜਿੱਥੇ ਦੁਨੀਆ ਵਿਚਰਦੀ ਹੈ ਉੱਥੇ ਖਾਲਸੇ ਦੀ ਸੁਰਤ ਨਹੀਂ ਵਿਚਰ ਰਹੀ। ਖਾਲਸੇ ਦੀ ਸੁਰਤ ਬਹੁਤ ਉਚੇਰੀ ਵਿਚਰ ਰਹੀ ਹੈ। ਵਕਤ ਮੇਰਾ ਸਮਾਪਤ ਹੈ, ਮੈਂ 2 ਮਿੰਟ ਹੋਰ ਲੈਣੇ ਨੇ, ਕੜੇ ਦੀ ਗੱਲ ਕਰ ਲਈਏ।
ਜਿਸ ਵੇਲੇ ਬੰਗਲਾਦੇਸ਼ ਦੇ ਵਿੱਚ ਮੁਕਤੀ ਬਾਨੀ ਫੌਜ ਦੇ ਵਾਸਤੇ ਮੁਖੀ ਬਣ ਕੇ ਗਏ ਨੇ ਜਨਰਲ ਸ਼ਬੇਗ ਸਿੰਘ। ਮੁਸਲਮਾਨ ਦੇ ਭੇਸ ਦੇ ਵਿੱਚ ਮੁਕਤੀ ਬਾਨੀ ਫੌਜ ਨੂੰ ਟ੍ਰੇਨਿੰਗ ਦਿੱਤੀ। ਹਾਂਜੀ ਠੀਕ ਹੈ ਜੀ, 10 ਮਿੰਟ ਹੋਰ ਉਹਨਾਂ ਨੇ ਕਿਹਾ, ਚਲੋ ਕੋਈ ਨਹੀਂ। ਮੁਕਤੀ ਬਾਨੀ ਫੌਜ ਨੂੰ ਟ੍ਰੇਨਿੰਗ ਦਿੱਤੀ ਔਰ ਦੁਨੀਆ ਦੇ ਵਿੱਚ ਇਹ ਪਹਿਲਾ ਆਤਮ ਸਮਰਪਣ ਸੀ। ਵੈਸੇ ਇਹ ਤੋਂ ਪਹਿਲਾਂ ਵੀ ਇੱਕ ਆਤਮ ਸਮਰਪਣ ਹੋਇਆ, ਉਹ ਵੀ ਸਿੱਖਾਂ ਨੇ ਕਰਾਇਆ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਦੇ ਸਾਹਮਣੇ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਨਾਸਰ ਖਾਨ ਨੇ ਆਪਣੀਆਂ 16,000 ਫੌਜਾਂ ਦੇ ਨਾਲ ਰੋਹਤਾਸ ਦੇ ਕਿਲ੍ਹੇ ਦੇ ਵਿੱਚ ਆਤਮ ਸਮਰਪਣ ਕੀਤਾ ਸੀ। ਔਰ ਇਹ ਆਤਮ ਸਮਰਪਣ ਉਦੋਂ ਹੋਇਆ ਜਦੋਂ ਵੱਡੇ ਘੱਲੂਘਾਰੇ ਦੇ ਵਿੱਚ ਤਕਰੀਬਨ 40,000 ਸਿੱਖ ਸ਼ਹੀਦ ਹੋ ਚੁੱਕਾ ਸੀ, ਤੇ ਜਿਨ੍ਹਾਂ ਨੇ ਆਤਮ ਸਮਰਪਣ ਕੀਤਾ, ਸਿੱਖਾਂ ਨੇ ਇੱਕ ਵੀ ਆਤਮ ਸਮਰਪਣ ਕਰਨ ਵਾਲੇ ਸਿਪਾਹੀ ਦਾ ਕਤਲ ਨਹੀਂ ਕੀਤਾ। ਪਤਾ ਕੀ ਕਿਹਾ? ਉਹ ਕਹਿੰਦੇ ਤੁਹਾਨੂੰ ਛੱਡ ਰਹੇ ਹਾਂ, ਕਾਬਲ ਵਾਪਸ ਚਲੇ ਜਾਓ, ਪਰ ਇੱਕ ਪ੍ਰਣ ਕਰਕੇ ਜਾਓ ਕਿ ਰਸਤੇ ਦੇ ਵਿੱਚ ਤੁਸੀਂ ਕਿਸੇ ਨੂੰ ਲੁੱਟੋਗੇ ਨਹੀਂ। ਅਸੀਂ ਤੁਹਾਨੂੰ ਕਤਲ ਨਹੀਂ ਕਰਨਾ, ਅਸੀਂ ਤੁਹਾਨੂੰ ਛੱਡ ਰਹੇ ਹਾਂ, ਪਰ ਇੱਕ ਪ੍ਰਣ ਕਰਕੇ ਜਾਓ ਕਿ ਤੁਸੀਂ ਰਸਤੇ ਦੇ ਵਿੱਚ ਕਿਸੇ ਨੂੰ ਵੀ ਲੁੱਟੋਗੇ ਨਹੀਂ। ਉਹਨਾਂ ਨੇ ਪ੍ਰਣ ਕੀਤਾ ਤੇ ਖਾਲਸੇ ਨੇ ਛੱਡ ਦਿੱਤਾ। ਹੁਣ ਇਹ ਜਿਹੜਾ ਦੂਜਾ ਆਤਮ ਸਮਰਪਣ ਹੈ, ਜਿਹਦੇ ਵਿੱਚ ਪਾਕਿਸਤਾਨ ਦੀ 91,000 ਫੌਜ ਜਿਹੜੀ ਹੈ ਉਹ ਜਨਰਲ ਨਿਆਜ਼ੀ ਦੀ ਅਗਵਾਈ ਦੇ ਵਿੱਚ ਸਿੱਖ ਜਰਨੈਲ ਜਗਜੀਤ ਸਿੰਘ ਅਰੋੜਾ ਤੇ ਸ਼ਬੇਗ ਸਿੰਘ ਦੇ ਸਾਹਮਣੇ ਆਪਣੇ ਹਥਿਆਰ ਰੱਖ ਦਿੰਦੀ ਹੈ। ਜਦੋਂ ਇਹ ਇੰਨਾ ਵੱਡਾ ਆਤਮ ਸਮਰਪਣ ਹੁੰਦਾ ਹੈ ਤਾਂ ਉਸ ਵੇਲੇ ਮੁਕਤੀ ਬਾਨੀ ਫੌਜ ਦੇ ਸਾਹਮਣੇ ਲੜ ਰਹੀ ਉਸ ਮੁਸਲਮਾਨ ਫੌਜ ਦੇ ਕਬਜ਼ੇ ਵਾਲੇ ਪਿੰਡਾਂ ਦੇ ਵਿੱਚੋਂ ਕੁਝ ਬੀਬੀਆਂ ਸ਼ਬੇਗ ਸਿੰਘ ਹੋਰਾਂ ਦੇ ਕੋਲ ਆਉਂਦੀਆਂ ਨੇ, ਜਿਹੜੇ ਉਦੋਂ ਮੁਸਲਮਾਨ ਦੇ ਭੇਸ ਦੇ ਵਿੱਚ ਉੱਥੇ ਰਹਿ ਰਹੇ, ਹੱਥ 'ਚ ਕੜਾ ਵੇਖ ਲਿਆ ਤੇ ਆ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਪਈਆਂ ਕਿ ਸਾਡੀ ਇੱਜ਼ਤ ਬਚਾ ਲਓ। ਤੇ ਸਰਦਾਰ ਸ਼ਬੇਗ ਸਿੰਘ ਤੇ ਜਗਜੀਤ ਸਿੰਘ ਪਤਾ ਕੀ ਕਹਿੰਦੇ ਆ? ਕਹਿੰਦੇ ਕਿ ਤੁਸੀਂ ਵੀ ਮੁਸਲਮਾਨ ਤੇ ਫੌਜ ਵੀ ਮੁਸਲਮਾਨਾਂ ਦੀ, ਤੁਹਾਨੂੰ ਆਪਣਿਆਂ ਤੋਂ ਕੀ ਖਤਰਾ ਹੈ ਕਿ ਤੁਸੀਂ ਸਾਡੇ ਕੋਲ ਆਈਆਂ ਜੇ ਸਾਡੀ ਇੱਜ਼ਤ ਬਚਾ ਲਓ। ਉਹ ਕਹਿੰਦੀ ਨਹੀਂ, ਉੱਥੇ ਸਾਡੀ ਇੱਜ਼ਤ ਮਹਿਫੂਜ਼ ਨਹੀਂ, ਪਰ ਸਾਡੇ ਵਡੇਰੇ ਇਹ ਦੱਸਿਆ ਕਰਦੇ ਸੀ ਵੀ ਜਿੱਥੇ ਸਿੱਖ ਹੋਵੇ ਉੱਥੇ ਦੁਸ਼ਮਣ ਦੀ ਬੇਟੀ ਦੀ ਇੱਜ਼ਤ ਵੀ ਮਹਿਫੂਜ਼ ਹੈ। ਅਸੀਂ ਤੁਹਾਡੇ ਵੇਖਣ ਨੂੰ ਤੁਸੀਂ ਮੁਸਲਮਾਨਾਂ ਵਰਗੇ ਲੱਗ ਰਹੇ ਸੀ, ਭੇਸ ਬਦਲੇ ਹੋਏ ਸੀ, ਪਰ ਸਾਨੂੰ ਤੁਹਾਡੇ ਕੜਿਆਂ ਤੋਂ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਦੇ ਸਿੱਖ ਹੋ। ਇਸ ਕਰਕੇ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਈਆਂ। ਔਰ ਇਹੀ ਗੱਲ ਸਿੱਖਾਂ ਦੇ ਸਭ ਤੋਂ ਕਹਿ ਸਕਦੇ ਹੋ ਕਿ ਖਿਲਾਫ ਲਿਖਣ ਵਾਲੇ ਦੁਸ਼ਮਣ ਕਾਜ਼ੀ ਨੂਰ ਮੁਹੰਮਦ ਨੇ ਜੰਗਨਾਮੇ 'ਚ ਵੀ ਲਿਖੀ ਹੈ। ਕਾਜ਼ੀ ਨੂਰ ਮੁਹੰਮਦ ਨਾਸਰ ਖਾਨ ਦਾ ਉਸਤਾਦ ਸੀ ਔਰ ਨਾਸਰ ਖਾਨ ਜਿਹੜਾ ਰਿਸ਼ਤੇ 'ਚ ਅਹਿਮਦ ਸ਼ਾਹ ਅਬਦਾਲੀ ਦਾ ਦੂਰੋਂ ਜਵਾਈ ਲੱਗਦਾ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਕਰਨ ਦੇ ਵਾਸਤੇ ਆਇਆ ਤਾਂ ਉਸਨੇ ਜਿਹਾਦ ਦੇ ਨਾਮ ਦੇ ਉੱਪਰ ਜਦੋਂ ਸਾਰੇ ਮੁਸਲਮਾਨਾਂ ਨੂੰ, ਤੁਰਕਾਂ ਨੂੰ, ਪਠਾਣਾਂ ਨੂੰ ਇਕੱਠਾ ਕੀਤਾ ਤੇ ਉਦੋਂ ਨਾਸਰ ਖਾਨ ਵੀ ਆਇਆ ਤੇ ਨਾਸਰ ਖਾਨ ਆਪਣੇ ਉਸਤਾਦ ਕਾਜ਼ੀ ਨੂਰ ਮੁਹੰਮਦ ਨੂੰ ਕਹਿੰਦਾ, ਕਾਜ਼ੀ ਸਾਹਿਬ ਸਾਡੇ ਨਾਲ ਚੱਲੋ, ਤੁਸੀਂ ਉਸਤਾਦ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੇ ਜਦੋਂ ਅਸੀਂ ਸਿੱਖਾਂ ਨੂੰ ਕਤਲ ਕਰਨਾ ਨਾ, ਉਹਦੇ ਸ਼ਬਦ ਬੜੇ ਅਹਿਮ ਨੇ। ਕਿਤੇ ਤੁਹਾਨੂੰ ਜੰਗਨਾਮਾ ਪੜ੍ਹਨ ਦਾ ਮੌਕਾ ਮਿਲੇ, ਉਹਦੇ ਪ੍ਰੀਫੇਸ ਦੇ ਸ਼ਬਦ ਬੜੇ ਨੇ। ਕਹਿੰਦਾ ਕਾਜੀ ਸਾਹਿਬ ਸਾਡੇ ਨਾਲ ਜ਼ਰੂਰ ਚੱਲੋ, ਕਿਉਂਕਿ ਤੁਸੀਂ ਆਪਣੀ ਰਚਨਾ ਦੇ ਵਿੱਚ ਇੱਕ ਉਸ ਕੌਮ ਦਾ ਜ਼ਿਕਰ ਕਰਨਾ ਹੈ ਜਿਹੜੀ ਕੌਮ ਹੁਣ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਣੀ, ਕਿ ਅਸੀਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਜਾ ਰਹੇ ਹਾਂ। ਅੱਜ ਤੋਂ ਬਾਅਦ ਸਿੱਖ ਨਜ਼ਰ ਨਹੀਂ ਆਉਣੇ ਤੇ ਤੁਸੀਂ ਇੱਕ ਵਾਰੀ ਵੇਖ ਲਓ ਕਿ ਸਿੱਖ ਕਿਵੇਂ ਦੇ ਹੁੰਦੇ ਸੀ। ਕਾਜ਼ੀ ਨੂਰ ਮੁਹੰਮਦ ਨਾਲ ਆਉਂਦਾ ਹੈ, ਉਹ ਸਿੱਖਾਂ ਨੂੰ ਲੜਦਿਆਂ ਵੇਖਦਾ। ਸਿੱਖ ਖਤਮ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਉਹਦੇ ਵਿੱਚ ਤੁਹਾਡੇ ਖੂਨ ਦੇ ਵਿੱਚ, ਤੁਹਾਡੇ ਅਵਚੇਤਨ ਮਨ ਦੇ ਵਿੱਚ ਇੱਕ ਪਾਤਸ਼ਾਹੀ ਦਾਵਾ ਤੇ ਆਜ਼ਾਦੀ ਦੀ ਗੱਲ ਪਈ। ਉਹ ਪਾਤਸ਼ਾਹੀ ਦਾਵਾ ਪਤਾ ਕੀ ਹੈ? ਉਹ ਪਾਤਸ਼ਾਹੀ ਦਾਵਾ ਤੁਹਾਡੇ ਅਵਚੇਤਨ ਮਨ ਦੇ ਵਿੱਚ ਹੈ। ਉਹ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਨਾਦਰ ਸ਼ਾਹ ਵੀ ਦਿੱਲੀ ਨੂੰ ਲੁੱਟ ਕੇ ਵਾਪਸ ਜਾ ਰਿਹਾ ਸੀ ਨਾ, ਤੇ ਰਸਤੇ ਦੇ ਵਿੱਚ ਸਿੱਖਾਂ ਨੇ ਕਾਫੀ ਉਹਦਾ ਮਾਲ ਅਸਬਾਬ ਲੁੱਟ ਲਿਆ, ਤੇ ਉਹ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਜਾ ਕੇ ਕਹਿੰਦਾ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ? ਕਹਿੰਦਾ ਸਿੱਖ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ ਦੇ ਵਿੱਚ। ਕਹਿੰਦਾ ਘਰ ਕਿੱਥੇ ਨੇ? ਕਹਿੰਦਾ ਘੋੜੇ ਦੀਆਂ ਕਾਠੀਆਂ। ਕਹਿੰਦਾ ਖਾਂਦੇ ਕੀ ਨੇ? ਕਹਿੰਦਾ ਇਹ ਤੇ ਪਤਾ ਨਹੀਂ ਖਾਂਦੇ ਕੀ ਨੇ, ਇਹ ਦੱਸ ਸਕਦਾ ਖਾਂਦੇ ਕਿਵੇਂ ਨੇ? ਕਹਿੰਦਾ ਕਿਵੇਂ ਖਾਂਦੇ ਨੇ? ਕਹਿੰਦਾ ਕਿ ਭੂਖਾ ਦੇਤ ਆਵਾਜ਼ਾਂ ਕੋਈ, ਆਓ ਦੇਗ ਤਿਆਰ ਗੁਰੂ ਹੋਈ। ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਉੱਚੀ ਆਵਾਜ਼ 'ਚ ਕਹਿੰਦੇ ਨੇ ਕਿ ਸਾਡਾ ਲੰਗਰ ਤਿਆਰ ਹੈ, ਜਿੰਨੇ ਛਕਣਾ ਆ ਜਾਵੇ। ਕਹਿੰਦਾ ਜੇ ਦੁਸ਼ਮਣ ਆ ਜਾਵੇ?
ਕਹਿੰਦਾ ਆ ਜਾਵੇ। ਕਹਿੰਦਾ ਜੇ ਦੁਸ਼ਮਣ ਛਕ ਜਾਵੇ, ਕਹਿੰਦਾ ਛਕ ਲਵੇ। ਕਹਿੰਦਾ ਜੇ ਦੁਸ਼ਮਣ ਸਾਰਾ ਹੀ ਰਾਸ਼ਨ ਛਕ ਜਾਵੇ, ਇਹਨਾਂ ਦੇ ਵਾਸਤੇ ਬਚੇ ਕੁਛ ਨਾ। ਕਹਿੰਦਾ ਫਿਰ ਆਪਣੇ ਗੁਰੂ ਦੇ ਅੱਗੇ ਕਹਿੰਦੇ ਨੇ, ਬੱਚੇ ਤੋਂ ਦਾਨਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਤੇ ਹੈ। ਕਹਿੰਦੇ ਪਾਤਸ਼ਾਹ ਲੰਗਰ ਮਸਤਾਨਾ ਹੋ ਗਿਆ, ਜੇ ਬਚ ਜਾਂਦੇ ਤੇ ਖਾ ਲੈਂਦਾ, ਪਰ ਦੁਸ਼ਮਣ ਨੇ ਖਾ ਲਿਆ, ਖੁਸ਼ੀ ਹੈ। ਕਹਿੰਦਾ ਫਿਰ ਗੁਰੂ ਕਿਹੜਾ ਜਿਹਦੇ ਅੱਗੇ ਅਰਦਾਸ ਕਰਦੇ ਨੇ? ਕਹਿੰਦਾ ਮੁਰਸ਼ਿਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਿਓ। ਕਹਿੰਦਾ ਉਹ ਗੁਰੂ ਜਿਸ ਨੇ ਇਹਨਾਂ ਨੂੰ ਜ਼ਿੰਦਗੀ ਦਾ ਅੰਮ੍ਰਿਤ ਦੇ ਦਿੱਤਾ ਹੈ ਕਿ ਅਸੀਂ ਮਾਰਦੇ ਮਾਰਦੇ ਮਰ ਚੱਲੇ, ਪਰ ਇਹ ਮਰਦੇ ਮਰਦੇ ਵੀ ਨਹੀਂ ਮਰਦੇ। ਉਸ ਵੇਲੇ ਨਾਦਰ ਸ਼ਾਹ ਦੀ ਜ਼ੁਬਾਨ ਤੋਂ ਇੱਕ ਫਾਰਸੀ ਦਾ ਸ਼ਬਦ ਨਿਕਲਦਾ, ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ, ਫਿਰ ਇਹ ਕੌਮ ਰਾਜ ਜ਼ਰੂਰ ਕਰੇਗੀ। ਜਿਸ ਕੌਮ ਦੇ ਵਿੱਚ ਇੰਨੇ ਗੁਣ ਨੇ ਨਾ, ਇਹ ਕੌਮ ਰਾਜ ਜ਼ਰੂਰ ਕਰੇਗੀ। ਔਰ ਇਹੀ ਜਿਹੜਾ ਪਾਤਸ਼ਾਹੀ ਦਾਅਵਾ ਸੀ, ਇੱਕ ਘੱਲੂਘਾਰੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਕਿ ਥੋੜੀ ਜੀ ਫੌਜ ਮਰਨ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਿਹੜਾ ਸੀ, ਇਹ ਕੁਤਬਾ ਬਾਹਮਣੀਆਂ ਤੱਕ ਨਹੀਂ ਆਇਆ, ਮਲੇਰਕੋਟਲੇ ਜਾ ਕੇ ਬੈਠ ਗਿਆ। ਇਹਦੀ ਜਗ੍ਹਾ ਦੇ ਉੱਪਰ ਨਾਸਿਰ ਖਾਨ, ਮੁਰਤਜ਼ਾ ਖਾਨ ਵੜੈਚ, ਲక్ష్ਮੀ ਨਾਰਾਇਣ, ਭੀਖਨ ਖਾਨ ਤੇ ਜੈਨ ਖਾਨ ਲੜਦੇ ਰਹੇ, ਪਰ ਸਿੱਖ 40,000 ਸਿੱਖ ਸ਼ਹੀਦ ਹੋਇਆ, ਲਾਸ਼ਾਂ 40,000 ਪਈਆਂ ਨੇ। ਤੇ ਤੁਹਾਡੀ ਕੌਮ ਦਾ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਰਹਿ ਰਾਸ ਦਾ ਪਾਠ ਕਰਕੇ ਅਰਦਾਸ ਕਰ ਰਿਹਾ, ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਫਿਰ ਕੀ ਹੋ ਗਿਆ? 40,000 ਸ਼ਹੀਦ ਹੋ ਗਿਆ, ਜਿੰਨੇ ਕੁ ਰਹਿ ਗਏ ਆ ਸਵੇਰੇ ਲੜਾਂਗੇ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅੱਗੇ ਨਹੀਂ ਆਇਆ। ਫਿਰ ਉਸਨੇ ਆਪਣਾ ਏਲਚੀ, ਇੱਕ ਮੈਸੇਂਜਰ ਭੇਜਿਆ ਸਿੱਖਾਂ ਦੇ ਕੋਲ ਵੀ ਹੁਣ ਤੁਹਾਨੂੰ ਖਤਮ ਨਹੀਂ ਕੀਤਾ ਜਾ ਸਕਦਾ, ਮਾਰਿਆ ਨਹੀਂ ਜਾ ਸਕਦਾ, ਹਰਾਇਆ ਨਹੀਂ ਜਾ ਸਕਦਾ, ਤਾਜ ਅਬਦਾਲੀ ਦਾ ਰਾਜ ਤੁਹਾਡਾ, ਤੁਸੀਂ ਥੋੜੇ ਜਿਹੇ ਨਜ਼ਰਾਨੇ ਦੇਣੇ ਮੰਨ ਲਓ। ਉਧਰੋਂ ਮਹਾਰਾਜਾ ਆਲਾ ਸਿੰਘ ਦਾ ਵਕੀਲ ਨਾਨੂ ਸਿੰਘ ਗਰੇਵਾਲ ਤੇ ਅਬਦਾਲੀ ਦੇ 2 ਮੈਸੇਂਜਰ ਏਲਚੀ ਕਾਸਦ, ਉਹ ਆਏ ਨੇ। ਇੱਧਰੋਂ ਸਿੱਖ ਬੈਠੇ ਨੇ 5, ਹਰੀ ਸਿੰਘ, ਮਿਤ ਸਿੰਘ ਡੱਲੇਵਾਲੀਆ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ। ਇੱਧਰ ਇਹ ਬੈਠੇ ਨੇ, ਉੱਧਰ ਉਹ ਬੈਠੇ ਨੇ। ਜਦੋਂ ਉਹ ਆਏ ਤੇ ਉਹਨਾਂ ਨੇ ਆਪਣੀਆਂ ਤਸ਼ਤਰੀਆਂ ਦੇ ਵਿੱਚ ਬੜੇ ਮੇਵੇ, ਬਦਾਮ, ਕਾਜੂ ਰੱਖੇ ਹੋਏ ਸੀ। ਵਿਚਕਾਰ ਲਿਆ ਕੇ ਜਦੋਂ ਰੱਖੀਆਂ ਨਾ, ਕਹਿੰਦੇ ਆਓ ਨਾਲੇ ਖਾਈਏ ਤੇ ਨਾਲੇ ਸਮਝੌਤੇ ਦੀ ਗੱਲਬਾਤ ਕਰੀਏ। ਤੇ ਸਿੱਖਾਂ ਨੇ ਆਪਣੀਆਂ ਪੋਟਲੀਆਂ ਖੋਲ੍ਹ ਕੇ ਵਿੱਚੋਂ ਛੋਲੇ ਕੱਢ ਲਏ। ਕਹਿੰਦੇ ਨਹੀਂ, ਪਾਤਸ਼ਾਹੀ ਦਾਅਵੇ ਦੀ ਗੱਲ ਤੁਹਾਡਾ ਖਾ ਕੇ ਨਹੀਂ ਹੋਣੀ। ਜੇ ਰਾਜ ਦੀ ਗੱਲ ਕਰਨੀ ਹੈ, ਆਪਣਾ ਖਾਵਾਂਗੇ, ਰੁੱਖੀ ਮਿੱਸੀ ਖਾਵਾਂਗੇ, ਤੁਹਾਡਾ ਖਾ ਕੇ ਆਪਣੇ ਹੱਕਾਂ ਦੀ ਗੱਲ ਨਹੀਂ ਹੋਣੀ। ਸਿੱਖਾਂ ਨੂੰ ਪੇਸ਼ਕਸ਼ ਹੋਈ ਕਿ ਤੁਸੀਂ ਹਾੜੀ ਸੌਣੀ, 6 ਮਹੀਨਿਆਂ ਬਾਅਦ ਥੋੜੀ ਜੀ ਜਵਾਰ, ਬਾਜਰਾ, ਮੋਠ, ਕੋਧਰਾ, ਗਵਾਰਾ, ਪੰਜਾਬ 'ਚ ਉਦੋਂ ਝੋਨਾ ਨਹੀਂ ਸੀ ਹੁੰਦਾ, ਇਹ ਫਸਲਾਂ ਨਜਰਾਨੇ ਵਜੋਂ ਦੇ ਦਿਆ ਕਰੋ ਤੇ ਤਾਜ ਅਬਦਾਲੀ ਦਾ ਰਾਜ ਤੁਹਾਡਾ, ਤੁਹਾਡੇ ਸਿਰਾਂ ਦੇ ਮੁੱਲ ਨਹੀਂ ਪੈਣਗੇ, ਤੁਹਾਡੇ ਬੱਚਿਆਂ ਦੇ ਟੁਕੜੇ ਝੋਲੀਆਂ 'ਚ ਨਹੀਂ ਪੈਣਗੇ, ਤੁਹਾਨੂੰ ਜੰਗਲਾਂ 'ਚ ਨਹੀਂ ਰਹਿਣਾ ਪਵੇਗਾ, ਤੁਹਾਡੇ ਕਤਲ ਨਹੀਂ ਹੋਣਗੇ। ਤੁਹਾਡੇ ਖਿਲਾਫ ਜਿਹੜਾ ਫਰਮਾਨ ਹੈ ਨਾ ਕਿ ਨਾਨਕ ਪ੍ਰਸਤਾ ਬਾ ਬੇਅੰਤ ਬਾ ਕਤਲ ਰਸਾਨੰਦ, ਕਿ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ, ਸਿਰ ਵੱਢ ਕੇ ਲਿਆਓ ਤੇ ਪੈਸੇ ਲੈ ਜਾਓ, ਇਹ ਸਾਰੇ ਫਰਮਾਨ ਵਾਪਸ ਹੋ ਜਾਣਗੇ। ਬਸ ਇੰਨੀ ਕੁ ਗੱਲ ਮੰਨ ਲਓ। ਹੁਣ ਜੇ ਸਾਡੇ ਵਰਗਾ ਹੋਵੇ, ਅੱਜ ਵਰਗਾ, ਤੇ ਕਿੰਨਾ ਸਸਤਾ ਸੌਦਾ ਹੈ ਨਾ। ਥੋੜੀ ਜੀ ਕਣਕ, 6ਵਾਂ ਹਿੱਸਾ, ਥੋੜੀ ਜੀ ਕਣਕ, ਬਾਜਰਾ, ਜਵਾਰਾ, ਮੱਕੀ, ਮੋਠ, ਕੋਧਰਾ, ਇੰਨੀ ਕੁ ਫਸਲ ਦਾ ਉਹ ਤੇ ਜਾਨਾਂ ਬਚਾਓ। ਪਰ ਕੌਮ ਦਾ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ ਨਹੀਂ, ਗੱਲ ਰਾਜ ਦੀ ਨਹੀਂ ਹੈ, ਗੱਲ ਤੇ ਗੁਲਾਮੀ ਤੇ ਆਜ਼ਾਦੀ ਦੀ ਹੈ। ਇਹਦਾ ਮਤਲਬ ਹੈ ਕਿ ਥੋੜੇ ਜਿਹੇ ਨਜ਼ਰਾਨੇ ਦੇ ਕੇ ਜਾਨ ਤੇ ਬਚਾ ਲਈਏ, ਪਰ ਆਪਣਾ ਬਾਦਸ਼ਾਹ ਜਿਹੜਾ ਅਬਦਾਲੀ ਨੂੰ ਮੰਨ ਲਈਏ, ਇਹ ਤੇ ਹੋ ਹੀ ਨਹੀਂ ਸਕਦਾ। ਕਹਿੰਦੇ ਫਿਰ ਤੁਹਾਡਾ ਜਵਾਬ ਕੀ ਹੈ? ਉਹ ਲਿਖ ਕੇ ਚਿੱਠੀ ਦਿੰਦੇ ਨੇ। ਚਿੱਠੀ ਦੇ ਵਿੱਚ ਜੋ ਲਿਖਦੇ ਨੇ, ਸੋਹਣ ਸਿੰਘ ਸੀਤਲ ਆਪਣੀ ਰਚਨਾ 'ਚ ਲਿਖਦੇ ਨੇ, ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਅਸੀਂ ਉਹ ਨਹੀਂ ਹੈ, ਗੁਲਾਮੀ ਪ੍ਰਵਾਨ ਨਹੀਂ ਕਰਾਂਗੇ। ਸੋ ਉਹ ਜਦੋਂ ਨੂਰ ਮੁਹੰਮਦ ਸਿੱਖਾਂ ਦੇ ਇਹਨਾਂ ਕਾਰਨਾਮਿਆਂ ਨੂੰ, ਇਹਨਾਂ ਜੰਗਾਂ ਨੂੰ ਵੇਖਦਾ ਹੈ, ਤੇ ਫਿਰ ਜਾ ਕੇ ਉਹ ਮਦਰਸੇ ਦੇ ਵਿੱਚ ਪੜ੍ਹਾ ਰਿਹਾ, ਤੇ ਪੜ੍ਹਾਉਂਦਾ ਆਰੰਭ ਦੇ ਵਿੱਚ ਸ਼ਬਦ ਪਤਾ ਕੀ ਵਰਤਦਾ ਹੈ? ਕਹਿੰਦਾ ਉਹ ਮੇਰੀ ਕੌਮ ਦਿਓ ਬੱਚਿਓ। ਇੱਕ ਕਲਾਤ ਸ਼ਹਿਰ ਹੈ ਪਾਕਿਸਤਾਨ ਦੇ ਵਿੱਚ, ਉੱਥੇ ਪੜ੍ਹਾਇਆ ਕਰਦਾ ਸੀ ਇੱਕ ਮਦਰਸੇ 'ਚ। ਕਹਿੰਦਾ ਉਹ ਮੇਰੀ ਕੌਮ ਦਿਓ ਬੱਚਿਓ, ਜਿਹੜੀ ਗੱਲ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਹੈ ਨਾ, ਜੇ ਮੇਰੀ ਗੱਲ ਤੇ ਯਕੀਨ ਨਾ ਹੋਵੇ ਨਾ, ਤੇ ਕਲਾਤ ਸ਼ਹਿਰ ਦਾ 300 ਪਠਾਨ ਜਿਉਂਦਾ ਜਿਹੜਾ ਸਿੱਖਾਂ ਕੋਲ ਕੁੱਟ ਖਾ ਕੇ ਆਇਆ, ਉਹਨਾਂ ਕੋਲ ਪੁੱਛ ਲੈ, ਜੇ ਮੇਰੀ ਗੱਲ ਤੇ ਯਕੀਨ ਨਾ ਹੋਵੇ। ਉਹ ਕਹਿੰਦੇ ਕੀ ਗੱਲ ਹੈ? ਫਿਰ ਉਸਨੇ ਆਪਣੀ ਕਿਤਾਬ ਦੇ ਵਿੱਚ ਆਖਰ ਦੇ ਉੱਪਰ ਇੱਕ ਚੈਪਟਰ ਲਿਖਿਆ, ਵਸਫ ਏ ਸਗਾਂ, ਕੁੱਤਿਆਂ ਦੀ ਤਾਰੀਫ। ਉਹ ਸਾਨੂੰ ਕੁੱਤੇ ਲਿਖਦਾ ਸਾਰੀ ਰਚਨਾ 'ਚ। ਉਹਦੇ 'ਚੋਂ ਪਹਿਲਾ ਸ਼ੇਰ ਲਿਖਦਾ, ਕਹਿੰਦਾ ਸਗਾ ਰਾ ਬਗੋ ਸਕੇ ਹਸਤੰਦ ਸ਼ੇਰ ਵਾ ਮਾਦਾਨੇ ਮਰਦਾਂ ਚੋਂ ਸ਼ੇਰਾਂ ਦਲੇਰ।
ਕਹਿੰਦਾ ਬੇਸ਼ੱਕ ਮੈਂ ਮਜ਼ਹਬੀ ਜਨੂਨ ਕਰਕੇ ਇਹਨਾਂ ਨੂੰ ਕੁੱਤੇ ਲਿਖਦਾ ਹੈ, ਪਰ ਦਰਅਸਲ ਮੈਦਾਨੇ ਜੰਗ ਦੇ ਵਿੱਚ ਜਦੋਂ ਲੜਦੇ ਵੇਖੀਦਾ ਨਾ, ਫਿਰ ਬਾ ਮਾਦਾਨੇ ਮਰਦਾਂ ਚੋਂ ਸ਼ੇਰਾਂ ਦਲੇਰ। ਕਹਿੰਦਾ ਫਿਰ ਇਹ ਸ਼ੇਰਾਂ ਤੋਂ ਕਿਤੇ ਵੱਧ ਦਲੇਰ ਨਹੀਂ। ਪਰ ਕਹਿੰਦਾ ਇਹਨਾਂ ਦੀ ਦਲੇਰੀ ਦੇ ਪਿੱਛੇ ਇਹਨਾਂ ਦਾ ਅਖਲਾਕ ਖੜਾ ਹੈ, ਦਸਤਾਰ ਦੇ ਪਿੱਛੇ ਕਿਰਦਾਰ ਖੜਾ ਹੈ। ਤੁਹਾਡਾ ਦੁਸ਼ਮਣ ਸਮਝ ਗਿਆ। ਕਹਿੰਦਾ ਕਿ ਜਨ ਗਰ ਜਵਾਂ ਅਸਤ ਵਾਂ ਅਸਤ ਪੀਰ, ਬਗੋ ਜੰਗ ਬੁੜੀਆ ਬਰੋ ਗੋਸ਼ਾਗੀਰ। ਕਹਿੰਦਾ ਜਦੋਂ ਮੈਦਾਨੇ ਜੰਗ 'ਚ ਲੜ ਰਹੇ ਹੁੰਦੇ ਨੇ ਜਾਂ ਲੜਨ ਜਾ ਰਹੇ ਹੁੰਦੇ ਨੇ, ਇਹਨਾਂ ਦੇ ਹੱਥ ਦੁਸ਼ਮਣ ਦੀ ਬੱਚੀ ਆ ਜਾਵੇ, ਔਰਤ ਆ ਜਾਵੇ, ਬਜ਼ੁਰਗ ਆ ਜਾਵੇ, ਬੁੜੀਆ ਬਗੋ ਜੰਗ ਬੁੜੀਆ, ਕਹਿੰਦਾ ਬੀਬੀ ਜੀ ਕਹਿ ਕੇ ਹੱਥ ਜੋੜ ਦਿੰਦੇ ਨੇ, ਕਦੀ ਕਿਸੇ ਨੂੰ ਚੁੱਕ ਕੇ ਨਹੀਂ ਲੈ ਕੇ ਜਾਂਦੇ। ਕਹਿੰਦਾ ਇਹ ਇੱਦਾਂ ਦਾ ਇਖਲਾਕ ਹੈ ਕਿ ਜਨ ਗਰ ਜਵਾਂ ਅਸਤ ਵਾਂ ਅਸਤ ਪੀਰ, ਬਗੋ ਜੰਗ ਬੁੜੀਆ ਬਰੋ ਗੋਸ਼ਾਗੀਰ। ਸੋ ਇਹ ਜਿਹੜੀ ਬਖਸ਼ਿਸ਼ ਸੀ ਸਾਨੂੰ ਗੁਰਦੇਵ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾ ਦਿੱਤੀ। ਦਿੱਤੇ ਹੋਏ 10 ਮਿੰਟ ਵੀ ਮੁੱਕ ਗਏ ਨੇ, ਮੈਂ 1 ਮਿੰਟ ਹੋਰ ਲੈਣ ਲੱਗਾ ਤੁਹਾਡਾ ਇਹ ਸਮਝਾਉਣ ਦੇ ਵਾਸਤੇ ਕਿ ਸਾਡੇ ਕੋਲ ਗੁਰਦੇਵ ਪਾਤਸ਼ਾਹ ਦਾ ਬਖਸ਼ਿਆ ਹੋਇਆ ਰੂਹਾਨੀਅਤ ਦਾ ਖਜ਼ਾਨਾ ਬਹੁਤ ਜ਼ਿਆਦਾ ਹੈ। ਮੈਂ ਇੱਕ ਛੋਟੀ ਜਿਹੀ ਦਿੱਲੀ ਦੀ ਤੁਹਾਨੂੰ ਉਦਾਹਰਨ ਦੇ ਕੇ ਇੱਕ ਗੱਲ ਸਮਝਾਉਣ ਲੱਗਾ ਕਿ ਜੇਕਰ ਅਜੇ ਵੀ ਅਸੀਂ ਖਾਲਸਾ ਪੰਥ ਨੂੰ ਨਾ ਸਮਝਿਆ, ਇਸ ਵਿਚਾਰਧਾਰਾ ਦੇ ਵਿੱਚ ਸ਼ਾਮਲ ਨਾ ਹੋਏ, ਗੁਰਸੰਗਤ ਕੀਨੀ ਖਾਲਸਾ ਦੇ ਆਧਾਰ ਨੂੰ ਲੈ ਕੇ ਅਜੇ ਵੀ ਸੰਗਤ ਦੇ ਵਿੱਚੋਂ ਅਸੀਂ ਖਾਲਸਾ ਨਿਰੂਪਣ ਵਾਲੇ ਪਾਸੇ ਨਾ ਤੁਰੇ, ਤਾਂ ਫਿਰ ਸਾਡੀ ਬਦਕਿਸਮਤੀ ਜ਼ਰੂਰ ਹੈ। ਉਦਾਹਰਨ ਮੈਂ ਇਹ ਦੇਣ ਲੱਗਾ, ਹਜ਼ਰਤ ਨਿਜ਼ਾਮੂਦੀਨ ਔਲੀਆ ਇੱਥੇ ਦਿੱਲੀ ਬੈਠੇ ਸੀ ਤੇ ਉਹਨਾਂ ਦੇ ਕੋਲ ਬਦਾਊਂ ਪਿੰਡ ਦਾ ਇੱਕ ਉਹਨਾਂ ਦਾ ਪੁਰਾਣਾ ਮਰੀਦ ਆ ਗਿਆ, ਲੋੜਵੰਦ ਸੀ, ਪੈਸਿਆਂ ਦੀ ਲੋੜ ਸੀ। ਤੇ ਜਦੋਂ ਪੈਸਿਆਂ ਦੀ ਲੋੜ ਹੋਵੇ ਫਿਰ ਬੰਦਾ ਕਿਤੇ ਨਾ ਕਿਤੇ ਮੁਰਸ਼ਿਦ ਦੇ ਕੋਲ ਜਾਂਦਾ ਹੀ ਹੈ। ਤੇ ਜਦੋਂ ਹਜ਼ਰਤ ਨਿਜ਼ਾਮੂਦੀਨ ਔਲੀਆ ਦੇ ਕੋਲ ਆਇਆ ਤੇ ਆਪਣੀ ਮੰਗ ਰੱਖੀ ਕਿ ਘਰ ਦੇ ਵਿੱਚ ਆਰਥਿਕ ਤੰਗੀ ਆ, ਕੁਝ ਪੈਸੇ ਚਾਹੀਦੇ ਆ, ਤੇ ਪੈਸੇ ਇਹ ਵੀ ਦਰਵੇਸ਼ ਸੀ, ਪੈਸੇ ਇਹਦੇ ਕੋਲ ਵੀ ਹੈ ਨਹੀਂ ਸੀ। ਇਹਨੇ ਪਤਾ ਕੀ ਕੀਤਾ, ਇਹਨੇ ਆਪਣੀ ਜੁੱਤੀ ਲਾ ਕੇ ਦੇ ਦਿੱਤੀ, ਆਪਣਾ ਜੋੜਾ ਲਾ ਕੇ ਦੇ ਦਿੱਤਾ। ਕਹਿੰਦੇ ਆ ਲੈ ਜਾ। ਹੁਣ ਉਹਨੇ ਜੋੜਾ ਲਪੇਟ ਤੇ ਲਿਆ ਕੱਪੜੇ ਦੇ ਵਿੱਚ ਤੇ ਨਾਲ ਹੀ ਕੋਸਦਾ ਜਾਵੇ, ਬੜਾ ਅਜੀਬ ਹੈ ਬਾਬਾ, ਮੈਂ ਤੇ ਇਹਨੂੰ ਰੱਬ ਮੰਨਦਾ ਸੀ ਤੇ ਇਹਨੂੰ ਕੋ ਮੈਂ ਪੈਸੇ ਮੰਗੇ ਆ ਕਿ ਗਰੀਬ ਆ, ਥੋੜੀ ਮਦਦ ਹੋ ਜਾਵੇ, ਇਹਨੇ ਆਪਣੀ ਜੁੱਤੀ ਆਪਣਾ ਜੋੜਾ ਪੁਰਾਣਾ ਮੈਨੂੰ ਬੰਨ੍ਹ ਦਿੱਤਾ। ਖੈਰ ਰਾਤ ਹੋ ਗਈ, ਸਰਾਂ ਦੇ ਵਿੱਚ ਰੁਕਿਆ। ਜਦੋਂ ਸਰਾਂ ਦੇ ਵਿੱਚ ਰੁਕਿਆ, ਉਧਰੋਂ ਅਮੀਰ ਖੁਸਰੋ ਆ ਰਿਹਾ ਸੀ। ਅਮੀਰ ਖੁਸਰੋ ਵਪਾਰ ਕਰਕੇ ਆ ਰਿਹਾ ਸੀ ਤੇ ਪੈਸਿਆਂ ਦੇ ਨਾਲ, ਮੋਹਰਾਂ ਦੇ ਨਾਲ ਗਠੜੀਆਂ ਭਰੀਆਂ। ਜਦੋਂ ਉਸ ਸਰਾਂ ਦੇ ਵਿੱਚ ਰੁਕਿਆ, ਉੱਥੇ ਉਹ ਵੀ ਵਿਅਕਤੀ ਰੁਕਿਆ ਸੀ ਤੇ ਅਮੀਰ ਖੁਸਰੋ ਨਿਜ਼ਾਮੂਦੀਨ ਔਲੀਆ ਦਾ ਮਰੀਦ ਸੀ, ਬੜਾ ਪਿਆਰਾ ਮਰੀਦ। ਤੇ ਉਹ ਪਹਿਲਾਂ ਆਪਣੇ ਇੱਕ ਸਾਥੀ ਨੂੰ ਸਵਾਲ ਕਰਦਾ ਹੈ, ਕਹਿੰਦਾ ਇਸ ਸਰਾਂ ਦੇ ਵਿੱਚੋਂ ਹਜ਼ਰਤ ਸਾਹਿਬ ਦੇ ਜੋੜਿਆਂ ਦੀ ਸੁਗੰਧ ਆ ਰਹੀ ਹੈ, ਇਸ ਸਰਾਂ ਦੇ ਵਿੱਚੋਂ ਮੇਰੇ ਮੁਰਸ਼ਿਦ ਦੇ ਜੋੜਿਆਂ ਦੀ ਸੁਗੰਧ ਆ ਰਹੀ ਹੈ। ਉਹ ਆ ਕੇ ਗਏ ਸੀ ਜਾਂ ਫਿਰ ਕੋਈ ਜੋੜੇ ਲੈ ਕੇ ਆਇਆ? ਕਿਸੇ ਨੇ ਦੱਸਿਆ ਨਹੀਂ, ਉਹ ਨਹੀਂ ਇੱਥੇ ਆਏ, ਉਹਨਾਂ ਨੇ ਤਸ਼ਰੀਫ ਨਹੀਂ ਲਿਆਂਦੀ ਇੱਥੇ। ਕੋਈ ਵਿਅਕਤੀ ਆਇਆ ਤੇ ਉਹਨੇ ਕੁਝ ਕੱਪੜੇ 'ਚ ਬੰਨਿਆ। ਜਦੋਂ ਕੱਪੜਾ ਉਸਨੇ ਖੁਲਾ ਕੇ ਵੇਖਿਆ ਤੇ ਨਿਜ਼ਾਮੂਦੀਨ ਔਲੀਆ ਦੇ ਜੋੜੇ, ਤੇ ਉਹ ਕਹਿੰਦਾ ਇਹ ਮੈਨੂੰ ਦੇ ਦੇ। ਉਹ ਕਹਿੰਦਾ ਟੁੱਟੇ ਜੋੜੇ ਤੂੰ ਕੀ ਕਰਨੇ? ਕਹਿੰਦਾ ਨਹੀਂ, ਤੂੰ ਇਹ ਦੱਸ ਇਹਦਾ ਲੈਣਾ ਕੀ ਆ? ਕਹਿੰਦਾ ਤੂੰ ਮੈਨੂੰ ਕੀ ਦੇਵੇਂਗਾ? ਕਹਿੰਦਾ ਜਿੰਦੀ ਦੌਲਤ ਲਿਆਂਦੀ ਹੈ। ਕਹਿੰਦਾ ਸਾਰੀ ਤੇਰੀ। ਕਹਿੰਦਾ ਬਸ਼ਰਤੇ ਮੇਰੇ ਮੁਰਸ਼ਿਦ ਦੀ ਜੁੱਤੀ ਜਿਹੜੀ ਹੈ, ਜੋੜੇ ਜਿਹੜੇ ਨਾ, ਇਹ ਮੇਰੀ ਝੋਲੀ 'ਚ ਪਾ ਦੇ। ਉਹਨੇ ਸਾਰੀ ਦੌਲਤ ਦੇ ਦਿੱਤੀ ਤੇ ਉਹੀ ਜੋੜੇ ਲੈ ਕੇ ਜਦੋਂ ਅਮੀਰ ਖੁਸਰੋ ਨਿਜ਼ਾਮੂਦੀਨ ਔਲੀਆ ਦੇ ਕੋਲ ਆਇਆ ਨਾ, ਤੇ ਜਦੋਂ ਉੱਥੇ ਪਹੁੰਚਿਆ ਤੇ ਜਾ ਕੇ ਦੱਸਦਾ, ਜੋੜੇ ਅੱਗੇ ਰੱਖ ਕੇ, ਕਹਿੰਦਾ ਹਜ਼ਰਤ ਸਾਹਿਬ ਮੈਂ ਤੁਹਾਡੇ ਜੋੜੇ ਲੈ ਆਂਦੇ। ਕਹਿੰਦੇ ਕਿੰਨੇ ਕੁ ਦਾ ਸੌਦਾ ਕਰਕੇ ਆਇਆ? ਕਹਿੰਦਾ ਸਾਰੀ ਦੌਲਤ ਦੇ ਦਿੱਤੀ। ਤੇ ਨਿਜ਼ਾਮੂਦੀਨ ਔਲੀਆ ਕਹਿੰਦਾ ਬੜੇ ਸਸਤੇ ਖਰੀਦ ਲਏ, ਬੜੇ ਸਸਤੇ ਖਰੀਦ ਲਏ। ਇਹ ਇੱਕ ਜੋੜੇ ਦੀ ਗੱਲ ਹੈ, ਜਿਹਨੂੰ ਮੁਰੀਦ ਨੂੰ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਸੀ। ਹੁਣ ਤੁਸੀਂ ਆ ਜਾਓ, ਪਾਤਸ਼ਾਹ ਕਹਿੰਦੇ ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਚਾਰ ਮੋਏ ਤੋਂ ਕਿਆ ਪਿਆ। ਉਹ ਇੱਕ ਜੋੜੇ ਦੇ ਕਰਕੇ ਇੱਕ ਮੁਰੀਦ ਆਪਣੇ ਮੁਰਸ਼ਿਦ ਦੇ ਵਾਸਤੇ ਸਾਰੀ ਦੌਲਤ ਦੇ ਦਿੰਦਾ ਹੈ, ਤੇ ਤੁਹਾਡੀ ਝੋਲੀ 'ਚ ਗੁਰੂ ਪਾਤਸ਼ਾਹ ਦੇ ਪੁੱਤਰਾਂ ਦੇ ਸਿਰ ਪਏ ਹੋਣ ਤੇ ਤੁਸੀਂ ਸਿੱਖੀ ਨਾ ਲਓ। ਇਹ ਤਾਂ ਸਾਡੇ ਵਾਸਤੇ ਸੋਚਣਾ ਪਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂਗਾ ਜਿਹੜੇ ਵੀਰ ਰੁੱਖ ਕੇ ਜਾ ਰਹੇ ਹਨ, 5 ਮਿੰਟ ਹੋ ਜਾਓ। ਵੈਸੇ ਵੀ ਕੋਈ ਮਹਿਮਾਨ ਆਇਆ ਹੋਵੇ ਔਰ ਉਹਦੀ ਨਿਆਕਤ ਹੋਵੇ, ਅਸੀਂ ਉਹ ਬੈਠੇ ਹੋਣ ਤਾਂ ਰੁੱਕ ਕੇ ਜਾਈਏ, ਇਹ ਬਹੁਤ ਡਿਸਕਰਟਸੀ ਹੈ। ਸੋ 5 ਮਿੰਟ ਵਾਸਤੇ ਹੋਣਾ ਬਿਲਕੁਲ ਇਹਨੀ ਬੇਨਤੀ ਜ਼ਰੂਰ ਕਰਾਂਗਾ। ਤੇ ਇਹ ਅੱਜ ਜੋ ਅਸੀਂ ਲੈਕਚਰ ਅੱਜ ਔਰ ਕੱਲ੍ਹ ਦੋ ਦਿਨ ਸੁਣੇ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਰਨੇਕ ਸਿੰਘ ਜੀ ਦਾ, ਸਚਿਵ ਫਾਊਂਡੇਸ਼ਨ ਹੈ, ਜਿਨ੍ਹਾਂ ਦੇ ਸਦਕੇ ਅਸੀਂ ਇਹਨਾਂ ਦੇ ਵਿਚਾਰ ਸੁਣ ਸਕੇ ਹਾਂ। ਸੋ ਮੈਂ ਹਰਪੰਤ ਸਿੰਘ ਪਾਟਿਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਪਣੇ, ਉਹਨਾਂ ਨੂੰ ਔਰ ਹਰਨੇਕ ਸਿੰਘ ਨੂੰ ਬੇਨਤੀ ਕਰਾਂਗਾ
वो स्टेज यहाँ की हिफाजत कर ताकि दोबारा बनो असी जी का सम्मान कर सकिए ते नाल ही जो हरबीर सिंह जी हैं उन्होंने भी मैं सम्मान करना चाहूँगा। तो पहले तो वीर जी का सम्मान करना है। पाटिया साहब और ठीक हो? बहुत खुशी है पहले बोले सोनिहार मैं पाटिया साहब बेनती करांगा एक सम्मान जो है हरबीर सिंह का भी वो शुरू कर जिला की ऐसी जो आए था संदीवान जो विचार सब सुन सके हैं। बोले सोनिहार डॉक्टर साहब का लेक्चर कल जो है शामनगर विखे 8:15 को लेकर 9:10 तक है। जिन्होंने टाइम होए जरूर हासिल पढ़ अनेक बेनती पूर्ण करें। आप सारी संगत का बहुत बहुत धन्यवाद जो आपने मेरी बेनती प्रवान किया है। दूजी बेनती करा कल सवेरे आशा युवा कीर्तन इस स्थान पर भाई साहब भाई युगवीर सिंह जी अमृतसर तो सरदाबाद वो गुजरेगा। तो कथा जो है भाई रविंदर सिंह की सुहाना वाली हाँ जी।